ਪ੍ਰਿੰਸੀਪਲ ਸਰਵਨ ਸਿੰਘ ਦੀ ਪੁਸਤਕ ਪੰਜਾਬ ਦੇ ਕੋਹਿਨੂਰ ਦਾ ਲੇਖ ਹੈ ਸ਼੍ਰੋਮਣੀ ਕਵੀਸ਼ਰ। ਚੰਦ ਤੇ ਰਣਜੀਤ ਹੋਰਾਂ ਨਿਤਨੀ ਗਾਉਣੇ ਛੰਦ ਇਕੱਠਿਆਂ, ਕਰਨੈਲ ਕਵੀਸ਼ਰ ਨੇ ਕਿਧਰੇ ਲੁਕ ਨਹੀਂ ਜਾਣਾ ਨੱਠਿਆਂ। ਜਗ ਯਾਦ ਰਹੂ ਕਰ ਲੈ ਨੇਕੀ ਖੱਟ ਕੇ ਜਨਮ ਸੁਹੇਲਾ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨ ਦਾ ਮੇਲਾ। ਅਜਿਹੇ ਛੰਦ ਲਿਖਣ ਗਾਉਣ ਵਾਲਾ ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਆ ਸੱਚੀ ਮੁੱਚੀ ਪਾਰਸ ਸੀ। ਉਹਦੀ ਪਾਰਸ ਛੋਹ ਨਾਲ ਅਨੇਕਾਂ ਸ਼ਾਗਿਰਦ ਸੋਨਾ ਬਣੇ। ਹਰਭਜਨ ਮਾਨ ਕਹਿੰਦਾ ਹੈ, ਮੇਰੇ ਲਈ ਮੇਰੇ ਬਾਪੂ ਪਾਰਸ ਉਹ ਰਹਿਨੁਮਾ ਸਨ ਜਿਨ੍ਹਾਂ ਨੇ ਮੇਰੀ ਉਂਗਲ ਫੜ ਕੇ ਮੈਨੂੰ ਕਾਕੇ ਤੋਂ ਹਰਭਜਨ ਮਾਨ ਬਣਾਇਆ ਤੇ ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਤੇ ਮੇਰੀ ਆਵਾਜ਼ ਨੂੰ ਆਵਾਜ਼। ਬੱਬੂ ਮਾਨ ਆਖਦਾ ਹੈ, ਬਾਪੂ ਪਾਰਸ ਫੱਕਰ ਕਵੀ ਸੀ। ਬਾਗੀ ਬੋਲ ਉਹਦੇ ਅੰਦਰੋਂ ਆਪ ਮੁਹਾਰੇ ਫੁੱਟਦੇ ਸਨ। ਉਹਨੇ ਨਾ ਰੱਬ ਦੀ ਸੱਤਾ ਨੂੰ ਸਲੂਟ ਮਾਰਿਆ ਨਾ ਰਾਜ ਸੱਤਾ ਨੂੰ। ਬਹੁਤ ਲੋਕ ਆਏ ਬਹੁਤ ਆਉਣਗੇ, ਪਰ ਕਵੀਸ਼ਰ ਕਰਨੈਲ ਸਿੰਘ ਪਾਰਸ ਨਿਵੇਕਲਾ ਖੜਾ ਦਿਸੇਗਾ, ਭੀੜ ਤੋਂ ਅਲੱਗ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਜੀਵਨ ਦਾ ਪੰਧ ਮੁਕਾ ਚੁੱਕਿਆ ਬਾਪੂ ਪਾਰਸ ਪੰਜਾਬੀ ਸੱਭਿਅਤਾ ਤੇ ਸੱਭਿਆਚਾਰ ਨੂੰ ਲੰਮੀਆਂ ਉਮਰਾਂ ਦੀਆਂ ਦੁਆਵਾਂ ਬਖਸ਼ ਗਿਆ। ਦੇਵ ਤਰੀਕਿਆਂ ਵਾਲੇ ਨੇ ਕਿਹਾ, ਪਾਰਸ ਦੀ ਰਚਨਾ 'ਚੋਂ ਵਗਦੇ ਦਰਿਆਵਾਂ ਦੀ ਰਵਾਨਗੀ, ਦਿਲਾਂ ਨੂੰ ਧੂ ਪਾਉਂਦੀ ਸਰਲਤਾ, ਸੂਖਮਤਾ ਤੇ ਸਾਰੰਗੀ ਦੀ ਤਾਣ ਵਰਗਾ ਸੋਚ ਸੀ। ਸੁਰਜੀਤ ਪਾਤਰ ਲਿਖਦਾ ਹੈ, ਕਵੀਆਂ ਕਵੀਸ਼ਰਾਂ ਦੇ ਮੁਖ ਤੋਂ ਨਿਕਲੇ ਵਾਕ ਸੀਨਾ ਬਸੀਨਾ ਦੇਸ਼ ਕਾਲ ਦੇ ਪੈਂਡੇ ਤੈਅ ਕਰ ਜਾਂਦੇ ਹਨ। ਇੱਕ ਵਾਰ ਬਾਲੇ ਕਦੇ ਨਹੀਂ ਬੁਝਦੇ ਇਹ ਚਿਰਾਗ, ਹਨੇਰੀਆਂ ਝੱਖੜਾਂ ਵਿੱਚ ਵੀ ਮਨਾਂ ਦੀਆਂ ਮਮਟੀਆਂ ਉੱਤੇ ਜਗਦੇ ਰਹਿੰਦੇ ਹਨ। ਤਨਾਂ ਦੀ ਭੁੱਖ ਪਿਆਸ ਅੰਨ ਪਾਣੀ ਨਾਲ ਮਿਟ ਜਾਂਦੀ ਹੈ, ਪਰ ਰੂਹਾਂ ਦੀ ਭੁੱਖ ਪਿਆਸ ਬੋਲ ਬਾਣੀ ਨਾਲ ਤ੍ਰਿਪਤ ਹੁੰਦੀ ਹੈ। ਪਾਰਸ ਬੋਲ ਬਾਣੀ ਦਾ ਭਰ ਵਗਦਾ ਦਰਿਆ ਸੀ। ਜਸਵੰਤ ਸਿੰਘ ਕੰਵਲ ਦਾ ਕਹਿਣਾ ਹੈ ਕਿ ਕਵੀਸ਼ਰ ਕਰਨੈਲ ਸਿੰਘ ਪਾਰਸ ਜਦੋਂ ਸਟੇਜ ਤੇ ਆ ਜਾਂਦਾ ਤਾਂ ਪੰਡਾਲ ਦਾ ਸਾਰਾ ਰੌਲਾ ਰੱਪਾ ਇੱਕਦਮ ਸ਼ਾਂਤ ਹੋ ਜਾਂਦਾ। ਉਹ ਯੋਧਾ ਬੁਲਾਰਾ ਸੀ, ਸਰਬੱਤ ਦੇ ਭਲੇ ਦਾ ਨਿਸ਼ਾਨਾ ਸਦਾ ਉਹਦੀ ਸੇਧ 'ਚ ਰਿਹਾ। ਗੁਰਸਿੱਖੀ ਤੇ ਸਾਇੰਸੀ ਵਿਚਾਰਧਾਰਾ ਨੂੰ ਉਹਨੇ ਬਰਾਬਰ ਰੱਖ ਕੇ ਪ੍ਰਚਾਰਿਆ। ਉਹ ਰੱਬ ਨੂੰ ਭਾਵੇਂ ਨਹੀਂ ਸੀ ਮੰਨਦਾ, ਪਰ ਅਰਦਾਸ ਸਦਾ ਇਹੀ ਕਰਦਾ ਸੀ, ਹੋਵੇ ਹੇ ਪਰਮਾਤਮਾ ਦੁਸ਼ਮਣ ਦਾ ਵੀ ਭਲਾ, ਟਲੇ ਗੁਆਂਢੀ ਤੋਂ ਸਦਾ ਕੋਹਾਂ ਦੂਰ ਬਲਾ, ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪੱਤ, ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ। ਪਾਰਸ ਪਾਰਸ ਹੀ ਸੀ। ਕੋਈ ਉਹਨੂੰ ਲੋਕ ਮਨਾਂ ਦਾ ਕਵੀਸ਼ਰ ਕਹਿੰਦਾ ਰਿਹਾ, ਕੋਈ ਕਵੀਸ਼ਰੀ ਗਗਨ ਦਾ ਚੰਦ ਤੇ ਕੋਈ ਕਵੀਸ਼ਰਾਂ ਦਾ ਕਵੀਸ਼ਰ, ਕੋਈ ਕੱਚੇ ਦੁੱਧ ਦਾ ਕਟੋਰਾ, ਕੋਈ ਮੋਹ ਦਾ ਦਰਿਆ ਤੇ ਕੋਈ ਦਿਲਾਂ ਦਾ ਬੇਤਾਜ ਬਾਦਸ਼ਾਹ। ਉਹ ਕਵੀਸ਼ਰੀ ਦਾ ਬਾਬਾ ਬੋੜ ਸੀ। ਭਾਸ਼ਾ ਵਿਭਾਗ ਪੰਜਾਬ ਨੇ ਉਹਨੂੰ ਸ਼੍ਰੋਮਣੀ ਕਵੀਸ਼ਰ ਦੇ ਖਿਤਾਬ ਨਾਲ ਸਨਮਾਨਿਆ। ਉਹਦੀ ਕਵੀਸ਼ਰੀ ਨੇ ਦੇਸ਼ ਵਿਦੇਸ਼ਾਂ 'ਚ ਧੁੰਮਾਂ ਪਾਈ ਰੱਖੀਆਂ ਤੇ ਲੱਖਾਂ ਸਰੋਤਿਆਂ ਨੂੰ ਕੀਲੀ ਰੱਖਿਆ। ਉਹਨੇ ਸ਼ਾਇਰਾਂ ਦੀ ਜ਼ੁਬਾਨ 'ਚ ਮਿਠਾਸ ਭਰਨ ਦੀ ਬੰਦਨਾ ਕਰਕੇ ਲੱਖਾਂ ਕਰੋੜਾਂ ਸਰੋਤਿਆਂ ਦੇ ਮਨਾਂ ਦੀ ਕੁੜੱਤਣ ਦੂਰ ਕੀਤੀ। ਜਦੋਂ ਪੰਜਾਬ ਦੀ ਸਮੁੱਚੀ ਗਾਇਨ ਕਲਾ ਦਾ ਇਤਿਹਾਸ ਲਿਖਿਆ ਗਿਆ ਤਾਂ ਉਸ ਵਿੱਚ ਪਾਰਸ ਦੀ ਰਚਨਾ ਤੇ ਉਹਦੇ ਕਵੀਸ਼ਰੀ ਢਾਡੀ ਜਥਿਆਂ ਦੇ ਗਾਇਨ ਦਾ ਸਥਾਨ ਮੁੰਦਰੀ 'ਚ ਨਗ ਵਾਂਗ ਹੋਏਗਾ। ਉਹ ਵੀ ਦਿਨ ਸਨ ਜਦੋਂ ਬਨੇਰਿਆਂ ਤੇ ਸਪੀਕਰਾਂ ਵਿੱਚੋਂ ਕਵੀਸ਼ਰੀ ਗੂੰਜਦੀ ਹੁੰਦੀ ਸੀ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨ ਦਾ ਮੇਲਾ। ਕਿੰਨੀ ਸਾਦੀ ਪੰਕਤੀ ਹੈ ਤੇ ਕਿੰਨੇ ਡੂੰਘੇ ਅਰਥ ਹਨ ਇਹਦੇ। ਇਸੇ ਤਰ੍ਹਾਂ ਦਾ ਛੰਦ ਸੀ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਉਹਦੀ ਕਵੀਸ਼ਰੀ 'ਚ ਅਜਬ ਜਾਦੂ ਸੀ ਜਿਹੜਾ ਸਿਰ ਚੜ੍ਹ ਕੇ ਬੋਲਦਾ ਸੀ। ਰਣਜੀਤ ਸਿੰਘ ਸਿੱਧਵਾਂ ਦੀ ਟੱਲੀ ਵਾਂਗ ਟਣਕਦੀ ਆਵਾਜ਼ ਸਰੋਤਿਆਂ ਦੇ ਦਿਲਾਂ 'ਚ ਤਰੰਗਾਂ ਛੇੜਦੀ ਸੀ। ਉਹ ਦੋਹਰਾ ਲਾਉਂਦਾ ਸੀ, ਔੜ ਮੰਗੇ ਘੁਮਿਆਰ ਤੇ ਜੱਟ ਮੰਗੇ ਬਰਸਾਤ, ਮੰਗੇ ਚੰਨ ਚਕੋਰਨੀ ਚੋਰ ਹਨੇਰੀ ਰਾਤ। ਚਕੋਰਨੀ ਦਾ ਆਲਾਪ ਲੈਂਦਿਆਂ ਉਹ ਆਪਣੀ ਆਵਾਜ਼ 7ਵੇਂ ਅਸਮਾਨ ਤੇ ਲੈ ਜਾਂਦਾ ਸੀ। ਉੱਚੀ ਹੇਕ 'ਚ ਜੀਵਨ ਦੀਆਂ ਅਟੱਲ ਸੱਚਾਈਆਂ ਪੇਸ਼ ਕਰਦਾ ਸੀ। ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਫਾਕ ਦੀ ਖੁੱਲ੍ਹ ਜਾਵੇ, ਨਾਲ ਮੰਤਰਾਂ ਨਹੀਂ ਮਸ਼ਾਲ ਮਚਦੀ, ਤੇਲ ਮੁੱਕਿਆ ਦੀਵਾ ਹੋ ਗੁੱਲ ਜਾਵੇ। ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ 'ਚ ਡੁੱਲ ਜਾਵੇ। ਮਾਰਿਆਂ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਜਬਰ ਜਹਾਨ ਦਾ ਕੁੱਲ ਜਾਵੇ। ਪਾਰਸਾ ਮਿਟ ਜਾਂਦੀ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। 1948-49 'ਚ ਮੈਂ ਪਾਰਸ ਹੋਰਾਂ ਦੀ ਕਵੀਸ਼ਰੀ ਪਹਿਲੀ ਵਾਰ ਸੁਣੀ ਸੀ।
ਉਹ ਸਾਡੇ ਪਿੰਡ ਚੱਕਰ ਨਗਰ ਕੀਰਤਨ 'ਚ ਆਏ ਸਨ। ਮੈਂ ਉਦੋਂ 8-9 ਸਾਲਾਂ ਦਾ ਸਾਂ ਤੇ ਪ੍ਰਾਇਮਰੀ ਸਕੂਲੇ ਪੜ੍ਹਦਾ ਸਾਂ। ਉਦੋਂ ਦੀ ਸੁਣੀ ਕਵੀਸ਼ਰੀ ਮੈਨੂੰ ਅੱਜ ਵੀ ਯਾਦ ਹੈ। ਭਰਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ ਲੱਗ ਜੇ ਸਭਾ 'ਚ ਫੁੱਲ ਝੜੀ ਛੰਦਾਂ ਦੀ। ਇਹਦਾ ਜ਼ਿਕਰ ਮੈਥੋਂ ਆਪਣੀ ਸਵੈ ਜੀਵਨੀ ਹੱਸਦਿਆਂ ਖਲੰਦਿਆਂ 'ਚ ਆਪ ਮੁਹਾਰੇ ਹੋ ਗਿਆ। ਉਹਦੇ ਸਾਥੀ ਰਣਜੀਤ ਸਿੰਘ ਸਿੱਧਵਾਂ ਨੇ ਕੰਨ ਤੇ ਹੱਥ ਰੱਖ ਕੇ ਉੱਚੀ ਆਵਾਜ਼ 'ਚ ਦੋਹਰਾ ਲਾਇਆ ਸੀ, ਕਰੇ ਜ਼ੁਲਮ ਜਾਂ ਜ਼ਾਲਮਾਂ ਧਰਤੀ ਹੋਈ ਲਾਚਾਰ, ਅੱਗੇ ਸਿਰਜਣਹਾਰ ਦੇ ਡਾਢੀ ਕਰੇ ਪੁਕਾਰ। ਫਿਰ ਵਾਰੀ ਨਾਲ ਰਣਜੀਤ ਸਿੰਘ ਕੱਲਾ ਤੇ ਪਾਰਸ ਤੇ ਚੰਦ ਸਿੰਘ ਜੰਡੀ ਰਲ ਕੇ ਗਾਉਂਦੇ ਰਹੇ। ਰਣਜੀਤ ਸਿੰਘ ਦੀ ਆਵਾਜ਼ ਤਿੱਖੀ ਸੁਰੀਲੀ ਸੀ, ਚੰਦ ਸਿੰਘ ਦੀ ਭਾਰੀ ਪਰ ਪਾਰਸ ਦੀ ਕੁਝ ਘੱਗੀ ਸੀ। ਪਾਰਸ ਗਾਉਣ ਨਾਲੋਂ ਭਾਸ਼ਣ ਕਰਨ ਦੀ ਭੂਮਿਕਾ ਵਧੀਆ ਬੰਦਾ ਸੀ। ਮੈਂ ਹੈਰਾਨ ਹਾਂ ਕਿ 67 ਸਾਲ ਪਹਿਲਾਂ ਉਹਦੇ ਕਵੀਸ਼ਰੀ ਜਥੇ ਦੇ ਮੂੰਹੋਂ ਸੁਣਿਆ, ਬਿਨ ਵਿਦਿਆ ਦੇ ਹੈ ਕਰਤੂਤਾਂ ਪਸ਼ੂਆਂ ਦੀਆਂ, ਹਨੇਰਾ ਢੋਣੇ ਭਾਰਤ ਵਰਸ਼ ਦੀਆਂ, ਮੈਨੂੰ ਹੂਬਹੂ ਯਾਦ ਹੈ। ਮੈਨੂੰ ਅੱਜ ਵੀ ਉਵੇਂ ਹੀ ਸਟੇਜ ਤੇ ਗਾਉਂਦੇ ਦਿਸ ਰਹੇ ਹਨ। ਉਹਨਾਂ ਦੇ ਬੋਲ ਕੰਨਾਂ 'ਚ ਉਵੇਂ ਹੀ ਗੂੰਜ ਰਹੇ ਹਨ। ਬੜੇ ਸਾਲ ਬੀਤ ਗਏ ਹਨ ਪਰ ਭਾਰਤ ਅਜੇ ਵੀ ਹਨੇਰਾ ਢੋ ਰਿਹਾ ਤੇ ਪਤਾ ਨਹੀਂ ਕਦੋਂ ਤੱਕ ਢੋਂਦਾ ਰਹੇਗਾ। ਪਤਾ ਨਹੀਂ ਕਦੋਂ ਜਾਗੇਗਾ ਗਫਲਤ ਦੀ 20ਵੀਂ ਗੂੜੀ ਨੀਂਦੇ ਸੁੱਤਾ ਸਾਡਾ ਮਹਾਨ ਭਾਰਤ। ਪਾਰਸ ਹੋਰੀ ਗਾਉਂਦੇ ਤੇ ਜਗਾਉਂਦੇ ਤੁਰ ਗਏ। ਪੰਜਾਬ ਦੀਆਂ ਰਵਾਇਤੀ ਗਾਇਨ ਸ਼ੈਲੀਆਂ 'ਚ ਕਵੀਸ਼ਰੀ ਦਾ ਸਿਰ ਕੱਢਵਾਂ ਮੁਕਾਮ ਰਿਹਾ। ਕਵੀਸ਼ਰੀ ਦੇ ਛੰਦਾਂ, ਪ੍ਰਸੰਗਾਂ ਤੇ ਵੰਨਗੀਆਂ ਦਾ ਕੋਈ ਅੰਤ ਨਹੀਂ। ਵਿਸ਼ੇ ਵੀ ਅਨੇਕਾਂ ਪ੍ਰਕਾਰ ਦੇ ਹਨ। ਵਿੱਚੇ ਰੋਮਾਂਸ, ਵਿੱਚੇ ਬੀਰਤਾ, ਧਾਰਮਿਕਤਾ, ਹਾਸ ਵਿਅੰਗ ਤੇ ਵਿੱਚੇ ਸਮਾਜ ਸੁਧਾਰ। ਪਾਰਸ ਦਾ ਜਥਾ ਦਹੂਦ ਬਾਦਸ਼ਾਹ ਤੋਂ ਲੈ ਕੇ ਕੌਲਾਂ ਭਗਤਣੀ ਤੱਕ, ਆਜ਼ਾਦੀ ਦੇ ਸੱਚੇ ਆਸ਼ਿਕ ਤੋਂ ਜਾਨੀ ਚੋਰ ਤੱਕ, ਸਾਮਰਾਜ ਤੋਂ ਸਮਾਜਵਾਦ, ਵਹਿਮਾਂ ਭਰਮਾਂ ਤੋਂ ਤਰਕਵਾਦ ਤੇ ਹਿੰਦੂ ਮਿਥਿਹਾਸ ਤੋਂ ਸਿੱਖ ਇਤਿਹਾਸ ਤੱਕ ਸਭ ਕੁਝ ਗਾਉਂਦਾ ਰਿਹਾ। ਜਿਨ੍ਹਾਂ ਨੇ ਇਹ ਗਾਉਣ ਸੁਣੇ ਹਨ ਉਹਨਾਂ ਦੇ ਲਹੂ ਤੇ ਸਾਹਾਂ 'ਚ ਸਮਾਏ ਹੋਏ ਹਨ। ਉਹਨਾਂ ਦਾ ਰਿਕਾਰਡ ਕੀਤਾ ਤਬਾਹ, ਕਿਉਂ ਫੜੀ ਸਿਪਾਹੀਆਂ ਨੇ, ਭੈਣੋ ਇਹ ਹੰਸਾਂ ਦੀ ਜੋੜੀ, ਵਰ੍ਹਿਆਂ ਬੱਧੀ ਫਿਜ਼ਾਵਾਂ 'ਚ ਗੂੰਜਦਾ ਰਿਹਾ। ਉਹਦੀ ਵਿਕਰੀ 1.5 ਲੱਖ ਤੋਂ ਟੱਪ ਗਈ ਸੀ। ਪੰਜਾਬ ਦਾ ਕੋਈ ਪਿੰਡ, ਕੋਈ ਬਨੇਰਾ ਨਹੀਂ ਹੋਏਗਾ ਜਿੱਥੇ ਉਹਦੀਆਂ ਗੂੰਜਾਂ ਨਾ ਪਈਆਂ ਹੋਣ। ਉਹਦਾ ਦੂਜਾ ਪਾਸਾ ਸੀ ਦੁਨੀਆ ਚੌਂਕ ਦਿਨ ਦਾ ਮੇਲਾ। ਫਲ ਟਹਿਣੀ ਲੱਗਣੇ ਨਾ, ਵਾਪਸ ਲਹਿਰਾਂ ਕਦੇ ਨਾ ਮੁੜੀਆਂ, ਕੱਠ ਨਾਲ ਸਬੱਬਾਂ ਦੇ ਬੇੜੀ ਪੂਰ ਤਰਿੰਜਣੀ ਕੁੜੀਆਂ, ਨੱਚ ਰਹੀਆਂ ਪੂਤਲੀਆਂ, ਜਗਤ ਮਦਾਰੀ ਵਾਲਾ ਖੇਲਾ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨ ਦਾ ਮੇਲਾ। ਪਾਰਸ ਨੇ 50-55 ਕਿੱਸੇ ਤੇ ਪ੍ਰਸੰਗ ਰਚੇ ਤੇ ਫੁਟਕਲ ਕਵੀਸ਼ਰੀ ਵੀ ਜੋੜਦਾ ਰਿਹਾ। ਪੂਰਨ ਭਗਤ, ਕੌਲਾਂ ਭਗਤਣੀ, ਤਾਰਾ ਰਾਣੀ, ਸਰਵਣ ਪੁੱਤ, ਹੀਰ ਰਾਂਝਾ, ਨੇਤਾ ਜੀ ਸੁਭਾਸ਼ ਚੰਦਰ ਬੋਸ, ਬਿਧੀ ਚੰਦ ਦੇ ਘੋੜੇ, ਮੌਤ ਦਾ ਰਾਗ, ਰੂਪ ਬਸੰਤ, ਆਜ਼ਾਦੀ ਦਾ ਸੱਚਾ ਆਸ਼ਕ ਤੇ ਦਾਊਦ ਬਾਦਸ਼ਾਹ ਕਿੱਸੇ ਬੜੇ ਮਕਬੂਲ ਹੋਏ। ਦਾਊਦ ਬਾਦਸ਼ਾਹ ਦਾ ਕਿੱਸਾ ਪਾਰਸ ਨੇ ਮੋਗੇ ਦੇ ਕਿਸ਼ਨ ਸਿੰਘ ਹਮੀਰ ਸਿੰਘ ਨੂੰ ਚਾਹ ਦੀ ਬਾਟੀ ਬਦਲੇ ਪ੍ਰਕਾਸ਼ਿਤ ਕਰਨਾ ਦੇ ਦਿੱਤਾ ਸੀ। ਚਾਹ ਦੀ ਬਾਟੀ ਬਦਲੇ ਦਿੱਤਾ ਉਹ ਕਿੱਸਾ 2 ਲੱਖ ਦੀ ਗਿਣਤੀ 'ਚ ਵਿਕਿਆ। ਉਹਦੇ ਸਾਰੇ ਕਿੱਸੇ ਦਾ 10 ਲੱਖ ਤੋਂ ਵੀ ਵੱਧ ਵਿਕ ਗਏ ਹੋਣਗੇ। ਰਾਮੂ ਵਾਲੀਆ ਜਥੇ ਦੇ ਭਰਾਏ 22 ਰਿਕਾਰਡ ਵੀ ਲੱਖਾਂ ਦੀ ਗਿਣਤੀ 'ਚ ਵਿਕੇ ਨੇ ਤੇ ਹਰਭਜਨ ਮਾਨ ਹੋਰਾਂ ਨੇ ਤਾਂ ਉਹਦੀ ਕਵੀਸ਼ਰੀ ਕੁੱਲ ਦੁਨੀਆ 'ਚ ਪਹੁੰਚਾ ਦਿੱਤੀ। 2014 'ਚ ਪਾਰਸ ਰਚਨਾਵਲੀ ਦਾ ਭਾਗ 1 ਜਗ ਜੰਕਸ਼ਨ ਰੇਲਾਂ ਦਾ ਨਾਂ ਦੀ ਪੁਸਤਕ 'ਚ ਪ੍ਰਕਾਸ਼ਿਤ ਹੋ ਗਿਆ। ਉਮੀਦ ਹੈ ਉਹਦੀ ਸਾਰੀ ਰਚਨਾ ਪੁਸਤਕਾਂ ਦੇ ਰੂਪ 'ਚ ਛਪ ਜਾਏਗੀ, ਜੋ ਪੰਜਾਬੀ ਕਵੀਸ਼ਰੀ ਦਾ ਅਨਮੋਲ ਖਜ਼ਾਨਾ ਹੋਏਗਾ। ਪਾਰਸ ਦੀਆਂ ਰਚੀਆਂ ਤੇ ਗਾਈਆਂ ਅਨੇਕਾਂ ਪੰਕਤੀਆਂ ਲੋਕਾਂ ਦੇ ਮੂੰਹ ਚੜ੍ਹੀਆਂ ਹੋਈਆਂ ਹਨ। ਕਿਉਂ ਫੜੀ ਸਿਪਾਹੀਆਂ ਨੇ, ਭੈਣੋ ਇਹ ਹੰਸਾਂ ਦੀ ਜੋੜੀ, ਕਲਗੀਧਰ ਦੇ ਲਾਡਲੇ ਪਾ ਗਏ ਸ਼ਹੀਦੀ, ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਕਦੇ ਇਸ਼ਕ ਨਹੀਂ ਛੁਪਦਾ ਛੁਪਾਇਆ ਜੱਗ ਤੋਂ, ਗਈ ਥਲ ਵਿੱਚ ਭੁੜਥਾ ਹੋ ਸੱਸੀ ਪੁੰਨਣਾ ਪੁੰਨਣਾ ਕਰਦੀ, ਜੋਗੀ ਉੱਤਰ ਪਹਾੜੋਂ ਆਏ ਪਿੱਛਿਆ ਤੂੰ ਪਾ ਦੇ ਸੁੰਦਰਾ, ਹੁਣ ਜਾਂਦੀ ਵਾਰੀ ਦੀ ਦੇ ਜਾ ਪੂਰਨ ਪੁੱਤ ਨੂੰ ਲੋਰੀ, ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ, ਨਿੰਮ ਦਾ ਮਾਣ ਕਰੀ ਨਾ ਹੀਰੇ ਤੋਤਿਆਂ ਨੂੰ ਬਾਗ ਬੜੇ, ਸੱਸੀ ਦੀ ਮਾਂ ਆਖੇ ਧੀਏ ਇਸ਼ਕ ਦੀ ਬੁਰੀ ਬਿਮਾਰੀ, ਤੇਰੇ ਹੇਠ ਜੰਡੋਰਿਆ ਮੈਂ ਹੋ ਗਈ ਰੰਡੀ, ਗੁੱਝੇ ਨੇਤਰ ਨਹੀਂ ਰਹਿੰਦੇ ਠੱਗ ਚੋਰ ਯਾਰ ਦੇ,
ਚੱਲ ਦਾਨਾਬਾਦ ਚੱਲੀਏ ਮਿਰਜ਼ਿਆ, ਚੜੀਆਂ ਆਉਂਦੀਆਂ ਵਾਰਾਂ। ਦੱਸ ਬੋਲ ਜ਼ਬਾਨੋਂ ਨੀ, ਬਕੀਏ ਕਿੱਥੇ ਮਿਰਜ਼ਾ ਮੇਰਾ। ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਏ ਦੀ ਰਚਨਾ ਪਾਰਸ ਨੇ ਬਠਿੰਡੇ ਦੇ ਰੇਲਵੇ ਜੰਕਸ਼ਨ ਤੇ ਕੀਤੀ ਸੀ। ਉਹ ਦੱਸਦਾ ਹੁੰਦਾ ਸੀ ਕੇਰਾਂ ਅਸੀਂ ਬਠਿੰਡੇ ਤੋਂ ਜਾਖਲ ਨੂੰ ਜਾਣ ਵਾਲੀ ਗੱਡੀ ਉਡੀਕ ਰਹੇ ਸੀ। ਉੱਤੋਂ ਖਾੜਾ ਲਾਉਣਾ ਸੀ। ਗੱਡੀਆਂ ਆਈ ਜਾਂਦੀਆਂ ਜਾਈ ਜਾਂਦੀਆਂ। ਅਸੀਂ ਪਲੇਟਫਾਰਮ ਤੇ ਬੈਂਚ ਤੇ ਬੈਠੇ ਸਾਂ ਕਿ ਇੱਕ ਗੱਡੀ ਸਾਡੇ ਸਾਹਮਣੇ ਆ ਕੇ ਰੁਕੀ। ਕੋਈ ਉਤਰਨ ਲੱਗਾ, ਕੋਈ ਚੜ੍ਹਨ ਲੱਗਾ। ਇੱਕ ਲਾੜੇ ਨਾਲ ਸੱਜ ਮੁਕਲਾਈ ਉਤਰੀ ਤਾਂ ਉਹਦਾ ਚਾਅ 'ਚ ਚੂੜਾ ਛਣਕਿਆ। ਇੱਕ ਜਾਨੀ ਦੀ ਭੱਜ ਕੇ ਗੱਡੀ ਚੜ੍ਹਨ ਲੱਗੇ ਦੀ ਡੱਬ 'ਚੋਂ ਬੋਤਲ ਡਿੱਗ ਪਈ। ਮਕਾਨ ਚੱਲੀ ਇੱਕ ਬੁੜੀ ਦਾ ਘੱਗਰਾ ਡਿੱਗ ਪਿਆ। ਗਾਰਡ ਨੇ ਝੰਡੀ ਹਿਲਾਈ ਤੇ ਵਿਸਲ ਮਾਰ ਦਿੱਤੀ। ਪਾਰਸ ਦਾ ਕਵੀ ਮਨ ਟੁੰਬਿਆ ਗਿਆ। ਉਹਨੂੰ ਪੰਗਤੀਆਂ ਫੁਰੀਆਂ। ਰਲ ਸੰਗ ਕਾਫਲੇ ਦੇ ਛੇਤੀ ਬਨ ਬਿਸਤਰਾ ਕਾਫਰ। ਕੋਈ ਪਹਿਲੀ ਡਾਕ ਚੜ੍ਹੇ, ਬਾਕੀ ਟਿਕਟਾਂ ਲੈਣ ਮੁਸਾਫਰ। ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾਂ ਪਿਆ ਵਜਾਵੇ। ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਘਰ ਨੂੰ ਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ। ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ। ਕਿਤੇ ਜ਼ੋਰ ਮਕਾਨਾਂ ਦਾ, ਕਿਧਰੇ ਹੁੰਦੇ ਵਿਆਹ ਮੁਕਲਾਵੇ। ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਚੰਦ ਸੂਰਜ ਦਿਨ ਰਾਤੀ, ਭੱਜੇ ਫਿਰਦੇ ਅੱਗੜ ਪਿਛਾੜੀ। ਰੁੱਤ ਬਦਲ ਬਦਲ ਆਵੇ, ਬੀਜਣ ਸਾਉਣੀ ਵੱਢਣ ਹਾੜੀ। ਪਿੜ ਮਾਲਕ ਸਾਂਭਣਾ, ਪੱਲੇ ਤੁਰਨ ਝਾੜ ਕੇ ਲਾਵੇ। ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਉਹ 28 ਜੂਨ 1916 ਨੂੰ ਆਪਣੇ ਨਾਨਕੇ ਪਿੰਡ ਮਹਿਰਾਜ 'ਚ ਜੰਮਿਆ ਸੀ। ਮਹਿਰਾਜ ਨੂੰ ਉਦੋਂ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਸੀ, ਹੁਣ ਬਠਿੰਡਾ ਲੱਗਦਾ ਹੈ। ਉਹ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਤਾਰਾ ਸਿੰਘ ਦੇ ਘਰ ਪੈਦਾ ਹੋਇਆ ਸੀ। ਦਾਦੀ ਦਾ ਨਾਮ ਭੋਲੀ ਸੀ ਤੇ ਦਾਦੇ ਦਾ ਹਰਨਾਮ ਸਿੰਘ। ਦਾਦਾ ਕਿੱਸਿਆਂ ਦਾ ਪ੍ਰੇਮੀ ਸੀ। ਪਹਿਲੀ ਆਲਮੀ ਜੰਗ ਜ਼ੋਰਾਂ ਤੇ ਸੀ। ਬਸਰੇ ਦੀ ਲਾਮ ਲੱਗੀ ਹੋਈ ਸੀ। ਮਾਂ ਦੱਸਦੀ ਹੁੰਦੀ ਸੀ ਕਿ ਉਹਦਾ ਜਨਮ ਬੁੱਧਵਾਰ ਦੀ ਪੂਰਨਮਾਸ਼ੀ ਦੀ ਰਾਤ ਨੂੰ ਤੜਕੇ ਕੁੱਕੜ ਦੀ ਬਾਂਗ ਨਾਲ ਹੋਇਆ ਸੀ। ਨਾਨਕਿਆਂ ਨੇ ਉਹਦਾ ਨਾਂ ਗਮਦੂਰ ਸਿੰਘ ਰੱਖਿਆ ਸੀ, ਪਰ ਦਾਦਕਿਆਂ ਨੇ ਕਰਨੈਲ ਸਿੰਘ ਰੱਖ ਲਿਆ। ਉਦੋਂ ਬੱਚਿਆਂ ਦੇ ਕਰਨੈਲ ਜਰਨੈਲ ਵਰਗੇ ਨਾਂ ਉਹਨਾਂ ਨੂੰ ਵੱਡੇ ਫੌਜੀ ਅਫਸਰ ਚਿਤਵ ਕੇ ਰੱਖੇ ਜਾਂਦੇ ਸਨ। ਕਰਨੈਲ ਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਉਹ ਫੌਜ ਦਾ ਕਰਨੈਲ ਨਹੀਂ, ਕਵੀਸ਼ਰੀ ਦਾ ਜਰਨੈਲ ਬਣੇਗਾ। ਉਹਦੇ ਮਾਪੇ ਜਵਾਨੀ 'ਚ ਹੀ ਗੁਜ਼ਰ ਗਏ ਸਨ। ਯਤੀਮ ਬਾਲਕ ਨੂੰ ਅੰਤਾਂ ਦੇ ਮਾੜੇ ਦਿਨ ਵੇਖਣੇ ਪਏ। ਉਹਦੀਆਂ 3 ਭੈਣਾਂ ਸਨ। ਨਿੱਕੇ ਹੁੰਦੇ ਦੇ ਸਿਰ ਹੀ ਕਬੀਲਦਾਰੀ ਦਾ ਬੋਝ ਪੈ ਗਿਆ। ਉਹ ਸਕੂਲ ਨਹੀਂ ਜਾ ਸਕਿਆ ਤੇ ਨਾ ਹੀ ਬਚਪਨ ਦੀਆਂ ਖੇਡਾਂ ਖੇਡ ਸਕਿਆ। ਉਹ ਦੱਸਦਾ ਹੁੰਦਾ ਸੀ, ਮੈਨੂੰ ਅਜੇ ਵੀ ਦਿਸ ਰਿਹਾ ਹੈ, ਛੱਪੜ ਦੇ ਨਾਲ ਇੱਕ ਡੇਰਾ ਹੈ। ਟਾਹਲੀ ਹੇਠਾਂ ਰਾਜਸਥਾਨ ਦੇ ਓਡ ਟੱਪਰੀ ਵਾਸ ਡੇਰਾ ਲਾਈ ਬੈਠੇ ਆ। ਵੱਡੇ ਵੱਡੇ ਉਹਨਾਂ ਦੇ ਕੁੱਤੇ ਆਪਣਾ ਸ਼ਿਕਾਰ ਸੁੰਘਦੇ ਫਿਰਦੇ ਹੈ। ਡੇਰੇ ਵਿੱਚੋਂ ਕੁਝ ਬਾਲ ਛੱਪੜ ਤੇ ਫੱਟੀਆਂ ਪੋਚ ਕੇ ਹਵਾ 'ਚ ਘੁਮਾ ਕੇ ਗਾਈ ਜਾਂਦੇ ਹੈ, ਸੂਰਜਾ ਸੂਰਜਾ ਫੱਟੀ ਸੁਕਾ ਨਹੀਂ ਸੁਕਾਣੀ ਘਰ ਨੂੰ ਜਾ। ਉਹਨਾਂ ਤੋਂ ਥੋੜ੍ਹਾ ਹਟ ਕੇ ਇੱਕ ਬਾਲਕ ਖੜਾ ਹੈ, ਪੈਰੋਂ ਨੰਗਾ, ਤੇੜ ਕੱਛਾ, ਗਲ 'ਚ ਟੁੱਟੇ ਬਟਨਾਂ ਵਾਲਾ ਝੱਗਾ। ਉਹਦਾ ਵੀ ਜੀਅ ਕਰਦਾ ਉਹਦੇ ਹੱਥ 'ਚ ਫੱਟੀ ਹੋਵੇ, ਉਹ ਵੀ ਪੜ੍ਹੇ, ਉਹ ਵੀ ਫੱਟੀ ਲਿਖੇ, ਛੱਪੜ ਤੇ ਧੋਵੇ, ਫਿਰ ਸੁਕਾਵੇ ਤੇ ਗਾਵੇ, ਸੂਰਜਾ ਸੂਰਜਾ ਫੱਟੀ ਸੁਕਾ। ਉਦੋਂ ਮੇਰੇ ਵੀ ਬਾਲ ਮਨ 'ਚ ਉੱਡਾਂ ਦੇ ਕੁੱਤਿਆਂ ਵਰਗੀ ਬੇਚੈਨੀ ਸੀ। ਮੈਂ ਹਰ ਰੋਜ਼ ਜਾਣਾ ਛੱਪੜ ਨੇੜੇ ਤੇ ਬੱਚਿਆਂ ਵੱਲ ਦੇਖਦੇ ਰਹਿਣਾ। ਫਿਰ ਮੈਂ ਇੱਕ ਪੈਂਤੜਾ ਘੜਿਆ। ਨਿੱਕਿਆਂ ਮੁੰਡਿਆਂ ਨਾਲ ਯਾਰੀ ਲਾਈ। ਜਦੋਂ ਛੱਪੜ ਤੇ ਆਉਂਦੇ ਮੈਂ ਉਹਨਾਂ ਤੋਂ ਊੜਾ ਆੜਾ ਸਿੱਖਣ ਲੱਗ ਜਾਂਦਾ। ਉਹ ਜਿੰਨਾ ਦੱਸ ਕੇ ਜਾਂਦੇ ਮੈਂ ਯਾਦ ਕਰ ਲੈਂਦਾ। ਜਦੋਂ ਸਾਰੀ ਪੈਂਤੀ ਯਾਦ ਹੋ ਗਈ ਤਾਂ ਮੈਂ ਡੇਰੇ ਬਾਬਾ ਕ੍ਰਿਸ਼ਨਾਨੰਦ ਦੇ ਚਰਨਾਂ 'ਚ ਜਾ ਮੱਥਾ ਟੇਕਿਆ। ਉਹ ਧੂੜਕੋਟ ਦਾ ਨੇਤਰਹੀਣ ਮਹੰਤ ਸੀ। ਉਹਨੇ ਕਿਹਾ, 1 ਰੁਪਈਆ ਮੱਥਾ ਟੇਕੇਗਾ ਤਾਂ 5 ਪੌੜੀਆਂ ਦਾ ਪਹਿਲਾ ਸਬਕ ਦੇਊਂਗਾ। ਮੈਂ ਚਾਚੇ ਤੋਂ ਚੋਰੀਓਂ ਦਾਣੇ ਹੱਟੀ ਸਿੱਟੇ ਤੇ ਰੁਪਈਆ ਵੱਟ ਕੇ 5 ਪੌੜੀਆਂ ਦਾ ਸਬਕ ਲਿਆ। ਫਿਰ 3 ਘੰਟਿਆਂ ਵਿੱਚ ਹੀ ਜ਼ਬਾਨੀ ਯਾਦ ਕਰਕੇ ਜਾ ਸੁਣਾਇਆ ਕ੍ਰਿਸ਼ਨਾਨੰਦ ਨੂੰ। ਕ੍ਰਿਸ਼ਨਾਨੰਦ ਆਂਦਾ, ਤੇਰੀ ਪੜ੍ਹਾਈ ਪੂਰੀ ਹੋ ਗਈ, ਜਾ ਹੁਣ। ਮੈਂ ਕਿਹਾ, ਮੈਨੂੰ 5 ਪੌੜੀਆਂ ਦਾ ਸਬਕ ਹੋਰ ਦੇ। ਆਂਦਾ, ਇੰਨਾ ਹੀ ਹੁਕਮ ਹੈ। ਕਾਫੀ ਜ਼ਿੱਦ ਕਰਕੇ ਕੁਝ ਦਿਨਾਂ ਬਾਅਦ ਆਨਾ ਲੈ ਕੇ ਕ੍ਰਿਸ਼ਨਾਨੰਦ ਦੇ 5 ਪੌੜੀਆਂ ਦਾ ਹੋਰ ਸਬਕ ਦਿੱਤਾ। ਮੈਂ ਉਹ ਵੀ ਯਾਦ ਕਰ ਲਿਆ। ਕ੍ਰਿਸ਼ਨਾਨੰਦ ਬਹੁਤ ਹੈਰਾਨ ਹੋਇਆ ਤੇ ਅਸ਼ੀਰਵਾਦ ਦਿੱਤੀ, ਤੂੰ ਤਾਂ ਪਾਰਸ ਹੈ। ਫਿਰ ਜਦੋਂ ਮੈਂ ਆਪ ਛੰਦ ਜੋੜਨ ਲੱਗ ਪਿਆ, ਮੈਂ ਆਪਣਾ ਨਾਂ ਕਰਨੈਲ ਸਿੰਘ ਤੋਂ ਕਰਨੈਲ ਸਿੰਘ ਪਾਰਸ ਰੱਖ ਲਿਆ। ਕਰਨੈਲ ਸਿੰਘ ਦੇ ਬਾਪ ਤੇ ਚਾਚੇ ਨੂੰ ਬਾਬੇ ਦੀ 36 ਘੁਮਾਨ ਜ਼ਮੀਨ ਮਿਲੀ ਸੀ। ਗੁਜ਼ਾਰੇ ਲਈ ਜ਼ਮੀਨ ਕਾਫੀ ਸੀ, ਪਰ ਉਹਦੇ ਬਾਪ ਤੇ ਅਤੇ
ਆਪਣੇ ਆਪ ਨੂੰ ਸਰਦਾਰਾਂ ਦਾ ਕਾਕਾ ਸਮਝਣ ਲੱਗ ਪਿਆ ਤੇ ਵੈਲਾਂ 'ਚ ਪੈ ਗਿਆ। ਉਹ ਆਪ ਤਾਂ ਨਸ਼ਾ ਪਾਣੀ ਕਰਦਾ ਹੀ ਸੀ, ਨਸ਼ਈ ਹੋਇਆ ਰਾਹ ਜਾਂਦੇ ਅਨਭੋੜਾਂ ਨੂੰ ਵੀ ਖੁਆਏ ਪਿਆਏ ਬਿਨਾਂ ਨਹੀਂ ਸੀ ਜਾਣ ਦਿੰਦਾ। ਉਹਨੇ ਨਿੱਤ ਤੋਲਾ ਫੀਮ ਖਾਣੀ। ਉਹਨੇ ਕੋਈ ਨਸ਼ਾ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ। ਘੁਮਾ ਕਰਕੇ ਸਾਰੀ ਜ਼ਮੀਨ ਗਹਿਣੇ ਧਰਤੀ। 1930 'ਚ 36 ਸਾਲ ਦੀ ਭਰ ਜਵਾਨੀ ਉਮਰੇ ਗੁਜ਼ਰ ਗਿਆ ਤੇ ਘਰ 'ਚ ਭੰਗ ਭੁੱਜਣ ਲੱਗੀ। 10 ਮਹੀਨਿਆਂ ਮਗਰੋਂ ਮਾਂ ਮਛੋਹਰ 4 ਬੱਚੇ ਵਿਲਕਦੇ ਛੱਡ ਕੇ ਪਰਲੋਕ ਜਾ ਸਿਧਾਰੀ। 3 ਭੈਣਾਂ ਦਾ ਵੱਡਾ ਭਰਾ ਕੈਲਾ ਉਦੋਂ 14 ਸਾਲ 10 ਮਹੀਨਿਆਂ ਦਾ ਸੀ। ਕਦੇ ਰੋਟੀ ਪੱਕਦੀ, ਕਦੇ ਨਾ ਪੱਕਦੀ। ਪਰਿਵਾਰ ਦੀ ਕਬੀਲਦਾਰੀ ਕੈਲੇ ਦੇ ਗਲ ਪੈ ਗਈ। ਵੇਲੇ ਕੁ ਵੇਲੇ ਕੈਲੇ ਦੀ ਗੁੰਮਟੀ ਵਾਲੀ ਭੂਆ ਤੇ ਫੁੱਫੜ ਉਹਨਾਂ ਦਾ ਡੰਗ ਸਾਰਦੇ। ਇੱਕ ਵਾਰ ਫੁੱਫੜ ਨੇ ਛੋਲਿਆਂ ਦਾ ਬੀਜ ਵੇਚ ਕੇ ਤੇ ਭੂਆ ਨੇ ਕੰਨਾਂ ਦੀਆਂ ਡੰਡੀਆਂ ਲਾਹ ਕੇ ਭਤੀਜੇ ਨੂੰ ਪੈਸੇ ਦਿੱਤੇ ਤੇ ਉਹ ਜ਼ਮੀਨ ਦੇ ਮੁਕੱਦਮੇ ਵਾਸਤੇ ਵਕੀਲ ਦੀ 11 ਰੁਪਏ ਫੀਸ ਭਰ ਸਕਿਆ। ਬੁਰਾ ਹਾਲ ਸੀ ਤੇ ਬਾਂਕੇ ਦਿਹਾੜੇ ਸਨ। ਬਾਪ ਦੀ ਧਰੀ ਹੋਈ ਜ਼ਮੀਨ ਛਡਾਉਂਦਿਆਂ ਉਹਦੀ ਅੱਧੀ ਉਮਰ ਲੱਗ ਗਈ। ਉਹ ਪੈਸੇ ਲਈ ਟੱਕਰਾਂ ਮਾਰਦਾ ਰਿਹਾ, ਕਮਾਈਆਂ ਕਰਦਾ ਰਿਹਾ। ਆਖਰ ਉਹ 12 ਕਿੱਲਿਆਂ ਦਾ ਮਾਲਕ ਬਣ ਗਿਆ। 12 ਕਿੱਲੇ। ਉਹਨਾਂ 12 ਕਿੱਲਿਆਂ ਨੇ ਉਹਦੇ ਚਲਾਣੇ ਪਿੱਛੋਂ ਉਹਦੀ ਔਲਾਦ 'ਚ ਪਟਕ ਪਾਇਆ। ਪਾਰਸ ਦਾ ਛੰਦ ਚੇਤੇ ਆ ਰਿਹਾ ਹੈ। ਲਾ ਬਹਿੰਦਾ ਮਨ ਅੰਦਰ ਤੰਬੂ, ਜਦ ਸ਼ੈਤਾਨ ਫਰਿਸ਼ਤਾ, ਬਦਲ ਦੇਵਦਾ ਵਿੱਚ ਦੁਸ਼ਮਣੀ, ਵੱਡਿਓਂ ਵੱਡਾ ਰਿਸ਼ਤਾ। ਸਕੇ ਭਰਾਵਾਂ ਵਿੱਚ ਪੈ ਜਾਂਦੇ, 100 ਕੋਹ ਦੇ ਪਾੜੇ, ਆਪਣਾ ਖੂਨ ਪਰਾਇਆ ਹੁੰਦਾ, ਜਦ ਆਉਂਦੇ ਦਿਨ ਮਾੜੇ। ਕਹੇ ਕਰਨੈਲ ਕਵੀਸ਼ਰ ਪਾਰਸ, ਗਾਉਣ ਵਾਲੇ ਕਈ ਜੱਥੇ, ਲੜਕੇ ਘਰੋਂ ਘਰੀ ਜਾ ਬਹਿੰਦੇ, ਮੁੜ ਨਾ ਲੱਗਦੇ ਮੱਥੇ। ਪੈਸੇ ਤੇ ਚੌਧਰ ਦੀ ਖਾਤਰ ਹੋ ਕੇ ਕਹੀ ਕੁਹਾੜੇ, ਆਪਣਾ ਖੂਨ ਪਰਾਇਆ ਹੁੰਦਾ, ਜਦ ਆਉਂਦੇ ਦਿਨ ਮਾੜੇ। ਕੁਦਰਤ ਦੇ ਰੰਗ ਵੇਖੋ। ਬਾਬਾ ਫੌਜਾ ਸਿੰਘ ਬਚਪਨ 'ਚ ਤੁਰ ਨਹੀਂ ਸੀ ਸਕਦਾ, ਪਰ ਬੁਢਾਪੇ 'ਚ ਖੂਬ ਦੌੜਿਆ। ਕਰਨੈਲ ਸਿੰਘ ਬਚਪਨ 'ਚ ਬਹੁਤਾ ਦੌੜਦਾ ਸੀ, ਜਦਕਿ ਬੁਢਾਪੇ 'ਚ ਤੁਰਨੋਂ ਫਿਰਨੋਂ ਰਹਿ ਗਿਆ ਸੀ। ਚੜ੍ਹਦੀ ਉਮਰੇ ਉਹਦਾ ਮੁਕਤਸਰ ਦਾ ਮੇਲਾ ਵੇਖਣ ਨੂੰ ਜੀਅ ਕੀਤਾ, ਪਰ ਜਾਣ ਲਈ ਕਿਤੋਂ ਕਿਰਾਇਆ ਨਾ ਮਿਲਿਆ। ਹਾਰ ਕੇ ਉਹ ਘਰੋਂ ਭੱਜਿਆ ਤੇ ਭੱਜਦਾ ਹੀ ਬਾਘੇ ਪੁਰਾਣੇ, ਕੋਟਕਪੂਰੇ ਤੇ ਸਰਾਏ ਨਾਗਾ ਵਿੱਚ ਦੀ ਮੁਕਤਸਰ ਪਹੁੰਚ ਗਿਆ। ਕਦੇ ਕਿਸੇ ਦੇ ਸਾਈਕਲ ਮਗਰ ਭੱਜਦਾ, ਕਦੇ ਕਿਸੇ ਦੇ ਟਾਂਗੇ ਮਗਰ ਦੌੜਦਾ। ਟਰੈਕਟਰ ਟਰਾਲੀਆਂ ਉਦੋਂ ਹੁੰਦੀਆਂ ਨਹੀਂ ਸਨ, ਨਹੀਂ ਤਾਂ ਕਿਸੇ ਦੀ ਟਰਾਲੀ ਤੇ ਚੜ੍ਹ ਜਾਂਦਾ। ਉਦੋਂ ਆਮ ਬੱਚੇ ਭੂਤਾਂ ਪ੍ਰੇਤਾਂ ਤੋਂ ਡਰਦੇ ਸਨ, ਪਰ ਉਹ ਭੂਤਾਂ ਦੇ ਡਰ ਨੂੰ ਨਹੀਂ ਸੀ ਮੰਨਦਾ। ਉਹ ਇਕੱਲਾ ਕਿਤੇ ਵੀ ਜਾਣ ਤੋਂ ਨਹੀਂ ਸੀ ਡਰਦਾ। ਉਹਨੂੰ ਸਾਧ ਨੂੰ ਪੈਸੇ ਦੇਣ ਵੇਲੇ ਹੀ ਪਤਾ ਲੱਗ ਗਿਆ ਸੀ ਕਿ ਕੋਈ ਗੈਬੀ ਤਾਕਤ ਨਹੀਂ ਹੈਗੀ ਕਿਤੇ। ਐਵੇਂ ਡੇਰਿਆਂ ਵਾਲਿਆਂ ਨੇ ਮਾਇਆ ਦਾ ਜਾਲ ਵਿਛਾਇਆ ਹੋਇਆ। ਉਹਨੂੰ ਪੌੜੀਆਂ ਦਾ ਪਾਠ 1 ਰੁਪਏ 1 ਆਨੇ 'ਚ ਮਿਲਿਆ ਸੀ। ਮੁਕਤਸਰ ਪਹੁੰਚਿਆ ਤਾਂ ਉਹ ਗੁਰਦੁਆਰਾ ਟੁੱਟੀ ਗੰਢੀ 'ਚ 3 ਆਨੇ ਦਿਹਾੜੀ ਤੇ ਤਲਾਅ ਦਾ ਪਹਿਰਾ ਦੇਣ ਲੱਗ ਪਿਆ। ਉਹਦੀ ਡਿਊਟੀ ਸੰਗਤਾਂ ਨੂੰ ਇਸ਼ਨਾਨ ਕਰਨ ਸਮੇਂ ਸਾਬਣ ਲਾਉਣੋਂ ਤੇ ਤਲਾਅ 'ਚ ਤਾਰੀਆਂ ਲਾਉਣੋਂ ਰੋਕਣ ਦੀ ਸੀ। ਉਹਦੇ ਇਵਜ਼ ਉਹਨੂੰ 2 ਵਾਰੀ ਬਾਟੀ ਭਰਵਿਆਂ 'ਚ ਕੜਾਹ ਮਿਲਦਾ ਤੇ ਆਥਣ ਨੂੰ 3 ਆਨੇ ਰੋਟੀ ਲੰਗਰ 'ਚੋਂ ਖਾ ਲੈਂਦਾ। ਉੱਥੇ ਉਹਦਾ ਰੋਡਿਆਂ ਵਾਲੇ ਕਵੀਸ਼ਰ ਮੋਹਨ ਸਿੰਘ ਨਾਲ ਮੇਲ ਹੋ ਗਿਆ। ਉਹਨੇ ਆਪਣੀ ਜੋੜੀ ਕਵੀਸ਼ਰੀ ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ ਵਿੱਚ ਸੁਣਾਈ ਤਾਂ ਮੋਹਨ ਸਿੰਘ ਨੇ ਉਹਨੂੰ ਆਪਣਾ ਸ਼ਾਗਿਰਦ ਬਣਾ ਲਿਆ ਤੇ ਜੱਥੇ 'ਚ ਪਾ ਲਿਆ। ਉਹ 6-7 ਵਰ੍ਹੇ ਉਹਦੇ ਜੱਥੇ ਨਾਲ ਰਿਹਾ। ਉਹ ਨਵੇਂ ਛੰਦ ਜੋੜਦਾ ਤੇ ਜੱਥੇ ਨਾਲ ਰਲ ਕੇ ਗਾਉਂਦਾ। ਜੱਥੇ ਨੂੰ ਇੱਕ ਖਾੜੇ ਦੇ 10 ਰੁਪਏ ਮਿਲਦੇ ਤਾਂ ਉਹਦੇ ਵਿੱਚੋਂ 1.5 ਰੁਪਇਆ ਪਾਰਸ ਨੂੰ ਮਿਲ ਜਾਂਦਾ। ਉਹਨੇ ਡੇਰੇ ਦੇ ਮਹੰਤ ਤੋਂ ਗੁਰਮੁਖੀ ਦੇ ਅੱਖਰ ਤਾਂ ਸਿੱਖੇ ਹੀ ਸਨ, ਹਿੰਦੀ ਤੇ ਉਰਦੂ ਦੇ ਅੱਖਰ ਉਠਾਉਣੇ ਆਪਣੇ ਆਪ ਸਿੱਖਿਆ। ਫਿਰ ਉਹਨੂੰ ਕੁਝ ਸ਼ਬਦ ਅੰਗਰੇਜ਼ੀ ਦੇ ਵੀ ਉਹਨੇ ਕੰਠ ਕੀਤੇ। ਰੋਡਿਆਂ ਵਾਲੇ ਜੱਥੇ ਨਾਲ ਲੱਗ ਕੇ ਉਹਦੀ ਵੀ ਮਾੜੀ ਮੋਟੀ ਭੱਲ ਬਣ ਗਈ। ਮੋਹਨ ਸਿੰਘ ਦੇ ਭਰਾ ਸੋਹਣ ਸਿੰਘ ਨਾਲ ਕਿਸੇ ਗੱਲੋਂ ਫਿੱਕ ਪਈ ਤਾਂ 1938 'ਚ ਉਹਨੇ ਆਪਣਾ ਵੱਖਰਾ ਜੱਥਾ ਬਣਾ ਲਿਆ। ਉਹਦੇ ਨਾਲ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਰਲ ਗਏ। ਰਣਜੀਤ ਸਿੰਘ ਉਹਨੂੰ ਤਖਤੂਪੁਰੇ ਦੇ ਮੇਲੇ 'ਚੋਂ ਮਿਲਿਆ ਸੀ। ਪਾਰਸ ਫਿਰ ਲੋਹੇ ਨੂੰ ਸੋਨਾ ਬਣਾਉਣ ਦੇ ਰਾਹ ਪੈ ਗਿਆ। ਉਹਦੇ ਜੱਥੇ ਨੇ ਕਵੀਸ਼ਰੀ ਕਰਨ ਦਾ ਕਠਨ ਰਿਆਜ਼ ਕੀਤਾ ਤੇ ਸਰੋਤਿਆਂ ਤੇ ਜਾਦੂਮਈ ਅਸਰ ਕਰਨ ਵਾਲੀ ਸ਼ਾਇਰੀ ਰਚੀ। ਸ਼ਬਦਾਂ ਦੇ ਉਚਾਰਨ ਨੂੰ ਸ਼ੁੱਧਤਾ ਬਖਸ਼ੀ। ਸਿੱਖਿਆਦਾਇਕ ਤੇ ਮਨੋਰੰਜਕ ਟੋਟਕੇ ਘੜੇ। ਕਵੀਸ਼ਰੀ 'ਚ ਨਵੀਆਂ ਪਿਰਤਾਂ ਪਾਈਆਂ। ਅਨੇਕਾਂ ਸ਼ਾਗਿਰਦਾਂ ਨੂੰ ਸਟੇਜ ਦੇ ਗੁਰਮੰਤਰ ਸਿਖਾਏ। ਚੇਲੇ ਬਾਲ ਕੇ ਬਣਾਏ। ਤਰਕ ਨਾਲ ਠੇਠ ਬੋਲੀ 'ਚ ਦਲੀਲਾਂ ਦਿੱਤੀਆਂ ਤੇ ਕਵੀਸ਼ਰੀ ਕਰਨ ਦੇ ਨਾਲ ਖੇਤੀਬਾਹੀ ਦੇ ਵੀ ਜੋਤਰੇ ਲਾਏ। ਕਵੀਸ਼ਰਾਂ ਨੇ ਉਹਦੀ ਉਸਤਤ ਵਿੱਚ ਛੰਦ ਗਾਏ। ਲੱਖਾਂ ਆਏ ਲੱਖਾਂ ਤੁਰ ਗਏ ਇਸ ਧਰਤੀ ਤੋਂ ਵਾਰਸ, ਕਾਵ ਕਲਾ ਦੇ ਰਤਨ ਮੋਲਕ, ਦਿੰਦੇ ਸਭ ਨੂੰ ਢਾਰਸ। ਮਾਂ ਬੋਲੀ ਦੇ ਲਾਡਲੇ, ਸਿੱਖ ਪੰਥ ਦੇ ਹੀਰੇ, ਨਹੀਂ ਭੁੱਲਣਾ ਦੁਨੀਆ ਦੇ
ਦਿਲ 'ਚੋਂ ਰਾਮੂ ਵਾਲੀਆ। ਪਾਰਸ ਨੂੰ ਮੱਦੋਕੇ ਦੇ ਗੁਰਦੁਆਰੇ ਤੋਂ ਅੰਮ੍ਰਿਤ ਛਕਿਆ ਸੀ। ਪਾਰਸ ਨੇ ਮੱਦੋਕੇ ਦੇ ਗੁਰਦੁਆਰੇ ਤੋਂ ਅੰਮ੍ਰਿਤ ਛਕਿਆ ਸੀ, ਜੋ ਰਾਮੂ ਵਾਲੇ ਪਹੁੰਚਦੇ ਹੀ ਟੁੱਟ ਗਿਆ ਸੀ। ਮੱਦੋਕੇ ਉਹ ਦੀਵਾਨ ਸੁਣਨ ਗਿਆ ਸੀ ਤੇ ਪ੍ਰਚਾਰਕਾਂ ਦਾ ਪ੍ਰੇਰਿਆ ਕਾਹਲੀ ਨਾਲ ਅੰਮ੍ਰਿਤ ਛਕਣ ਵਾਲਿਆਂ ਦੀ ਪੰਗਤ 'ਚ ਜਾ ਬੈਠਾ ਸੀ। ਮਨ ਅਜੇ ਚੰਚਲ ਸੀ, ਜਿਸ ਕਰਕੇ ਦੋਸਤਾਂ ਮਿੱਤਰਾਂ ਨਾਲ ਖਾਣ ਪੀਣ ਬਹਿ ਗਿਆ ਸੀ। ਉਹਦੇ ਵਿਆਹ ਮੰਗਣੇ ਦੀਆਂ ਗੱਲਾਂ ਚੱਲ ਪਈਆਂ ਸਨ। ਉਦੋਂ ਉਹਨਾਂ ਦਾ ਕੜੀਆਂ ਬਾਲਿਆਂ ਤੇ ਵਿੰਗ ਤੜੰਗੀਆਂ ਲਟੈਣਾ ਵਾਲਾ ਇੱਕੋ ਵੱਡਾ ਕੋਠਾ ਸੀ, ਜਿਸ ਵਿੱਚ ਤੂੜੀ ਵੀ ਰੱਖੀ ਜਾਂਦੀ, ਪਸ਼ੂ ਵੀ ਬੱਝਦੇ। ਉਹ ਖੇਤੀ ਕਰਦਾ, ਕਬੀਲਦਾਰੀ ਪਾਲਦਾ, ਖਾੜੇ ਲਾਉਂਦਾ ਤੇ ਮੋਗੇ ਤੋਂ ਅਖਬਾਰ ਲਿਆ ਕੇ ਪੜ੍ਹਦਾ। ਬਾਬੇ ਦੇ ਬੋਰੀ 'ਚ ਬੰਨ੍ਹ ਕੇ ਤੂੜੀ 'ਚ ਲਕੋਏ ਚਿੱਠੇ ਪਾਰਸ ਦੇ ਹੱਥ ਆ ਗਏ ਸਨ, ਜਿਨ੍ਹਾਂ ਵਿੱਚ ਦਮੋਦਰ, ਵਾਰਸ, ਮੁਕਬਲ ਤੇ ਹੋਰ ਕਿੱਸਾਕਾਰਾਂ ਦੀਆਂ ਹੀਰਾਂ, ਸੋਹਣੀਆਂ ਤੇ ਸੱਸੀਆਂ ਆਦਿ ਸਨ। ਉਹਨਾਂ ਕਿੱਸਿਆਂ ਨੇ ਉਹਦੇ ਗਿਆਨ 'ਚ ਵਾਧਾ ਕੀਤਾ। ਉਹਨੇ ਵੇਦ ਗ੍ਰੰਥ, ਇਤਿਹਾਸ, ਮਿਥਿਹਾਸ ਤੇ ਗੁਰਬਾਣੀ ਪੜ੍ਹਨ ਦੇ ਨਾਲ ਨਵੀਆਂ ਕਿਤਾਬਾਂ ਪੜ੍ਹੀਆਂ ਤੇ ਪ੍ਰੀਤਲੜੀ ਦਾ ਪੱਕਾ ਪਾਠਕ ਬਣ ਗਿਆ। ਉਹ ਪਹਿਲਾ ਕਵੀਸ਼ਰ ਸੀ ਜਿਹੜਾ ਧਾਰਮਿਕ ਪ੍ਰਸੰਗਾਂ ਦੇ ਨਾਲ ਪ੍ਰੀਤਲੜੀ ਦੀ ਵਿਚਾਰਧਾਰਾ ਵਾਲੀ ਕਵੀਸ਼ਰੀ ਵੀ ਰਚਨ ਤੇ ਗਾਉਣ ਲੱਗਾ। ਉਹਨੇ ਕਵੀਸ਼ਰੀ ਦਾ ਦਾਇਰਾ ਮੋਕਲਾ ਕੀਤਾ ਤੇ ਵਿਗਿਆਨ ਤੇ ਤਰਕ ਦੀਆਂ ਗੱਲਾਂ ਕੀਤੀਆਂ। ਉਹ ਧਾਰਮਿਕ ਸਟੇਜਾਂ, ਵਿਆਹ ਸ਼ਾਦੀਆਂ, ਆਨੰਦ ਕਾਰਜਾਂ, ਚੱਠਾਂ, ਦੀਵਾਨਾਂ, ਰਾਜਸੀ ਪਾਰਟੀਆਂ ਆਦਿ ਕਾਨਫਰੰਸਾਂ ਤੇ ਨਗਰ ਕੀਰਤਨਾਂ ਸਭ ਥਾਈਂ ਗਾਉਂਦਾ ਸੀ। ਉਹਦਾ ਇਹ ਛੰਦ ਥਾਂ ਥਾਂ ਗੂੰਜਦਾ। ਛਟੀਆਂ, ਮੰਗਣੇ, ਵਿਆਹ ਮੁਕਲਾਵੇ, ਅਖੰਡ ਪਾਠ ਤੇ ਚੱਠਾਂ ਲਾਉਂਦੇ ਰਹਿਣ ਦੀਵਾਨ ਕਵੀਸ਼ਰ ਆ ਕੇ ਵਿੱਚ ਇਕੱਠਾਂ, ਨਾਲ ਗੁਲਾਬ ਘਿਓੜੇ ਭਰੀਆਂ ਡੁੱਲਦੀਆਂ ਰਹਿਣ ਸੁਰਾਹੀਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਕਰਮਾਂ ਵਾਲਿਆਂ ਦੇ ਘਰ ਆਵਣ ਭਾਗਾਂ ਭਰੇ ਦਿਹਾੜੇ, ਕੁੜੀਆਂ ਚਿੜੀਆਂ ਮੰਗਲ ਗਾਵਣ, ਲਾਉਣ ਕਵੀਸ਼ਰ ਖਾੜੇ, ਦੇਣ ਸਿੱਠਣੀਆਂ ਮਾਮੀਆਂ ਮਾਸੀਆਂ, ਹੱਸਣ ਚਾਚੀਆਂ ਤਾਈਆਂ, ਨੱਚਣ ਗਾਉਣ ਰਲਾ ਕੇ ਹੇਕਾਂ, ਨਣਦਾਂ ਤੇ ਭਰਜਾਈਆਂ, ਲੱਗਦੇ ਰਹਿਣ ਖੁਸ਼ੀਆਂ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਪਾਰਸ ਨੇ ਪਹਿਲੀ ਵਾਰ ਜਗਰਾਵਾਂ ਦੀ ਰੋਸ਼ਨੀ ਦੇ ਮੇਲੇ ਤੇ ਕਵੀਸ਼ਰੀ ਕੀਤੀ ਸੀ ਤੇ ਫਿਰ ਚੱਲ ਸੋ ਚੱਲ ਹੁੰਦੀ ਗਈ। ਜਿਸ ਪਿੰਡ ਖਾੜਾ ਲੱਗਣਾ ਹੁੰਦਾ, ਲਾਗਲੇ ਪਿੰਡਾਂ ਦੇ ਲੋਕ ਵੀ ਹੁਮਾ ਕੇ ਪਾਰਸ ਦੇ ਜਥੇ ਦੀ ਕਵੀਸ਼ਰੀ ਸੁਣਨ ਪਹੁੰਚਦੇ। ਪਾਰਸ ਜਥੇ ਦੀ ਗੁੱਡੀ ਦਿਨੋਂ ਦਿਨ ਅਸਮਾਨੀ ਚੜ੍ਹਦੀ ਗਈ, ਜਿਹਦਾ ਰਾਜਸੀ ਨੇਤਾ ਵੀ ਨੋਟਿਸ ਲੈਣ ਲੱਗੇ। ਉਹ ਅਮਨ ਲਹਿਰ ਦਾ ਪਾਂਧੀ ਬਣਿਆ, ਬੰਦਨਾ ਕਰਦਾ। ਸਾਮਰਾਜ ਹੈ ਹਲਕਿਆ, ਪੀ ਬੰਬਾਂ ਦੀ ਭੰਗ, ਸਿਰਾਂ ਉੱਤੇ ਮੰਡਲਾ ਰਹੀ, ਟਲ ਜਾਏ ਤੀਜੀ ਜੰਗ। ਪਾਣੀ ਵਾਂਗਰ ਵਹੇ ਨਾ ਨਿਰਦੋਸ਼ਾਂ ਦੀ ਰਤ, ਤੇਰੇ ਭਾਣਿਆਂ ਦਾਤਿਆ ਸੁਖੀ ਵਸੇ ਸਰਬੱਤ। ਉਹਦੀ ਮਾਸਟਰ ਤਾਰਾ ਸਿੰਘ ਨਾਲ ਨਹੀਂ ਸੀ ਬਣਦੀ, ਪਰ ਸੰਤ ਫਤਿਹ ਸਿੰਘ ਤੋਂ ਲੈ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੱਕ ਅਕਾਲੀ ਦਲ ਦੇ ਹਰੇਕ ਪ੍ਰਧਾਨ ਨਾਲ ਬਣਦੀ ਰਹੀ। ਪ੍ਰੀਤਲੜੀ ਪੜ੍ਹਨ ਕਾਰਨ ਅਖੇਰਾਂ ਉਹਨੂੰ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਬੋਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਦੋਸ਼ ਸੀ ਕਿ ਕਰਨੈਲ ਕਵੀਸ਼ਰ ਨਾਸਤਕ ਹੈ। ਧਾਰਮਿਕ ਪ੍ਰੋਗਰਾਮਾਂ 'ਤੇ ਜਾਣ ਵੇਲੇ ਪ੍ਰੀਤਲੜੀ ਉਹ ਲੁਕੋ ਕੇ ਰੱਖਦਾ ਸੀ, ਪਰ ਕਲਾਲ ਮਾਜਰੇ ਦੇ ਗੁਰਦੁਆਰੇ 'ਚ ਉਹਦੇ ਬਿਸਤਰੇ 'ਚ ਫੜੀ ਗਈ। ਪੜ੍ਹਦਿਆਂ ਉਹ ਸਿਰਹਾਣੇ ਹੇਠਾਂ ਰੱਖ ਕੇ ਸੌਂ ਗਿਆ ਸੀ। ਸਵੇਰੇ ਸਿਰਹਾਣੇ ਹੇਠੋਂ ਕੱਢ ਕੇ ਝੋਲੇ 'ਚ ਪਾਉਣੀ ਭੁੱਲ ਗਿਆ। ਉਹਨੂੰ ਪੇਸ਼ੀ ਭੁਗਤਣੀ ਪਈ। ਇੰਟਰਨੈਟ ਤੇ ਮੋਬਾਇਲ ਦੀਆਂ ਖੁੱਲ੍ਹਾਂ ਲੈਣ ਵਾਲੀ ਅਜੋਕੀ ਪੀੜ੍ਹੀ ਸੋਚ ਸਕਦੀ ਹੈ ਕਿ ਉਹਨਾਂ ਦੇ ਪਿਓਆਂ ਦਾਦਿਆਂ 'ਤੇ ਕਿੰਨੇ ਕਰੜੇ ਪਹਿਰੇ ਸਨ। ਕਿਸਾਨ ਸਭਾਵਾਂ ਵਾਲੇ ਤੇ ਕਾਮਰੇਡ ਉਹਨਾਂ ਦੇ ਜਥੇ ਨੂੰ ਆਪਣੀਆਂ ਕਾਨਫਰੰਸਾਂ 'ਚ ਹੁੱਭ ਕੇ ਸੱਦਦੇ ਸਨ। 1942 'ਚ ਮੋਗੇ ਦੀ ਕਮਿਊਨਿਸਟ ਕਾਨਫਰੰਸ ਲਈ ਉਹਨਾਂ ਦੇ ਜਥੇ ਨੇ ਪਿੰਡ 'ਚੋਂ 1400 ਮਣ ਮੱਕੀ ਇਕੱਠੀ ਕਰਕੇ ਦਿੱਤੀ ਸੀ। ਉਦੋਂ ਉਹਦੀ ਹਰਕਿਸ਼ਨ ਸਿੰਘ ਸੁਰਜੀਤ ਨਾਲ ਯਾਰੀ ਪਈ। ਇਹ ਯਾਰੀ ਅੱਧੀ ਸਦੀ ਬਾਅਦ ਸੁਰਜੀਤ ਨੇ ਪਾਰਸ ਦੇ ਪੁੱਤਰ ਬਲਵੰਤ ਸਿੰਘ ਰਾਮੂ ਵਾਲੀਏ ਨੂੰ ਕੇਂਦਰੀ ਵਜ਼ੀਰ ਬਣਵਾ ਕੇ ਨਿਭਾਈ। ਉਹਦੀ ਪ੍ਰਤਾਪ ਸਿੰਘ ਕੈਰੋਂ ਤੇ ਦਰਬਾਰਾ ਸਿੰਘ ਨਾਲ ਵੀ ਚੰਗੀ ਬਣਦੀ ਸੀ। ਉਹਨੂੰ ਸਟੇਜਾਂ 'ਤੇ ਸੱਦਦੇ ਰਹਿੰਦੇ ਸਨ, ਕਿਉਂਕਿ ਲੋਕਾਂ ਦੇ ਕਹਿਣ ਮੁਜਬ ਉਹ ਠੱਠਾ ਪ੍ਰਚਾਰਕ ਸੀ। ਉਹਨਾਂ ਦਾ ਜਥਾ ਗੁਰਦੁਆਰਿਆਂ 'ਚ, ਦੀਵਾਨਾਂ ਤੇ ਨਗਰ ਕੀਰਤਨਾਂ ਵਿੱਚ ਸੱਦਿਆ ਜਾਂਦਾ ਤਾਂ ਉਹ ਧਾਰਮਿਕ ਸ਼ਬਦਾਵਲੀ 'ਚ ਮਾਰਕਸਵਾਦ ਦਾ ਹੀ ਪ੍ਰਚਾਰ ਕਰਦਾ ਸੀ। ਕਹਿੰਦਾ ਸੀ, ਗੁਰੂਆਂ ਤੇ ਭਗਤਾਂ ਨੇ ਵੀ ਇਹੋ ਕੁਝ ਕੀਤਾ ਸੀ। ਇੱਕ ਵਾਰ ਸੁਰਜੀਤ ਟੋਰਾਂਟੋ 'ਚ ਪਾਰਸ ਨੂੰ ਮਿਲਣ ਗਿਆ ਤਾਂ ਪੌੜੀਆਂ 'ਚੋਂ ਤਿਲਕ ਕੇ ਡਿੱਗ ਪਿਆ, ਪਰ ਸੱਟ ਫੇਟ ਤੋਂ ਬਚਾਅ ਹੋ ਜਾਣ ਕਾਰਨ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਇਹ 2002-03 ਦੀ ਘਟਨਾ ਸੀ। ਉਦਣ ਕਾਮਰੇਡ ਦੀ ਕਿਤੇ ਜਾ ਜਾਂਦੀ ਹੋ ਜਾਂਦੀ ਤਾਂ ਹੋ ਸਕਦਾ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਨੋਂ ਰਹਿ ਜਾਂਦਾ। ਸੋਨੀਆ ਗਾਂਧੀ ਸੁਰਜੀਤ ਦੀ ਮੰਨਦੀ ਨਹੀਂ ਸੀ। ਸੁਰਜੀਤ ਸੱਚਮੁੱਚ ਹੀ ਸਿਆਸਤ ਦਾ ਰੁਸਤਮ ਹਿੰਦ ਸੀ। ਜਦੋਂ ਪਾਰਸ ਖੁਦ ਉਹਨਾਂ ਪੌੜੀਆਂ ਤੋਂ ਡਿੱਗਾ ਤੇ ਉਹਦੇ ਸੱਟਾਂ ਲੱਗੀਆਂ ਸਨ ਤਾਂ ਉਹਨੂੰ ਲੰਮਾ ਸਮਾਂ ਇਲਾਜ ਕਰਾਉਣਾ ਪਿਆ ਸੀ।
ਮੈਂ ਆਪ ਪੌੜੀਆਂ ਸੰਭਲ ਕੇ ਚੜ੍ਹਦਾ ਸਾਂ ਤੇ ਹੋਰਾਂ ਨੂੰ ਵੀ ਸੰਭਲ ਕੇ ਚੜ੍ਹਨ ਦੀ ਤਾਕੀਦ ਕਰਦਾ ਸੀ। ਪੌੜੀਆਂ ਸਿੱਧੀਆਂ ਫਲੈਟ ਸਨ, ਜਿਸ ਕਰਕੇ ਉੱਤੋਂ ਤਿਲਕਿਆ ਬੰਦਾ ਰੁੜਦਾ ਹੋਇਆ ਥੱਲੇ ਫਰਸ਼ ਉੱਤੇ ਆ ਡਿੱਗਦਾ ਸੀ। ਪਾਰਸ, ਸੁਰਜੀਤ, ਕਮਲ ਤੇ ਖੁਸ਼ਵੰਤ ਸਿੰਘ ਹਾਣੋ ਹਾਣੀ ਸਨ। ਉਹ ਇੰਦਰਾ ਗਾਂਧੀ ਨੂੰ ਵੀ ਹਾਣਦੀ ਕਹਿੰਦਾ ਸੀ, ਪਰ ਉਹ ਤੋਂ 3 ਵਰ੍ਹੇ ਛੋਟੀ ਸੀ। ਹੁਣ ਉਹਨਾਂ ਚੋਂ ਕੇਵਲ ਕਵਲ ਹੀ ਜਿੰਦਾ ਹੈ, ਜੋ 97 ਸਾਲ ਦੀ ਉਮਰ ਵਿੱਚ ਵਿਚਰ ਰਿਹਾ। ਪਾਰਸ ਨੂੰ ਵੇਖਿਆ ਤੇ ਸੁਣਿਆ ਤਾਂ ਮੈਂ ਬਹੁਤ ਵਾਰ ਸੀ, ਪਰ ਕਦੇ ਬਚਨ ਬਿਲਾਸ ਨਹੀਂ ਸੀ ਹੋਏ। ਮੇਰਾ ਜੀਅ ਕਰਦਾ ਸੀ ਕਦੇ ਪਾਰਸ ਹੋਰਾਂ ਨੂੰ ਮਿਲਾਂ ਤੇ ਅਖਬਾਰੀ ਇੰਟਰਵਿਊ ਕਰਾਂ। ਆਖਰ ਵਿਧ ਬਣ ਗਈ। ਉਹਦੇ ਨਾਲ ਖੁੱਲ੍ਹੀਆਂ ਗੱਲਾਂ ਕਰਨ ਵਾਲੀ ਮੇਰੀ ਪਹਿਲੀ ਮਿਲਣੀ ਅਗਸਤ 95 'ਚ ਟੋਰਾਂਟੋ 'ਚ ਹੋਈ। ਉਦੋਂ ਮੈਂ ਵਰਲਡ ਕਬੱਡੀ ਚੈਂਪੀਅਨਸ਼ਿਪ ਦੀ ਕਮੈਂਟਰੀ ਕਰਨ ਟੋਰਾਂਟੋ ਗਿਆ ਸੀ ਤੇ ਆਪਣੇ ਰਿਸ਼ਤੇਦਾਰ ਅਮਰਜੀਤ ਸਿੰਘ ਧਾਲੀਵਾਲ ਦੇ ਘਰ ਠਹਿਰਿਆ ਸੀ। ਉੱਥੇ ਹੀ ਪਾਰਸ ਜੋੜਾ ਰਹਿ ਰਿਹਾ ਸੀ। ਅਮਰਜੀਤ ਮੇਰੀ ਪਤਨੀ ਦੇ ਮਾਮੇ ਦਾ ਪੁੱਤ ਭਰਾ ਹੈ, ਜੋ ਪਾਰਸ ਹੋਰਾਂ ਦਾ ਜਵਾਈ ਭਾਈ ਹੈ। ਪਾਰਸ ਦੀ ਧੀ ਚਰਨਜੀਤ ਕੌਰ ਅਮਰਜੀਤ ਨਾਲ ਵਿਆਹੀ ਹੋਈ ਹੈ। ਮੈਂ ਹਫ਼ਤਾ ਭਰ ਉਹਨਾਂ ਕੋਲ ਰਿਹਾ। ਬਾਪੂ ਪਾਰਸ ਤੇ ਉਹਨਾਂ ਦੀ ਪਤਨੀ ਬੇਬੇ ਦਲਜੀਤ ਕੌਰ ਮੈਨੂੰ ਜਵਾਈਆਂ ਭਾਈਆਂ ਵਾਲਾ ਆਦਰ ਮਾਣ ਦਿੰਦੇ ਰਹੇ। ਆਥਣੇ ਪੀਣ ਖਾਣ ਬਹਿੰਦੇ ਤਾਂ ਮੈਂ ਕੰਮ ਦੀਆਂ ਗੱਲਾਂ ਡਾਇਰੀ 'ਚ ਨੋਟ ਕਰੀ ਜਾਂਦਾ। ਇੱਕ ਦਿਨ ਪਾਰਸ ਨੇ ਲੋਰ 'ਚ ਆ ਕੇ ਲਿਖਾਇਆ, ਕੈਨੇਡਾ ਆ ਕੇ ਮੈਂ ਮਨ ਪੱਕਾ ਤਾਂ ਪੀ ਗਿਆ ਹੋਊ, ਸ਼ਾਇਦ ਕੁਇੰਟਲ ਖਾ ਗਿਆ ਹੋਊ ਸੌਗੀ ਤੇ 3 ਬੋਰੀਆਂ ਬਦਾਮ। ਮੈਂ ਮਨ 'ਚ ਕਿਹਾ, ਕਵੀਸ਼ਰ ਤੇ ਢਾਡੀ ਤਾਂ 40 ਸਿੰਘਾਂ ਦਾ 10 ਲੱਖ ਫੌਜ ਨਾਲ ਮੁਕਾਬਲਾ ਕਰਾ ਦਿੰਦੇ ਆ। ਇਕੱਲੇ ਸਿੰਘਾਂ ਨੂੰ 1.25 ਲੱਖ ਨਾਲ ਲੜਾ ਦਿੰਦੇ ਆ। ਮਨ ਸ਼ਾਇਦ ਕੁਇੰਟਲ ਸੌਗੀ ਤੇ ਬਦਾਮਾਂ ਦੀਆਂ 3 ਬੋਰੀਆਂ ਕੀ ਇਹਨਾਂ ਮੂਹਰੇ ਦਾਰੂ ਦਾ ਸਰੂਰ ਸੀ। ਮੈਂ ਪੁੱਛਿਆ, ਬੱਕਰੇ ਕਿੰਨੇ ਖਾ ਲਏ ਹੋਣਗੇ? ਤੁਰੰਤ ਜਵਾਬ ਮਿਲਿਆ, 100 ਕੁ ਤਾਂ ਖਾਧੇ ਗਏ ਹੋਣਗੇ। ਤੱਤੇ ਭਾ ਮੈਂ ਪੁੱਛ ਲਿਆ, ਫਿਰ ਤਾਂ ਸ਼ਰਾਬ ਦੀ ਵੀ 200 ਲੀਟਰ ਵਾਲਾ ਢੋਲ ਪੀਤਾ ਗਿਆ ਹੋਊ। ਤਰਕਸ਼ੀਲ ਪਾਰਸ ਦਾ ਉੱਤਰ ਸੀ, ਤੇਰਾ ਅੰਦਾਜ਼ਾ ਬਹੁਤ ਘੱਟ ਹੈ। ਫਿਰ ਮੈਂ 2, 3, 4 ਤੇ ਅਖੀਰ 5 ਢੋਲ ਕਹੇ, ਪਰ ਉਹ ਹਰ ਵਾਰ ਸਿਰ ਫੇਰ ਕੇ ਆਖੇ ਥੋੜ੍ਹੇ ਆ। ਹਾਰ ਕੇ ਮੈਂ ਕਿਹਾ, ਆਪ ਹੀ ਦੱਸ ਦਿਓ। ਕਹਿਣ ਲੱਗਾ, 50 ਸਾਲਾਂ ਤੋਂ ਨਿੱਤ ਦਾ ਅਧੀਆ ਗਿਣ ਲੈ। ਪਊਏ ਪੀਣ ਦਾ ਤਾਂ ਕੋਈ ਲੇਖਾ ਹੀ ਨਹੀਂ। ਇੱਕ ਵਾਰ 7 ਦਿਨ ਦੇ 7 ਰਾਤਾਂ ਸ਼ਰਾਬ ਪੀਤੀ ਤੇ ਖਾੜੇ ਵੀ ਨਿੱਤ ਲਾਏ। ਤਾਪ ਚੜ੍ਹੇ 'ਚ ਵੀ ਪੀਤੀ। ਸ਼ਰਾਬ ਜ਼ਰੂਰੀ ਪੀਤੀ। ਰੋਟੀ ਭਾਵੇਂ ਖਾਧੀ ਗਈ ਭਾਵੇਂ ਨਾ ਖਾਧੀ ਗਈ। ਇਹ ਪਹਿਲੀ ਮੁਲਾਕਾਤ ਦਾ ਟ੍ਰੇਲਰ ਸੀ। ਉਹ ਕਿਹਾ ਕਰਦਾ ਸੀ, ਢਾਡੀ ਕਵੀਸ਼ਰ ਹੀ ਕੀ, ਸਾਰੇ ਹੀ ਕਲਾਕਾਰ ਗੱਲ ਵਧਾ ਚੜ੍ਹਾ ਕੇ ਕਰਦੇ ਆ। ਗੱਲ ਵਧਾ ਚੜ੍ਹਾ ਕੇ ਕਰਨ ਨਾਲ ਹੀ ਵੱਧ ਪ੍ਰਭਾਵ ਪੈਂਦਾ। ਜੋਧਾ ਲੜਾਈ 'ਚ ਭਾਵੇਂ ਕੰਡ ਵਿਖਾ ਕੇ ਭੱਜ ਗਿਆ ਹੋਵੇ, ਪਰ ਢਾਡੀ ਭੱਜੇ ਜਾਂਦੇ ਬਾਰੇ ਵੀ ਗਾਈ ਜਾਣਗੇ। ਦੁਨੀਆ ਗਾਉਂਦੀ ਰਹੂਗੀ ਯੋਧਿਆਂ ਦੀਆਂ ਵਾਰਾਂ। ਸਿੰਘਾਂ ਸੂਰਮਿਆਂ ਤੇ ਭਗਤਾਂ ਤੋਂ ਬਿਨਾਂ ਉਹਨੇ ਮਾਂ ਬਾਰੇ ਵੀ ਯਾਦਗਾਰੀ ਕਵਿਤਾ ਰਚੀਆਂ ਹਨ। ਮੋਹਨ ਸਿੰਘ ਨੇ ਲਿਖਿਆ ਸੀ, ਮਾਂ ਜਿਹਾ ਕੰਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ, ਐਪਰ ਫੁੱਲਾਂ ਦੇ ਕਮਲਾਇਆ ਉਹ ਬੂਟਾ ਸੁੱਕ ਜਾਏ। ਪਾਰਸ ਦਾ ਚੰਦ ਹੈ। ਹੁੰਦੀਆਂ ਨੇ ਮਮਤਾ ਦੀ ਮੂਰਤ ਬਾਵਾਂ ਠੰਡੀਆਂ ਛਾਵਾਂ, ਭੁੱਲ ਭੁਲੇਖੇ ਜ਼ਰਾ ਕੁ ਠੇਡਾ, ਜਦ ਬੱਚੇ ਦੇ ਵੱਜੇ ਮੂੰਹ ਦੀ ਬੁਰਕੀ ਛੱਡ ਵਿਚਾਲਿਓਂ ਫੌਰਨ ਉੱਧਰ ਭੱਜੇ। ਪਹਿਲਾ ਲਫ਼ਜ਼ ਜ਼ਬਾਨੋਂ ਨਿਕਲੇ, ਹਾਏ ਹਾਏ ਮੈਂ ਮਰ ਜਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਡੋਲੀ ਤੁਰਨ ਦਾ ਹੰਝੂ ਵਹਾਉਣ ਵਾਲਾ ਮਾਹੌਲ ਵਾਰਿਸ ਸ਼ਾਹ ਨੇ ਆਪਣੇ ਰੰਗ 'ਚ ਪੇਸ਼ ਕੀਤਾ ਸੀ। ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ। ਪਾਰਸ ਇੰਝ ਬਿਆਨ ਕਰਦਾ ਹੈ, ਲੈ ਦਾਜ 'ਚ ਧਰਮ ਦੀਆਂ ਚਿੱਟੀਆਂ ਸ਼ਰਮ ਹਿਆ ਦੀਆਂ ਚੁੰਨੀਆਂ, ਵਿਦਿਆ ਹੋ ਚੱਲੀ ਹਾਂ ਆਪਣੀ ਨਵੀਂ ਵਸਾਵਣ ਦੁਨੀਆ। ਠੇਲੇ ਅੱਜ ਪਾਰਸ ਨੇ ਗ੍ਰਸਤ ਸਮੁੰਦਰ ਦੇ ਵਿੱਚ ਬੇੜੇ, ਜਨਮੀ ਘਰ ਤੇਰੇ ਸੀ ਬਾਬਲ ਰਿਜ਼ਕ ਬਗਾਨੇ ਵਿਹੜੇ। ਬਿਨ ਆਪਣੀਆਂ ਧੀਆਂ ਦੇ ਗਲੀਆਂ ਜਾਪਣ ਸੁੰਨੀਆਂ ਮਾਂ ਨੂੰ, ਨਿਤ ਸਾਂਭ ਸਾਂਭ ਰੱਖਦੀ ਚੱਲੀ ਸੌਂਪ ਕੂੰਜੀਆਂ ਮਾਂ ਨੂੰ। ਕਰ ਵਿਦਿਆ ਬੇਟੀ ਨੂੰ ਬਾਬਲ ਕਰਕੇ ਤਕੜਾ ਜੇਰਾ, ਅਰਦਾਸ ਪੁੱਤਰੀ ਦੀ ਬਾਬਲ ਸੁਖੀ ਵਸੇ ਘਰ ਤੇਰਾ। ਪਾਰਸ ਨੇ ਭਰੂਣ ਹੱਤਿਆ ਦੇ ਵਿਰੁੱਧ ਵੀ ਛੰਦ ਰਚੇ। ਰੰਗ ਸਾਰੀ ਦੁਨੀਆ ਦੇ ਮੇਰਾ ਮਾਨਣ ਨੂੰ ਜੀ ਕਰਦਾ, ਨੰਨਾ ਦਿਲ ਸਹਿਮਿਆ ਵਾ ਤੇਰੀ ਸੋਚ ਛੁਰੀ ਤੋਂ ਡਰਦਾ। ਕਾਤਲ ਅਣਜਨਮੀ ਦੀ ਬਣ ਕੇ ਡੈਣ ਰੂਪ ਨਾ ਧਾਰੀ, ਹਾੜੇ ਹੱਥ ਬੰਨ੍ਹਦੀਆਂ ਅੰਮੀਏ ਕੁੱਖ ਵਿੱਚ ਨਾ ਮਾਰੀ। ਪੁੱਤਾਂ ਦੇ ਵਾਂਗਰ ਹਾਂ ਮੈਂ ਵੀ ਖੂਨ ਤੁਹਾਡਾ ਸੱਚਾ, ਪੜ੍ਹ ਹਾਸਲ ਕਰ ਲਾਂਗੀ ਰੁਤਬਾ ਸੂਰਜ ਨਾਲੋਂ ਉੱਚਾ। ਧੁੰਮਾਂ ਪਾ ਦੇਵਾਂਗੀ ਤੁਹਾਡੇ ਨਾਂ ਦੀਆਂ ਕੂੰਟਾਂ ਚਾਰੀ, ਹਾੜੇ ਹੱਥ ਬੰਨ੍ਹਦੀਆਂ ਅੰਮੀਏ ਕੁੱਖ ਵਿੱਚ ਨਾ ਮਾਰੀ। 2002-03 ਦੀ ਗੱਲ ਹੈ। ਮੈਂ ਆਪਣੇ ਛੋਟੇ ਬੇਟੇ ਪਾਸ ਟੋਰਾਂਟੋ ਗਿਆ ਹੋਇਆ ਸੀ।
ਉਨੀ ਦਿਨੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਰਭਜਨ ਹਲਵਾਰਵੀ ਦੇ ਟੋਰਾਂਟੋ ਆਉਣ ਦੇ ਤੇ ਇਕਬਾਲ ਰਾਮੂਵਾਲੀਏ ਦੇ ਘਰ ਮਹਿਫਿਲ ਜੰਮੀ। ਇਕਬਾਲ ਮਾਹਲ ਤੋਂ ਲੈ ਕੇ ਕਿਰਪਾਲ ਸਿੰਘ ਪੰਨੂ ਤੱਕ ਕਈ ਸੱਜਣ ਮਿੱਤਰ ਹਾਜ਼ਰ ਸਨ। ਉੱਥੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਵੀ ਬਿਰਾਜਮਾਨ ਸਨ ਤੇ ਉਹਨਾਂ ਦਾ ਸ਼ਾਗਿਰਦ ਹਰਭਜਨ ਮਾਨ ਵੀ। ਜਿਵੇਂ ਲੋਰ 'ਚ ਅਕਸਰ ਹੁੰਦਾ ਹੈ, ਵਜ੍ਹਾ ਦੇ ਚਾਹੇ ਰਾਮੂਵਾਲੀਏ ਭਰਾ ਇਕਬਾਲ ਤੇ ਰਛਪਾਲ ਕਵੀਸ਼ਰੀ ਕਰਨ ਲੱਗ ਪਏ। ਰਹਿ ਹਰਭਜਨ ਮਾਨ ਤੋਂ ਵੀ ਨਾ ਹੋਇਆ, ਉਹ ਵੀ ਪਾਰਸ ਦੀ ਕਵੀਸ਼ਰੀ ਗਾਉਣ ਲੱਗਾ। ਗਾਇਕੀ ਦਾ ਉਹ ਰੰਗ ਬੱਝਾ ਕਿ ਰਹੇ ਰੱਬ ਦਾ ਨਾਂ। ਫਿਰ ਗੱਲਾਂ ਚੱਲ ਪਈਆਂ ਕਿ ਪੰਜਾਬੀ ਦੀ ਅਜਿਹੀ ਗਾਇਕੀ ਨੂੰ ਬੇਸਮੈਂਟਾਂ ਦੀਆਂ ਸੌੜੀਆਂ ਵਲਗਣਾਂ ਵਿੱਚੋਂ ਕੱਢ ਕੇ ਕਿਉਂ ਨਾ ਬਾਹਰ ਦੀ ਖੁੱਲ੍ਹੀ ਹਵਾ ਲਵਾਈ ਜਾਵੇ। ਲੋਪ ਹੁੰਦੀ ਜਾ ਰਹੀ ਕਵੀਸ਼ਰੀ ਦੀ ਰਵਾਇਤੀ ਗਾਇਕੀ ਨੂੰ ਕੁਝ ਮਹੀਨੇ ਬਾਅਦ ਆਖਰ ਬਾਹਰ ਦੀ ਹਵਾ ਲਵਾ ਦਿੱਤੀ ਗਈ। ਢੋਅ ਢੁਕਾਇਆ ਇਕਬਾਲ ਮਾਹਲ ਨੇ ਦੇ ਵਿਸ਼ਵ ਪੰਜਾਬੀ ਸੱਭਿਆਚਾਰਕ ਮੰਚ ਨੇ ਤੇ ਭਰਵਾਂ ਹੁੰਗਾਰਾ ਭਰਿਆ ਟੋਰਾਂਟੋ ਦੇ ਸੂਝਵਾਨ ਸਰੋਤਿਆਂ ਨੇ। 11 ਮਈ 2003 ਦੀ ਸ਼ਾਮ ਬਰੈਂਪਟਨ ਵਿੱਚ ਕਵੀਸ਼ਰੀ ਦੇ ਨਾਮ ਸੀ। ਇਕਬਾਲ ਤੇ ਰਛਪਾਲ ਰਾਮੂਵਾਲੀਏ ਨੇ ਗਾਇਆ, ਨਹੀਂ ਰੀਸਾਂ ਦੇਸ ਪੰਜਾਬ ਦੀਆਂ। ਸਰੋਤਿਆਂ ਨੇ ਆਖਿਆ, ਨਹੀਂ ਰੀਸਾਂ ਇਕਬਾਲ ਰਛਪਾਲ ਦੀਆਂ, ਰੀਸਾਂ ਇਕਬਾਲ ਮਾਹਲ ਦੀਆਂ ਵੀ ਨਹੀਂ ਸਨ। ਪੰਜਾਬੀ ਸੱਭਿਆਚਾਰ ਦਾ ਉਹ ਸੱਚਾ ਆਸ਼ਕ ਹੈ। ਉਹਨੇ ਬਰੈਂਪਟਨ ਵਿੱਚ 4 ਕੁ ਦਿਨ ਦਾ ਮੇਲਾ ਕਵੀਸ਼ਰੀ ਸ਼ੋਅ ਕਰਾ ਕੇ ਗੰਧਲ ਰਹੀ ਪੰਜਾਬੀ ਗਾਇਕੀ ਨੂੰ ਸਿਹਤਮੰਦ ਮੋੜ ਦੇਣ ਦਾ ਸਲਾਹੁਣਯੋਗ ਉਪਰਾਲਾ ਕੀਤਾ। ਉਹਦਾ ਕਹਿਣਾ ਸੀ, ਕੋਈ ਮੁਸ਼ਕਲ ਨਹੀਂ ਰਹਿੰਦੀ ਜੇ ਮਰਦਾਂ ਵਾਲੀ ਗੱਲ ਕਰੀਏ। ਉਹਨੇ ਵਾਕਈ ਮਰਦਾਂ ਵਾਲੀ ਗੱਲ ਕੀਤੀ। ਆਸ ਬੱਝ ਗਈ ਕਿ ਪੰਜਾਬੀ ਗਾਇਕੀ ਵਿੱਚ ਪਸਾਰੇ ਜਾ ਰਹੇ ਲੱਚਰਵਾਦ ਤੇ ਅੰਧਕਾਰ ਨੂੰ ਰੋਸ਼ਨੀ ਦੀ ਕਿਰਨ ਮਿਲੇਗੀ। ਮਾੜਾ ਰੁਝਾਨ ਚੰਗਾ ਬਦਲ ਪੇਸ਼ ਕਰਕੇ ਹੀ ਰੋਕਿਆ ਜਾ ਸਕਦਾ ਹੈ। ਵੱਡ ਉਮਰੇ ਕਵੀਸ਼ਰ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਢੋਲ ਦੀ ਤਾਲ ਉੱਤੇ ਆਡੀਟੋਰੀਅਮ 'ਚ ਲਿਆਂਦਾ ਗਿਆ। ਹਾਲ ਖਚਾਖਚ ਭਰਿਆ ਹੋਇਆ ਸੀ, ਜੋ ਤਾੜੀਆਂ ਦੇ ਸ਼ੋਰ ਵਿੱਚ ਗੂੰਜ ਉੱਠਿਆ। ਤੋਤੇ ਰੰਗੇ ਸੂਟ ਵਿੱਚ ਸਜੀ ਨੀਟਾ ਬਲਵਿੰਦਰ ਨੇ ਮਾਈਕ ਤੋਂ ਪ੍ਰੋਗਰਾਮ ਦੀ ਭੂਮਿਕਾ ਬੰਨੀ ਤੇ ਇਕਬਾਲ ਮਾਹਲ ਨੇ ਦਿਲਾਂ 'ਚ ਲਹਿੰਦੀ ਸੋਜ਼ਮਈ ਆਵਾਜ਼ 'ਚ ਸ਼ੋਅ ਦਾ ਮਕਸਦ ਦੱਸਿਆ। ਉਹਦੀ ਅਦਬੀ ਗੱਲਕੱਥ ਦਾ ਨਿਚੋੜ ਸੀ ਕਿ ਆਓ ਮੁਜਰੇਬਾਜ਼ੀ ਦੇ ਮੁਕਾਮ ਉੱਤੇ ਵਿਚਰਦੀ ਗਾਇਕੀ 'ਚੋਂ ਬਾਹਰ ਨਿਕਲੀਏ ਤੇ ਸਾਫ਼ ਸੁਥਰੀ ਗਾਇਕੀ ਦੇ ਲੜ ਲੱਗੀਏ। ਓਨਟਾਰੀਓ ਸਰਕਾਰ ਦੇ ਨੁਮਾਇੰਦੇ ਰਮਿੰਦਰ ਸਿੰਘ ਗਿੱਲ ਨੇ ਮਾਵਾਂ ਦੇ ਦਿਵਸ ਉੱਤੇ ਬਰੈਂਪਟਨ 'ਚ ਮਨਾਈ ਜਾ ਰਹੀ ਕਵੀਸ਼ਰੀ ਦੀ ਸ਼ਾਮ ਨੂੰ ਸਲਾਮ ਕੀਤੀ ਤੇ ਪ੍ਰਬੰਧਕਾਂ ਨੂੰ ਸ਼ੁਭ ਇੱਛਾਵਾਂ ਭੇਟ ਕੀਤੀਆਂ। ਫਿਰ ਵੰਜਲੀ ਦੀਆਂ ਧੁਨਾਂ ਗੂੰਜੀਆਂ ਤੇ ਚੜ੍ਹਦੇ ਚੰਦ ਸੂਰਜ ਵਾਂਗ ਰਾਮੂਵਾਲੀਏ ਭਰਾ ਮੰਚ ਉੱਤੇ ਆਏ। ਉਹਨਾਂ ਦਾ ਬਾਣਾ ਤਾਂ ਮਾਡਰਨ ਸੀ, ਪਰ ਕਵੀਸ਼ਰਾਂ ਦੀ ਪੁਸ਼ਾਕ ਵਾਲੀਆਂ ਜੈਕਟਾਂ ਨਾਲ ਪੁਰਾਤਨਤਾ ਤੇ ਨਵੀਨਤਾ ਦਾ ਸੁਮੇਲ ਕੀਤਾ ਹੋਇਆ ਸੀ। ਇਕਬਾਲ ਨੇ ਆਖਿਆ, ਅਸੀਂ ਅਧਿਆਪਕ ਲੱਗ ਗਏ ਸਾਂ, ਕਲਮਾਂ ਫੜੀ ਬੈਠੇ ਸਾਂ, ਪਰ ਮਾਂ ਬੋਲੀ ਨਾਲ ਕੀਤੇ ਜਾ ਰਹੇ ਲੱਚਰ ਗਾਇਕੀ ਦੇ ਬਲਾਤਕਾਰ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਮੁੜ ਸਰੋਤਿਆਂ ਦੇ ਰੂਬਰੂ ਹੋਈਏ। ਗਾਉਣਾ ਸਾਡਾ ਪੇਸ਼ਾ ਨਹੀਂ, ਹੁਣ ਇਹ ਸਾਡਾ ਸ਼ੁਗਲ ਹੈ। ਅਸੀਂ ਖੁਸ਼ ਹਾਂ ਕਿ ਤੁਸੀਂ ਸਾਨੂੰ ਸੁਣਨ ਆਏ ਹੋ। ਇਕਬਾਲ ਨੇ ਸੱਜਾ ਹੱਥ ਚੁੱਕਿਆ ਤੇ ਰਛਪਾਲ ਨੇ ਖੱਬਾ। ਅਰਜ਼ ਬੰਦਨਾ ਪਾਰਸ ਦੀ ਸ਼ਾਇਰੀ ਨਾਲ ਹੋਈ। ਪੈਰਾਂ ਹੇਠ ਲਤਾੜਿਆ ਜਾਏ ਨਾ ਫੁੱਲ ਗੁਲਾਬ, ਮਾੜੇ ਦਿਨ ਨਾ ਮਾਲਕਾ ਆਵਣ ਫਿਰ ਵਿੱਚ ਪੰਜਾਬ। ਕਿਸੇ ਵੀ ਧੀ ਤੇ ਭੈਣ ਦੀ ਲੁੱਟ ਨਾ ਹੋਵੇ ਪੱਤ, ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ। ਗਿਆਨੀ ਪੰਡਤ ਮੌਲਵੀ ਉਗਲ ਫਿਰਕੂ ਵਿਖ, ਆਪਸ ਵਿੱਚ ਲੜਾਉਣ ਨਾ ਹਿੰਦੂ ਮੁਸਲਿਮ ਸਿੱਖ। ਸੰਨ 47 ਵਾਂਗ ਨਾ ਚੁੱਕਣ ਚੰਦਰੀ ਅੱਤ, ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ। ਕੀਮਤ ਪਾਈਏ ਸਮੇਂ ਦੀ ਅਣਗਹਿਲੀ ਨੂੰ ਤਿਆਗ, ਨਾਲ ਆਪਣੀ ਕਲਮ ਦੇ ਲਿਖੀਏ ਚੰਗੇ ਭਾਗ। ਗੁਣੀ ਬਣਨ ਦੀ ਪਾਰਸਾ ਲੰਘ ਨਾ ਜਾਵੇ ਵੱਤ, ਤੇਰੀ ਰਜ਼ਾ ਵਿੱਚ ਦਾਤਿਆ ਸੁਖੀ ਵਸੇ ਸਰਬੱਤ। ਸਰਬੱਤ ਦੇ ਭਲੇ ਦੀ ਪੁਕਾਰ ਨੇ ਹਾਲ 'ਚ ਬੈਠੇ ਸਰੋਤਿਆਂ ਨੂੰ ਸਰਬ ਸਾਂਝੀਵਾਲਤਾ ਦੇ ਭਾਵਾਂ ਨਾਲ ਲਬਰੇਜ਼ ਕਰ ਦਿੱਤਾ। ਕੋਈ ਨਾ ਦਿਸੇ ਬਾਹਰਾ ਜੀਓ ਵਾਲਾ ਮਾਹੌਲ ਬਣ ਗਿਆ। ਬੰਦਨਾ ਮੁੱਕੀ ਤਾਂ ਤਾੜੀਆਂ ਮੀਂਹ ਦੇ ਛੜਾਕੇ ਵਾਂਗ ਖੜਕੀਆਂ। ਫਿਰ ਗੂੰਜਾਂ ਪੈਣ ਲੱਗੀਆਂ, ਨਹੀਂ ਰੀਸਾਂ ਪੰਜਾਬ ਦੀਆਂ, ਨਹੀਂ ਰੀਸਾਂ। ਵਿਸ਼ੇ ਵਕਾਰਾਂ ਵਿੱਚ ਖਚਤ ਹੁੰਦੇ ਜਾ ਰਹੇ ਪੰਜਾਬ ਬਾਰੇ ਕੁਝ ਵਿਅੰਗ ਕਸੇ ਗਏ ਜੋ ਸਰੋਤਿਆਂ ਨੂੰ ਸਾਵਧਾਨ ਕਰਨ ਵਾਲੇ ਸਨ। ਹਰ ਬੂਹੇ ਤੇ ਬੋਤਲ ਬੈਠੀ, ਬੁੱਲ੍ਹਾਂ ਦੇ ਵਿੱਚ ਜਰਦਾ ਹੈ, ਠੱਗ ਵਿਦੇਸ਼ੀ ਲਾੜੇ ਲੁੱਟ ਗਏ, ਇੱਜ਼ਤ ਧੀਆਂ ਭੈਣਾਂ ਦੀ। ਫਿਰ ਅੱਧੀ ਸਦੀ ਪਹਿਲਾਂ ਭਰਿਆ ਪਾਰਸ ਜਥੇ ਦਾ ਤਬਾਹ 4 ਕੁ ਦਿਨ ਦਾ ਮੇਲਾ ਵਜਾ ਕੇ ਰਣਜੀਤ ਸਿੰਘ ਸਿੱਧਵਾਂ ਦੀ ਬੁਲੰਦ ਆਵਾਜ਼ ਸੁਣਾਈ ਗਈ।
ਇਸ ਤਵੇ ਨੂੰ ਇਕਬਾਲ ਤੇ ਰਛਪਾਲ ਨੇ ਨਵੀਂ ਤਰਜ਼ ਦੀ ਕਵੀਸ਼ਰੀ ਨਾਲ ਪੇਸ਼ ਕੀਤਾ। ਸਰੋਤੇ ਹੈਰਾਨ ਸਨ ਕਿ ਇਹ ਛੁਪੇ ਰੁਸਤਮ ਕਿੱਥੋਂ ਨਿਕਲ ਆਏ। ਇਕਬਾਲ ਰਾਮੂਵਾਲੀਏ ਨੇ ਪਿਛੋਕੜ ਦੱਸਿਆ ਕਿ ਉਹਨਾਂ ਦੇ ਬਾਪੂ ਜੀ ਦਾ ਜਥਾ ਕਲਕੱਤੇ ਪ੍ਰੋਗਰਾਮ ਤੇ ਗਿਆ ਹੋਇਆ ਸੀ। ਉਧਰ ਕਈ ਦਿਨ ਲੱਗ ਜਾਣੇ ਸਨ। ਉਦੋਂ ਉਹ 7ਵੀਂ 'ਚ ਪੜ੍ਹਦਾ ਸੀ। ਬਲਵੰਤ 10ਵੀਂ ਤੇ ਰਛਪਾਲ ਹਲੇ 5ਵੀਂ 'ਚ ਸੀ। ਪਿਓ ਦੀ ਗੈਰ ਹਾਜ਼ਰੀ 'ਚ ਪੁੱਤਾਂ ਨੂੰ ਸਕੀਮ ਸੁੱਝੀ। ਉਹ ਆਪਣਾ ਹੀ ਜਥਾ ਬਣਾ ਕੇ ਗੁਆਂਢੀ ਪਿੰਡ ਦੇ ਇੱਕ ਵਿਆਹ 'ਚ ਗਾਉਣ ਚਲੇ ਗਏ ਤੇ ਉੱਥੋਂ 150 ਰੁਪਏ ਦੇ ਇਨਾਮ ਮਾਠ ਲਿਆਏ। ਘਰ ਆ ਕੇ ਮਾਂ ਨੂੰ ਫੜਾਏ ਤਾਂ ਮਾਂ ਨੇ ਝਿੜਕੇ ਕਿ ਆ ਲੈਣ ਦੇ ਤੁਹਾਡੇ ਪਤੰਦਰ ਨੂੰ। ਪਾਰਸ ਹੋਰਾਂ ਦੇ ਪਰਤਣ ਤੱਕ ਭੁਜੰਗੀਆਂ ਦਾ ਜਥਾ ਵਾਹਵਾ ਰਵਾਂ ਹੋ ਗਿਆ ਸੀ। ਕਿਸੇ ਪਿੰਡੋਂ ਕੋਈ ਸੱਜਣ ਪਾਰਸ ਨੂੰ ਪੁੱਛਣ ਆਇਆ ਕਿ ਪ੍ਰੋਗਰਾਮ ਦੇ ਕਿੰਨੇ ਪੈਸੇ ਲਓਗੇ। ਪਾਰਸ ਨੇ ਮਿੱਥਿਆ ਰੇਟ ਦੱਸ ਦਿੱਤਾ। ਫਿਰ ਉਹ ਮੁੰਡਿਆਂ ਦੇ ਜਥੇ ਦਾ ਰੇਟ ਪੁੱਛਣ ਲੱਗਾ। ਉਹ ਦਰਅਸਲ ਮੁੰਡਿਆਂ ਦਾ ਜਥਾ ਹੀ ਬੁੱਕ ਕਰਨ ਆਇਆ ਸੀ। ਪਾਰਸ ਹੈਰਾਨ ਰਹਿ ਗਿਆ। ਮਿਲਣ ਆਇਆ ਸੱਜਣ ਤਾਂ ਪਾਰਸ ਨੇ ਹਾਮੀ ਭਰ ਕੇ ਤੋਰ ਦਿੱਤਾ, ਪਰ ਪੁੱਤ ਕੋਲ ਸੱਦ ਲਏ। ਨਾਲੇ ਅੱਖਾਂ 'ਚੋਂ ਹੰਝੂ ਵਹਾਈ ਜਾਵੇ, ਨਾਲੇ ਆਖੀ ਜਾਵੇ, ਪੁੱਤਰੋ ਜੇ ਗਾਉਣਾ ਤਾਂ ਸੂਈ ਦੇ ਨੱਕੇ 'ਚੋਂ ਲੰਘਣਾ ਪਊ। ਮੇਰੀ ਤਸੱਲੀ ਤਾਂ ਹੋਊ ਜੇ ਕਰਨੈਲ ਦੇ ਪੁੱਤ ਉਤੋਂ 2 ਰਤੀਆਂ ਉੱਤੋਂ ਦੀ ਹੋਣ। 2 ਰਤੀਆਂ ਉੱਤੋਂ ਦੀ ਕਰਨ ਲਈ ਪਿਓ ਨੇ ਪੁੱਤਾਂ ਦਾ ਕਰੜਾ ਰਿਆਜ਼ ਕਰਵਾਇਆ, ਉਚਾਰਨ ਠੀਕ ਕੀਤਾ ਤੇ ਸ਼ੀਸ਼ੇ ਸਾਹਮਣੇ ਖੜੇ ਕਰਕੇ ਹੱਥ ਦੀ ਵਾਲੀ ਮਾਰਨੀ ਸਿਖਾਈ। ਉਸੇ ਅਭਿਆਸ ਦਾ ਨਤੀਜਾ ਸੀ ਕਿ 60ਵਿਆਂ ਵਿੱਚ ਰਾਮੂਵਾਲੀਏ ਭਰਾਵਾਂ ਦਾ ਢਾਡੀ ਜਥਾ ਪੰਜਾਬੀ ਗਾਇਕੀ ਦੇ ਗਗਨ ਉੱਤੇ ਉਡਾਰੀਆਂ ਭਰਦਾ ਰਿਹਾ। ਰੋਜ਼ ਦਿਹਾੜੇ ਆਲ ਇੰਡੀਆ ਰੇਡੀਓ ਤੋਂ ਉਹਨਾਂ ਦੀ ਸਾਰੰਗੀ ਗੂੰਜਦੀ, ਢੱਡ ਖੜਕਦੀ ਤੇ ਕਵੀਸ਼ਰੀ ਗਰਜਦੀ। 70ਵਿਆਂ 'ਚ ਬਲਵੰਤ ਸਿੰਘ ਸਿਆਸਤ ਵੱਲ ਖਿੱਚਿਆ ਗਿਆ ਤੇ ਇਕਬਾਲ ਰਛਪਾਲ ਹੋਰੀ ਕੈਨੇਡਾ ਪਹੁੰਚ ਗਏ। ਉਹਨਾਂ ਦੀ ਗਾਇਕੀ ਬੇਸਮੈਂਟਾਂ ਦੀਆਂ ਕੰਧਾਂ ਤੱਕ ਹੀ ਸੀਮਤ ਸੀ, ਜਿਹਨੂੰ ਯਾਰਾਂ ਦੋਸਤਾਂ ਨੇ ਜ਼ੋਰ ਪਾ ਕੇ ਬਾਹਰ ਕੱਢਿਆ। ਜਿੱਥੋਂ ਤੱਕ ਪਹਿਲੇ ਕਵੀਸ਼ਰ ਸ਼ੋਅ ਦੀ ਗੱਲ ਸੀ, ਹਫ਼ਤਾ ਪਹਿਲਾਂ ਹੀ ਸਾਰੀਆਂ ਟਿਕਟਾਂ ਵਿਕ ਗਈਆਂ ਸਨ ਤੇ ਬਹੁਤ ਸਾਰੇ ਸਰੋਤੇ 21ਵੀਂ ਸਦੀ ਦੀ ਕਵੀਸ਼ਰੀ ਸੁਣਨੋਂ ਵਾਂਝੇ ਰਹਿ ਗਏ। ਹਾਲ ਭਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਪੂਰੇ ਦੇ ਪੂਰੇ ਪਰਿਵਾਰ ਸ਼ੋਅ ਵੇਖਣ ਆਏ ਸਨ। ਦੂਜਾ ਕਾਰਨ ਸੀ ਸਰੋਤਿਆਂ ਦਾ ਦਾਰੂ ਸਿੱਕੇ ਤੋਂ ਸੋਫੀ ਰਹਿਣਾ ਤੇ ਅਜਿਹਾ ਗਾਉਣ ਸੁਣਨਾ ਜਿਹਨੂੰ ਸੁਣਦਿਆਂ ਪਰਿਵਾਰ ਦੇ ਕਿਸੇ ਜੀਅ ਨੂੰ ਸੰਗ ਸ਼ਰਮ ਦਾ ਸਾਹਮਣਾ ਨਾ ਕਰਨਾ ਪਵੇ। ਇਹ ਗੱਲ ਨਹੀਂ ਕਿ ਕਵੀਸ਼ਰੀ 'ਚ ਪ੍ਰੇਮੀ ਪ੍ਰੇਮਿਕਾ ਦਾ ਪਿਆਰ ਗਾਉਣਾ ਵਰਜਿਤ ਹੈ। ਰਛਪਾਲ ਨੇ ਹੀਰ ਗਾਈ, ਘਰ ਆ ਨਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ। ਹੀਰ ਕਾਹਦੀ ਗਾਈ? ਸਮਝੋ ਤਖ਼ਤ ਹਜ਼ਾਰਾ ਲੁੱਟਿਆ ਗਿਆ। 4 ਕੁ ਦਿਨਾਂ ਦੇ ਮੇਲੇ 'ਚ ਜੀਵਨ ਦੇ ਸਾਰੇ ਰੰਗ ਸਨ। ਪੈ ਗਿਆ ਵਿਛੋੜਾ ਸਾਰੇ ਪਰਿਵਾਰ ਦਾ। ਗਈ ਥਲ ਵਿੱਚ ਪੁੜਥਾ ਹੋ ਸੱਸੀ ਪੁੰਨਣਾ ਕਰਦੀ। ਜੋਗੀ ਉੱਤਰ ਪਹਾੜੋਂ ਆਏ, ਪਿੱਛੇ ਆ ਤੂੰ ਪਾ ਦੇ ਸੁੰਦਰਾਂ। ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੀ। ਨਿੰਮ ਦਾ ਮਾਣ ਕਰੀ ਨਾ ਹੀਰੇ, ਤੋਤਿਆਂ ਨੂੰ ਬਾਗ ਬੜੇ। ਮੈਨੂੰ ਤਤੜੀ ਨੂੰ ਗਲ ਨਾਲ ਲਾ ਲੈ ਵੇ, ਸੁਫਨੇ 'ਚ ਆਉਣ ਵਾਲਿਆ। ਆਓ ਗਿੱਧਿਆਂ ਦੇ ਪਿੜ ਵਿੱਚ ਆਓ ਕੁੜੀਓ, ਜੰਮੀ ਰੂਹਾਂ ਉੱਤੇ ਬਰਫ਼ ਹਟਾਓ ਕੁੜੀਓ। ਐਤਵਾਰ ਆਈ ਵੇ, ਸਾਨੂੰ ਸਾਧੂ ਆਈ ਵੇ, ਬਰਫੇ ਬਰਫੇ ਬਰਫੇ, ਚੰਦਰੇ ਕਨੇਡਾ ਨੇ ਹੌਲੇ ਕੱਖਾਂ ਤੋਂ ਕਰਦੇ। ਲੋਕ ਗਾਇਕੀ ਦੇ ਰੰਗ ਵਿੱਚ ਰੰਗਿਆ ਸ਼ੋਅ ਪੂਰੇ 2.5 ਘੰਟੇ ਮਨਾਂ ਨੂੰ ਸਰਸ਼ਾਰ ਕਰਦਾ ਰਿਹਾ। ਉੱਪਲ ਵੀਡੀਓ ਵਾਲੇ ਅਵਤਾਰ ਸਿੰਘ ਨੇ ਗਾਉਣਾ ਤਾਂ ਮਿਰਜ਼ਾ ਸੀ, ਪਰ ਉਹਨੇ ਸੋਜ਼ ਭਰੀ ਆਵਾਜ਼ 'ਚ ਬਿਰਹਾ ਦਾ ਗੀਤ ਗਾ ਕੇ ਹਾਜ਼ਰੀ ਲਵਾਈ, ਜੋ ਗੰਭੀਰ ਸਰੋਤਿਆਂ ਦੇ ਦਿਲਾਂ 'ਚ ਲੱਥ ਗਈ। ਉੱਥੇ ਕਰਨੈਲ ਸਿੰਘ, ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦਾ ਮਾਣ ਸਨਮਾਨ ਕੀਤਾ ਗਿਆ ਤੇ ਉਹਨਾਂ ਦੀ ਲੰਮੀ ਉਮਰ ਲਈ ਦੁਆ ਕੀਤੀ ਗਈ। ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਨੰਗੇਜ਼ ਵਾਲੀ ਗਾਇਕੀ ਦੇ ਖਿਲਾਫ ਲੋਕ ਲਹਿਰ ਚਲਾਉਣੀ ਸਮੇਂ ਦੀ ਲੋੜ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾਉਣੇ ਚਾਹੀਦੇ ਹਨ ਕਿ ਆਪਣੇ ਪਿੰਡਾਂ 'ਚ ਬੇਹੂਦਾ ਗਾਇਕੀ ਦੇ ਅਖਾੜੇ ਨਹੀਂ ਲੱਗਣ ਦੇਣਗੇ। ਉਹਨੇ ਦੱਸਿਆ ਕਿ ਕਵੀਸ਼ਰੀ ਰਾਹੀਂ ਉਹਨਾਂ ਨੇ ਕਦੇ ਮਾਇਆ ਦੀ ਭੁੱਖ ਨਹੀਂ ਵਿਖਾਈ, ਪਰ ਜਥੇ ਨੂੰ ਕਮੀ ਕਦੇ ਵੀ ਨਹੀਂ ਰਹੀ। ਸਰੋਤਿਆਂ ਦੀ ਮੰਗ ਉੱਤੇ ਉਹਨੇ ਕੁਝ ਦੋਹਰੇ ਸੁਣਾਏ। ਉਹਦੀ ਸੰਖ ਵਰਗੀ ਆਵਾਜ਼ 'ਚ ਪਹਿਲਾਂ ਵਾਲੀ ਬੁਲੰਦੀ ਹਾਲਾਂ ਵੀ ਕਾਇਮ ਸੀ। ਕਵੀਸ਼ਰ ਕਰਨੈਲ ਸਿੰਘ ਨੇ ਆਖਿਆ, ਲੋਕੋ ਤੁਸੀਂ ਸਾਡੀ ਮੂਲੋਂ ਹੀ ਬਹੁਤੀ ਵਡਿਆਈ ਕਰੀ ਜਾਂਦੇ ਹੋ, ਅਸੀਂ ਇਹਦੇ ਲਾਇਕ ਨਹੀਂ। ਮੈਂ 20 ਸਾਲਾਂ ਦਾ ਸੀ ਤੇ ਰਣਜੀਤ 15 ਦਾ, ਜਦੋਂ ਦੇ ਅਸੀਂ ਇਕੱਠੇ ਹਾਂ। ਸਾਡੀ ਸਾਂਝ ਦਾ ਕਾਰਨ ਹਮੇਸ਼ਾ ਆਪੋ ਆਪਣਾ ਮੁੱਲ ਘਟਾ ਕੇ ਦੱਸਣਾ ਰਿਹਾ ਹੈ। ਅਖੀਰ ਉਮਰੇ ਮੇਰਾ ਇਹੋ ਕਹਿਣਾ ਕਿ ਜਿਹਨੇ ਜ਼ਿੰਦਗੀ 'ਚ ਕਾਮਯਾਬ ਹੋਣਾ, ਉਹ ਆਪ ਦਾ ਮੁੱਲ ਵਧਾ ਕੇ ਨਾ ਦੱਸੇ, ਸਗੋਂ ਘਟਾ ਕੇ ਦੱਸੇ। ਖਾਲੀ ਭਾਂਡੇ 'ਚ ਤਾਂ ਕੁਝ ਪੈ ਜੂ, ਭਰੇ 'ਚ ਕੋਈ ਕੀ ਪਊ। ਪਾਰਸ ਦੇ ਛੋਟੇ ਪੁੱਤਰ ਡਾਕਟਰ ਰਛਪਾਲ ਗਿੱਲ ਨੇ ਭੇਤ ਖੋਲ੍ਹਿਆ ਕਿ ਮੈਂ ਉਦੋਂ ਨਿੱਕਾ ਜਿਹਾ ਸੀ, ਬਾਪੂ ਜੀ ਘਰੋਂ ਤੁਰੇ ਰਹਿੰਦੇ ਸਨ। ਅੱਕੀ ਹੋਈ ਬੇਬੇ ਇੱਕ ਦਿਨ ਬਾਪੂ ਨੂੰ ਕਹਿੰਦੀ, ਜਾ ਮੈਨੂੰ ਛੱਡ ਦੇ,
ਜਾਂ ਕਵੀਸ਼ਰੀ ਛੱਡ ਦੇ। ਬਾਪੂ ਨੇ ਬੇਬੇ ਨੂੰ ਜੱਫੀ ਪਾ ਲਈ ਤੇ ਕਹਿਣ ਲੱਗਾ, ਮੈਂ ਦੋਹੇ ਨਹੀਂ ਛੱਡਦਾ। ਹਾਲ ਵਿੱਚ ਉਹਨਾਂ ਦੀ ਬੇਬੇ ਵੀ ਹਾਜ਼ਰ ਸੀ, ਜਿਹਨੇ ਪੁੱਤਰਾਂ ਦੇ ਸਿਰਾਂ ਉੱਤੋਂ ਡਾਲਰ ਵਾਰੇ। ਉਹਨਾਂ ਦੀ ਭੈਣ ਚਰਨਜੀਤ ਕੌਰ ਨੋਟ ਵਾਰਨ ਆਈ ਤਾਂ ਇਕਬਾਲ ਕਹਿਣ ਲੱਗਾ, ਤੂੰ ਰਹਿਣ ਦੇ ਬੀਬੀ, ਇੱਥੇ 5 ਦੇ ਕੇ ਘਰੇ 50 ਮੰਗ ਲੈਣੇ ਆ। ਇਸ ਤਰ੍ਹਾਂ ਦੇ ਹਾਸੇ ਠੱਠੇ ਵਾਲਾ ਪਰਿਵਾਰਕ ਪ੍ਰੋਗਰਾਮ ਸਰੋਤਿਆਂ ਤੇ ਕੁਤਕੁਤਾੜੀਆਂ ਕੱਢਦਾ ਰਿਹਾ। ਬਾਪੂ ਦੇ ਅਮਲਾਂ ਉੱਤੇ ਚੱਲਦੇ ਰਾਮੂ ਵਾਲੀਏ ਭਰਾ ਆਪਣਾ ਮੁੱਲ ਬਹੁਤ ਘੱਟ ਦੱਸ ਰਹੇ ਸਨ। ਜਿਹੜੇ ਉਹਨਾਂ ਨੂੰ ਨੇੜਿਓਂ ਜਾਣਦੇ ਹਨ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਅੰਦਰ ਅਲੋਕਾਰ ਪ੍ਰਤਿਭਾ ਛੁਪੀ ਹੋਈ ਹੈ। ਉਹ ਕਲਮ ਦੇ ਧਨੀ ਹਨ ਤੇ ਬੋਲਾਂ ਦੇ ਬਾਦਸ਼ਾਹ। ਪਾਰਸ ਦੇ ਵੱਡੇ ਪੁੱਤਰ ਮਾਸਟਰ ਹਰਚਰਨ ਸਿੰਘ ਗਿੱਲ ਨੇ ਕਿਹਾ, ਰਣਜੀਤ ਪਾਰਸ ਹੈ ਤਾਂ ਪਾਰਸ ਰਣਜੀਤ। ਸਾਡਾ ਇਹ ਸਮਾਗਮ ਪਲੇਠਾ ਜ਼ਰੂਰ ਹੈ ਪਰ ਅੰਤਮ ਨਹੀਂ। ਉਹਨੇ ਸਭਨਾਂ ਦਾ ਧੰਨਵਾਦ ਕੀਤਾ। ਪਾਰਸ ਢਲਦੀ ਉਮਰੇ ਕੈਨੇਡਾ ਚਲਾ ਗਿਆ ਸੀ, ਜਿੱਥੇ ਉਹਦੇ 3 ਪੁੱਤਰ ਤੇ 1 ਪੁੱਤਰੀ ਪਹੁੰਚ ਚੁੱਕੇ ਸਨ। ਉੱਥੇ ਪਾਰਸ ਦੰਪਤੀ ਨੇ ਹਰਭਜਨ ਤੇ ਗੁਰਸੇਵਕ ਮਾਨ ਨੂੰ ਪੁੱਤਰਾਂ ਵਾਂਗ ਸੰਭਾਲਿਆ ਤੇ ਗਾਇਕੀ 'ਚ ਪ੍ਰਬੀਨ ਕੀਤਾ। ਉਹਨਾਂ ਨੂੰ ਨਾਲ ਲੈ ਕੇ ਕੁਝ ਸਮਾਂ ਕੈਨੇਡਾ ਵਿੱਚ ਵੀ ਕਵੀਸ਼ਰੀ ਕੀਤੀ। ਖੇਤਾਂ 'ਚ ਬੇਰੀ ਤੋੜਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਬਾਰੇ ਛੰਦ ਜੋੜਿਆ, ਪੁੱਤ ਫਾਰਮ ਵਾਲੇ ਦਾ ਢੀਠਾ ਵਾਂਗ ਝਾਕਦਾ ਟੇਢਾ, ਮੈਂ ਦੋਜ਼ਖ ਭੋਗ ਰਹੀ, ਤੁਹਾਡੇ ਭਾ ਦਾ ਸੁਰਗ ਕਨੇਡਾ। ਧਰਤੀ ਉੱਤੇ ਵੱਧ ਮੌਜਾਂ ਕਰਦੇ ਆ ਇੱਥੇ ਸਿਰਫ ਬਿੱਲੀਆਂ ਕੁੱਤੇ, ਪਾੜੀ ਮਜ਼ਦੂਰਾਂ ਨੂੰ ਫਿਰਦੇ ਡਾਲਰ ਦੇ ਵਣਜਾਰੇ, ਸਭ ਆਦਮਖੋਰਾਂ ਨੂੰ ਕਰਦਾ ਚਿੱਤ ਸਮੁੰਦਰ, ਖਾਰੇ ਦੇ ਵਿੱਚ ਰੋੜਾਂ, ਇੰਗਲਿਸ਼ ਦੀ MA ਮੈਂ ਬਾਪੂ, ਮੀਂਹ ਵਿੱਚ ਬੇਰੀ ਤੋੜਾਂ। ਟਰੱਕਾਂ ਵਾਲਿਆਂ ਨੂੰ ਯੁੱਗ ਯੁੱਗ ਜਿਉਣ ਦੀਆਂ ਅਸੀਸਾਂ ਦਿੱਤੀਆਂ। ਬੈਠ ਮਾਲਵੇ ਵਾਲਿਆਂ ਕੋਲੇ ਚੰਦ ਰਣਜੀਤ ਉਡੀਕਣ, ਸੂਬੇਦਾਰਾ ਕਰਨੈਲ ਕਵੀਸ਼ਰ ਆਇਆ ਨਹੀਂ ਹੁਣ ਤੀਕਰ, ਉਹ ਵੀ ਬੁੱਟਰੋਂ ਬਹਿ ਮੌਕੇ ਤੇ ਆ ਵੱਜਿਆ ਬਰਨਾਲੇ, ਯੁੱਗ ਯੁੱਗ ਜਿਉਂਦੇ ਰਹਿਣ ਮੋਟਰਾਂ ਤੇ ਟਰੱਕਾਂ ਵਾਲੇ। 1984 'ਚ ਉਹਨੇ ਸਟੇਜਾਂ ਤੇ ਕਵੀਸ਼ਰੀ ਕਰਨੀ ਛੱਡ ਦਿੱਤੀ ਸੀ। ਕੈਨੇਡਾ ਰਹਿੰਦਿਆਂ ਉਹ ਤੇ ਉਹਦੀ ਪਤਨੀ ਸਿਆਲਾਂ 'ਚ ਰਾਮੂ ਵਾਲੇ ਆ ਜਾਂਦੇ ਸਨ। ਆ ਕੇ ਜ਼ਮੀਨ ਦਾ ਮਾਮਲਾ ਉਗਰਾਉਂਦੇ ਤੇ ਪਿੰਡ ਦੇ ਸਾਂਝੇ ਕਾਰਜਾਂ 'ਚ ਯੋਗਦਾਨ ਪਾਉਂਦੇ। ਕੈਨੇਡਾ 'ਚ ਆਪਣਾ 90ਵਾਂ ਜਨਮ ਦਿਨ ਮਨਾ ਕੇ ਉਹ ਮਰਨ ਲਈ ਰਾਮੂ ਵਾਲੇ ਪਰਤ ਆਇਆ ਸੀ। ਰਾਮੂ ਵਾਲੇ ਆ ਕੇ ਵੀ ਉਹ 2.5 ਸਾਲ ਜਿਉਂਦਾ ਰਿਹਾ, ਜਿੱਥੇ ਉਹਦੀ ਪਤਨੀ ਉਸ ਤੋਂ 9 ਮਹੀਨੇ ਪਹਿਲਾਂ ਪੂਰੀ ਹੋਈ। ਅਸੀਂ ਚਾਹੁੰਦੇ ਸਾਂ ਉਹ ਸੈਂਚਰੀ ਮਾਰੇ, ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ। ਉਹ ਜ਼ਿੰਦਗੀ ਦੀ ਸ਼ਾਮ ਬੜੀ ਸੋਹਣੀ ਗੁਜ਼ਾਰ ਰਿਹਾ ਸੀ। ਉਹਦੀ ਸ਼ਾਮ ਹੁੰਦੀ ਵੀ ਰੰਗੀਨ ਸੀ। ਉਂਝ ਵੀ ਉਹ ਬੜਾ ਰੰਗੀਲੜਾ ਤੇ ਮਿਲਾਪੜਾ ਸੱਜਣ ਸੀ, ਜਿਹਦੀਆਂ ਗੱਲਾਂ ਬਾਤਾਂ 'ਚੋਂ ਫੁੱਲ ਝੜੀਆਂ ਝੜਦੀਆਂ ਤੇ ਅਨਾਰ ਖਿੜਦੇ ਰਹਿੰਦੇ। ਰੰਗ ਬਿਰੰਗੀਆਂ ਮਤਾਬੀਆਂ ਜਗਦੀਆਂ, ਵਿੱਚੇ ਉਹ ਸਿਆਣਪਾਂ ਦੇ ਹੀਰੇ ਮੋਤੀਆਂ ਦੀ ਸੋਟ ਕਰੀ ਜਾਂਦਾ। ਲੱਗਦਾ ਸੀ ਜਿਵੇਂ ਕੋਈ ਪੈਗੰਬਰ ਬੋਲ ਰਿਹਾ ਹੋਵੇ। 90 ਸਾਲਾਂ ਨੂੰ ਢੁੱਕ ਕੇ ਵੀ ਉਹਦੇ ਬੋਲਾਂ 'ਚ ਗੜਕਾ ਸੀ ਤੇ ਉਹ ਸਿੱਧਾ ਹਿੱਕ 'ਚ ਬੋਲਦਾ ਸੀ। ਇਹ ਵੱਖਰੀ ਗੱਲ ਸੀ ਕਿ ਉਹਨੂੰ ਉੱਚਾ ਸੁਣਨ ਲੱਗ ਪਿਆ ਸੀ, ਜਿਸ ਕਰਕੇ ਕੰਨਾਂ 'ਚ ਮਸ਼ੀਨ ਲਾਉਣੀ ਪੈਂਦੀ ਸੀ। ਨਜ਼ਰ ਠੀਕ ਸੀ ਤੇ ਸੁਰਤੀ ਵੀ ਟਿਕਾਣੇ ਸਿਰ ਸੀ। ਸਿਰਫ ਲੱਤਾਂ ਸਨ ਜਿਹੜੀਆਂ ਭਾਰ ਨਹੀਂ ਸਨ ਝੱਲਦੀਆਂ। ਗੋਡਿਆਂ ਤੇ ਗਿੱਟਿਆਂ 'ਚ ਕੁਝ ਸੋਜ ਰਹਿੰਦੀ ਸੀ। ਤੁਰਦਾ ਉਹ ਵਾਸ਼ਰੂਮ ਤੱਕ ਹੀ ਸੀ ਤੇ ਉਹ ਵੀ ਵਾਕਰ ਦੇ ਸਹਾਰੇ। ਉਂਝ ਉਹ ਲੱਖਾਂ ਮੀਲ ਤੁਰਿਆ ਫਿਰਿਆ ਸੀ। ਲਾਹੌਰ ਤੋਂ ਦਿੱਲੀ ਤੇ ਬੰਬਈ ਤੋਂ ਕਲਕੱਤੇ ਤੱਕ ਦੇਸ਼ ਦੇ ਸਾਰੇ ਵੱਡੇ ਸ਼ਹਿਰ ਗਏ ਸਨ। ਸਿੰਗਾਪੁਰ, ਮਲਾਇਆ, ਥਾਈਲੈਂਡ, ਇੰਗਲੈਂਡ, ਅਮਰੀਕਾ ਤੇ ਕੈਨੇਡਾ 'ਚ ਉਹਦੇ ਜੱਥੇ ਨੇ ਦੀਵਾਨ ਸਜਾਏ ਸਨ। ਰੇਡੀਓ ਦਾ ਈਅਰਫੋਨ ਉਹਦੇ ਕੰਨਾਂ ਨਾਲ ਲੱਗਾ ਹੁੰਦਾ ਸੀ ਤੇ ਅੱਖਾਂ ਅਖਬਾਰ, ਰਸਾਲੇ ਤੇ ਕਿਤਾਬਾਂ ਪੜ੍ਹਦੀਆਂ ਰਹਿੰਦੀਆਂ ਸਨ। ਉਹਨੂੰ ਨਵਾਂ ਕੁਝ ਪੜ੍ਹਨ ਦੀ ਅਥਾਹ ਲੋਚਾ ਸੀ ਤੇ ਜਗ ਜਹਾਨ ਦੀਆਂ ਖਬਰਾਂ ਨਾਲ ਗਹਿਰਾ ਸਰੋਕਾਰ ਸੀ। ਕਹਿੰਦਾ ਹੁੰਦਾ ਸੀ, ਮੌਤ ਦਾ ਮੈਨੂੰ ਕੋਈ ਡਰ ਨਹੀਂ, ਪਰ ਮਰਨ ਦੀ ਵੀ ਕੋਈ ਕਾਹਲੀ ਨਹੀਂ। ਜਿੱਦਣ ਕੁਦਰਤ ਦੀ ਸੁਪਰੀਮ ਕੋਰਟ ਦੇ ਵਾਰੰਟ ਆਏ ਤੇ ਆਖਾਂਗਾ, ਆਹ ਹੱਥ ਵਿਚਲੇ ਸਫ਼ੇ ਪੜ੍ਹ ਲੈਣ ਦਿਓ, ਰੇਡੀਓ ਦੀਆਂ ਖਬਰਾਂ ਸੁਣ ਲੈਣ ਦਿਓ, ਫਿਰ ਲੈ ਜਿਓ ਜਿੱਥੇ ਲਿਜਾਣਾ। ਉਹਨੇ ਲਿਖਿਆ ਸੀ, ਕੁਦਰਤ ਦੀ ਸੁਪਰੀਮ ਕੋਰਟ ਦੇ ਆਏ ਵਾਰੰਟ ਨਾ ਸਕੂੰ ਢਾਲ, ਭੋਗੀ ਥੋੜ੍ਹੀ ਮਾਣੀ ਬਹੁਤੀ ਆਯੂ ਰੱਜ ਕੇ 90 ਸਾਲ। ਉਂਝ ਉਹਨੂੰ ਪਤਾ ਸੀ ਕਿ ਨਾ ਉਹਨੂੰ ਕਿਸੇ ਨੇ ਲੈਣ ਆਉਣਾ ਤੇ ਨਾ ਉਹਨੇ ਕਿਤੇ ਜਾਣਾ। ਨਾ ਕੋਈ ਧਰਮਰਾਜ ਸੀ ਤੇ ਨਾ ਕੋਈ ਨਰਕ ਸੁਰਗ। ਉਹ ਰੱਬ ਦੀ ਹੋਂਦ ਨੂੰ ਨਹੀਂ ਸੀ ਮੰਨਦਾ ਤੇ ਨਾ ਕਿਸੇ ਦੇਵੀ ਦਿਓਤੇ ਨੂੰ। ਮਨ ਮਨੌਤ ਦੀਆਂ ਥਾਵਾਂ ਨੂੰ ਉਹ ਠੱਗੀਆਂ ਮਾਰਨ ਦੇ ਟਕਵੰਜ ਦੱਸਦਾ ਸੀ। ਉਹ ਵਿਗਿਆਨਕ ਸੋਚ ਵਾਲਾ ਤਰਕਸ਼ੀਲ ਇਨਸਾਨ ਸੀ। ਕਹਿੰਦਾ ਸੀ, ਪਰਲੋ ਪਾਪਾਂ ਨਾਲ ਨਹੀਂ ਆਉਣੀ, ਇਹ ਉਦੋਂ ਆਊ ਜਦੋਂ ਧਰਤੀ ਸੂਰਜ ਦੇ ਨੇੜੇ ਜਾ ਕੇ ਸੜ ਗਈ ਜਾਂ ਦੂਰ ਜਾ ਕੇ ਠਰ ਗਈ। ਉਹ ਇਹ ਵੀ ਕਹਿੰਦਾ ਸੀ, ਜਦੋਂ ਮੈਂ ਮਰਾਂ ਸ਼ਹਿਨਾਈਆਂ ਵੱਜਣ ਤੇ ਖੁਸ਼ੀ ਮਨਾਈ ਜਾਵੇ। ਮੇਰੀ ਦੇਹ ਕਿਸੇ ਮੈਡੀਕਲ ਕਾਲਜ ਨੂੰ ਦੇ ਦਿੱਤੀ ਜਾਵੇ। ਕੋਈ ਅੰਗ ਕਿਸੇ ਦੀ ਵਰਤੋਂ 'ਚ ਆ ਸਕਦਾ ਹੋਵੇ ਤਾਂ ਉਹ ਕੱਢ ਲਿਆ ਜਾਵੇ, ਤਾਂ ਕਿ ਮੈਂ ਮਰ ਕੇ ਵੀ ਕਿਸੇ ਦੇ ਕੰਮ ਆ ਸਕਾਂ। ਮੇਰਾ ਕੋਈ ਧਾਰਮਿਕ ਕਿਰਿਆ ਕਰਮ ਨਾ ਕੀਤਾ ਜਾਵੇ। ਕੀਤਾ ਜਾਵੇ ਤਾਂ ਮੈਂ
ਕੀਤਾ ਗਿਆ ਤਾਂ ਮੈਂ ਸਮਝੂ ਮੈਨੂੰ ਦੁਬਾਰਾ ਮਾਰਿਆ ਜਾ ਰਿਹਾ। ਪਾਰਸ ਅੱਧੀ ਸਦੀ ਤੋਂ ਵੱਧ ਸਟੇਜਾਂ ਦਾ ਸ਼ਿੰਗਾਰ ਰਿਹਾ। ਛੰਦ ਜੋੜੀ ਗਿਆ ਤੇ ਆਪਣੇ ਜਥੇ ਨਾਲ ਕਵੀਸ਼ਰੀ ਕਰਦਾ ਅਗਾਂਹ-ਵਧੂ ਵਿਚਾਰਾਂ ਦਾ ਪ੍ਰਚਾਰ ਕਰਦਾ ਰਿਹਾ। ਜਨਤਾ ਨੂੰ ਵਹਿਮਾਂ ਭਰਮਾਂ ਚੋਂ ਕੱਢਦਾ ਗਿਆ। ਉਹਨੇ ਲੋਕਾਂ ਦਾ ਸਿਹਤਮੰਦ ਮਨੋਰੰਜਨ ਕੀਤਾ। ਉਹਦੇ ਜਥੇ ਨੇ ਧਰਮ, ਇਤਿਹਾਸ, ਸੱਭਿਆਚਾਰ ਤੇ ਲੋਕ ਗਾਥਾਵਾਂ ਨੂੰ ਰੂਹ ਨਾਲ ਗਾਇਆ। ਸਟੇਜ ਉੱਤੇ ਉਹ ਪ੍ਰਚਾਰਕ ਹੁੰਦਾ ਸੀ, ਪਰ ਸਟੇਜ ਤੋਂ ਉਤਰ ਕੇ ਬੇਪਰਵਾਹ ਬੰਦੇ ਵਾਂਗ ਵਿਚਰਦਾ ਸੀ। ਉਹਦੇ 'ਚ ਉਹ ਸਾਰੇ ਐਬ ਸਨ ਜੋ ਕੁਦਰਤ ਨੇ ਬੰਦੇ 'ਚ ਭਰੇ ਹਨ। ਉਂਝ ਤਾਂ ਉਹ ਪਹਿਲਾਂ ਵੀ ਖੁੱਲ੍ਹੀਆਂ ਗੱਲਾਂ ਕਰ ਲੈਂਦਾ ਸੀ, ਪਰ ਪਿੱਛੋਂ ਖੁਸ਼ਵੰਤ ਸਿੰਘ ਵਾਂਗ ਬਹੁਤ ਹੀ ਖੁੱਲ੍ਹੀਆਂ ਗੱਲਾਂ ਕਰਨ ਲੱਗ ਪਿਆ ਸੀ ਤੇ ਓਹਲੇ ਵਾਲੀਆਂ ਗੱਲਾਂ ਵੀ ਦੱਸੀ ਜਾਂਦਾ ਸੀ। ਉਹ ਨਾ ਲਿਖਣੀਆਂ ਹੀ ਬਿਹਤਰ ਹਨ। ਜਵਾਨੀ 'ਚ ਪੁੱਠੇ ਪੰਗੇ ਲੈਂਦਿਆਂ ਉਹ ਮਸਾਂ ਬਚਿਆ ਸੀ। ਉਹਨੂੰ ਕੋਠੇ ਤੋਂ ਛਾਲ ਮਾਰਨੀ ਪਈ ਸੀ ਤੇ ਕਿਸੇ ਦੀ ਮੰਜੀ ਹੇਠ ਲੁਕਣਾ ਪਿਆ ਸੀ। ਜਦੋਂ ਕਦੇ ਸ਼ਾਮ ਵੇਲੇ ਉਹਨੂੰ ਮਿਲਣ ਜਾਈਦਾ ਸੀ ਤਾਂ ਉਹ ਆਪਣੇ ਕਮਰੇ 'ਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਜਾਂ ਰੇਡੀਓ ਸੁਣ ਰਿਹਾ ਹੁੰਦਾ ਸੀ। ਮਿਲਣ ਵਾਲਿਆਂ ਨੂੰ ਵੇਖ ਕੇ ਉਹਦਾ ਚਿਹਰਾ ਖਿੜ ਉੱਠਦਾ ਸੀ। ਉਹ ਆਏ ਗਏ ਦੇ ਹੱਥ ਚੁੰਮਦਾ, ਮੱਥਾ ਚੁੰਮਦਾ, ਲੋਹੜੀ ਦੀ ਆਪਣੱਤ ਜਤਾਉਂਦਾ। ਉਹਦੀ ਕੁਰਸੀ ਘੁੰਮਣ ਵਾਲੀ ਹੁੰਦੀ ਸੀ ਜੋ ਹਰ ਕਿਸੇ ਵੱਲ ਮੂੰਹ ਕਰ ਲੈਂਦੀ ਸੀ। ਬਰੈਂਪਟਨ ਵਿੱਚ ਮੈਂ 5-6 ਸਾਲ ਉਹਨੂੰ ਮਿਲਦਾ ਰਿਹਾ, ਕਦੇ ਹਫ਼ਤੇ ਬਾਅਦ, ਕਦੇ ਮਹੀਨੇ ਬਾਅਦ। ਬਾਪੂ ਪਾਰਸ ਤੇ ਬੇਬੇ ਦਲਜੀਤ ਕੌਰ ਆਪਣੇ ਪੁੱਤਰਾਂ ਪਾਸ ਨਹੀਂ, ਆਪਣੀ ਧੀ ਕੋਲ ਰਹਿੰਦੇ ਸਨ। ਮੈਂ ਵੀ ਉਹਨਾਂ ਦੇ ਨੇੜੇ ਹੀ ਰਹਿੰਦਾ ਸਾਂ। ਬਰੈਂਪਟਨ ਵਿੱਚ ਧੀ ਜਵਾਈ ਦੇ ਘਰ ਬਣੀ ਪਾਰਸ ਕੁਟੀਆ 11-12 ਫੁੱਟ ਦੀ ਸੀ, ਜਿਸ ਵਿੱਚ ਪਲੰਘ ਤੇ ਕੁਰਸੀ ਮੇਜ਼ ਡੱਠੇ ਹੋਏ ਸਨ। ਇੱਕ ਨਿੱਕਾ ਜਿਹਾ ਫਰਿੱਜ ਸੀ, ਇੱਕ ਅਲਮਾਰੀ। ਉਹਦੀ ਕੁਰਸੀ ਪਿੱਛੇ ਲੈਂਪ ਜਗਦਾ ਰਹਿੰਦਾ ਸੀ ਤੇ ਉਹ ਆਮ ਕਰਕੇ ਨੰਗੇ ਸਿਰ ਬੈਠਾ ਹੁੰਦਾ ਸੀ। ਆਇਆ ਗਿਆ ਵਿਸ਼ੇਸ਼ ਹੋਵੇ ਤਾਂ ਉਹਦੇ ਸਤਿਕਾਰ 'ਚ ਸਿਰ ਤੇ ਪੱਗ ਰੱਖ ਲੈਂਦਾ ਸੀ। ਉਹਦੀ ਸੱਜੀ ਬਾਂਹ ਉੱਤੇ ਕਰਨੈਲ ਸਿੰਘ ਕਵੀਸ਼ਰ ਖੁਣਿਆ ਹੋਇਆ ਸੀ ਤੇ ਖੱਬੇ ਪੱਟ ਉੱਤੇ ਮੋਰਨੀ ਪਾਈ ਹੋਈ ਸੀ। ਪੱਟ ਦੀ ਘੁੱਗੀ ਢੈਲੀ ਪੈ ਜਾਣ ਨਾਲ ਮੋਰਨੀ ਵੀ ਢਿਲਕ ਗਈ ਸੀ। ਦਾੜੀ ਉਹਦੀ ਵਿਰਲੀ ਸੀ, ਜਿਹਨੂੰ ਉਹ ਬੰਨ੍ਹ ਕੇ ਰੱਖਦਾ ਸੀ। ਅੱਖਾਂ ਉਹਦੀਆਂ ਤਰਲ ਰਹਿੰਦੀਆਂ ਸਨ ਤੇ ਗੰਨੀਆਂ ਰਤਾ ਕੁ ਫੁੱਲੀਆਂ। ਉਹ ਸੁਰਮਾ ਪਾਉਣ ਤੇ ਕੰਨ ਉੱਤੇ ਇਤਰ ਦਾ ਫੰਭਾ ਰੱਖਣ ਦਾ ਸ਼ੌਕੀਨ ਸੀ। ਮੈਂ ਮਿਲਣ ਜਾਂਦਾ ਤਾਂ ਅਮਰਜੀਤ ਨੂੰ ਆਵਾਜ਼ ਮਾਰਦਾ, ਸਰਵਣ ਸਿਉ ਆਇਆ ਹੈ, ਕਰ ਫਿਰ ਸੇਵਾ। ਸੇਵਾ ਦਾ ਮਤਲਬ ਉਹ ਜਾਣਦਾ ਸੀ। ਉਹ ਮੁਸਕਰਾਉਂਦਾ ਹੋਇਆ ਪਹਿਲਾਂ ਹੀ ਟਰੇ 'ਚ ਗਲਾਸ ਤੇ ਬੋਤਲ ਚੁੱਕੀ ਆਉਂਦਾ ਹੁੰਦਾ ਸੀ। ਦਾਰੂ ਦੀ ਉਸ ਘਰ 'ਚ ਕਦੇ ਟੋਟ ਨਹੀਂ ਸੀ ਆਈ। ਉਹ ਡਿਊਟੀ ਰਛਪਾਲ ਨੇ ਸੰਭਾਲੀ ਹੋਈ ਸੀ। ਸੇਵਾ ਕਰਨ 'ਚ ਅਮਰਜੀਤ ਵਾਧੂ ਸੀ। ਜੱਟਾਂ ਦਾ ਸ਼ਾਇਦ ਹੀ ਕੋਈ ਜਵਾਈ ਭਾਈ ਅਮਰਜੀਤ ਧਾਲੀਵਾਲ ਵਰਗਾ ਫਰਮਾਬਰਦਾਰ ਹੋਵੇ। ਪਾਰਸ ਕੁਟੀਆ ਵਿੱਚ 2x2.5 ਫੁੱਟ ਦਾ ਇੱਕ ਮੇਜ਼ ਸੀ, ਜਿਸ 'ਚ 6 ਦਰਾਜ ਸਨ। ਉਹਨਾਂ 'ਚ ਉਹਦਾ ਬਹੁਤ ਕੁਝ ਬੰਦ ਸੀ। ਜਦੋਂ ਘੜੀ ਦੀ ਸੂਈ ਸ਼ਾਮ ਦੇ 7 ਵਜਾਉਂਦੀ ਸੀ ਤਾਂ ਸਭ ਤੋਂ ਹੇਠਲੇ ਦਰਾਜ 'ਚੋਂ ਲੰਮੀ ਚਿੱਟੀ ਪਲਾਸਟਿਕ ਦੀ ਸ਼ੀਸ਼ੀ ਕੱਢਦਾ, ਜਿਸ 'ਚ ਸ਼ਕਤੀ ਵਾਟਰ ਭਰਿਆ ਹੁੰਦਾ। ਉਹ ਬੇਬੀ ਆਇਲ ਵਾਲੀ ਸ਼ੀਸ਼ੀ ਹੁੰਦੀ। ਫਿਰ ਉਹ ਪਲਾਸਟਿਕ ਦਾ ਨਿੱਕਾ ਜਿਹਾ ਮੱਗ ਚੁੱਕਦਾ, ਜਿਸ ਉੱਤੇ ਮਿਲੀਲੀਟਰਾਂ ਤੇ ਔਂਸਾਂ ਦੀਆਂ ਲਾਲ ਲਕੀਰਾਂ ਲੱਗੀਆਂ ਹੁੰਦੀਆਂ। ਬੱਲਬ ਦੇ ਸਾਹਮਣੇ ਕਰਕੇ ਉਹ ਸ਼ੀਸ਼ੀ ਦਾ ਢਿੱਡ ਘੁੱਟਦਾ, ਜਿਸ ਨਾਲ ਮੱਗ 'ਚ ਪਤਲੀ ਜਿਹੀ ਪਿਚਕਾਰੀ ਵੱਜਦੀ। 5-7 ਪਿਚਕਾਰੀਆਂ ਨਾਲ ਉਹਦਾ 75 ਮਿਲੀਲੀਟਰ ਦਾ ਕੋਟਾ ਪੂਰਾ ਹੋ ਜਾਂਦਾ ਤੇ ਉਹਦੇ ਵਿੱਚ ਸ਼ਹਿਦ, ਪਾਣੀ ਤੇ ਸੋਡਾ ਮਿਲਾ ਲੈਂਦਾ। ਬੋਤਲ 'ਚੋਂ ਸਿੱਧੀ ਇਸ ਕਰਕੇ ਨਹੀਂ ਸੀ ਪਾਉਂਦਾ ਕਿਤੇ ਬਹੁਤੀ ਨਾ ਪੈ ਜੇ ਤੇ ਉਹ ਉੱਤੋਂ ਦੀ ਨਾ ਹੋ ਜੇ। ਬੁਢਾਪੇ 'ਚੋਂ ਮਿਣ ਕੇ ਪੀਂਦਾ ਸੀ, ਪਰ ਪਹਿਲਾਂ ਅਣਮਿਣਿਆ ਹੀ ਚੱਲਿਆ ਸੀ। ਕਦੇ ਪਊਆ, ਕਦੇ ਅਧੀਆ, ਕਦੇ ਪੂਰੀ ਬੋਤਲ। ਹੁਣ ਜੇ ਮੈਂ ਉਹਦੀ ਪੀਣ ਦੀ ਗੱਲ ਇੱਥੇ ਹੀ ਛੱਡ ਦਿਆਂ ਤਾਂ ਤੋਰਨੀ ਕਾਹਨੂੰ ਸੀ। 75 ਮਿਲੀਲੀਟਰ ਦੇ ਫਾਈਨਲ ਰਾਊਂਡ 'ਚ ਪਹੁੰਚਣ ਲਈ ਉਹਨੇ 75 ਸਾਲ ਹੀਟਾਂ ਲਾਈਆਂ ਸਨ। ਡਰਮਾਂ ਦੇ ਡਰਮ ਸ਼ਰਾਬ ਪੀਤੀ ਸੀ, ਵਿੱਚੇ ਠੇਕੇ ਦੀ, ਵਿੱਚੇ ਘਰ ਦੀ, ਵਿੱਚੇ ਬਾਹਰ ਦੀ। ਸ਼ਰਾਬ ਪੀਣ ਪਿਆਉਣ ਦੇ ਮਾਮਲੇ 'ਚ ਉਹ ਇੰਨਾ ਖੁੱਲ੍ਹਾ ਸੀ ਕਿ ਅਖਾੜੇ ਦੀ ਸਾਈ ਫੜਨ ਲੱਗਿਆ ਪਹਿਲਾਂ ਹੀ ਬੋਤਲ ਪੱਕੀ ਕਰ ਲੈਂਦਾ ਸੀ। ਸਾਥੀਆਂ ਨੂੰ ਕਹਿੰਦਾ ਸੀ, ਬਈ ਜਿੰਨਾ ਚਿਰ ਮੇਰੇ ਬਟੂਏ 'ਚ ਪੈਸੇ ਆ, ਮੈਨੂੰ ਗਾਲ ਲੱਗੇ ਜੇ ਮੈਂ ਕਿਸੇ ਹੋਰ ਨੂੰ ਖਰਚਣ ਦੇਵਾਂ, ਤੇ ਵਾਹ ਲੱਗਦੀ ਉਹ ਖਰਚਣ ਵੀ ਨਹੀਂ ਸੀ ਦਿੰਦਾ। ਮੁੜ ਕੇ ਉਹ ਫੇਰ ਉਹਦੇ 6 ਦਰਾਜਾਂ ਵਾਲੇ ਮੇਜ਼ ਦੀ ਗੱਲ ਕਰਦੇ ਆ। ਮਿਣਵਾਂ ਪੈਗ ਪਾ ਕੇ ਉਹ ਮੇਜ਼ ਦਾ ਦੂਜਾ ਦਰਾਜ ਖੋਲ੍ਹਦਾ, ਉਹਦੇ 'ਚੋਂ ਸੌਗੀ ਮੂੰਗਫਲੀ ਤੇ ਮੱਕੀ ਛੋਲਿਆਂ ਦੇ ਦਾਣੇ ਕੱਢਦਾ, ਦਾਣਿਆਂ ਨੂੰ ਦਾਲ ਚੁਗਣ ਵਾਂਗ ਛਾਂਟਦਾ ਤੇ ਉਹਨਾਂ ਨਾਲ ਅੱਧੀ ਕੁ ਕੌਲੀ ਭਰ ਲੈਂਦਾ। ਕਹਿੰਦਾ, ਲਓ, ਇਹਦੇ 'ਚੋਂ ਮੈਂ ਕਿਸੇ ਨੂੰ ਕੁਛ ਦਿੰਦਾ ਨਹੀਂ, ਤੁਸੀਂ ਜੋ ਮਰਜ਼ੀ ਖਾਓ ਪੀਓ। ਫਿਰ ਕਹਿੰਦਾ, ਮੈਂ ਤਾਂ ਭਲਾ 7 ਵੱਜਣ ਨੂੰ ਉਡੀਕਦਾ ਸੀ ਤੇ ਤੁਸੀਂ ਬੈਠੇ ਕੀ ਕਰਦੇ ਹੋ? ਚੱਕੋ ਗਲਾਸ ਤੇ ਬੁਲਾਓ ਫਤਿਹ। ਆਇਆਂ ਹੋਇਆਂ ਦੇ ਗਲਾਸ ਪਹਿਲਾਂ ਹੀ ਭਰੇ ਹੁੰਦੇ ਸਨ, ਪਰ ਉਹ ਪਾਰਸ ਦੇ ਸਤਿਕਾਰ ਵਿੱਚ 7 ਵੱਜਣ ਦੀ ਉਡੀਕ ਕਰਦੇ ਰਹਿੰਦੇ। ਘੁੱਟ ਭਰ ਕੇ ਉਹ ਆਪ ਬੀਤੀਆਂ ਤੇ ਜੱਗ ਬੀਤੀਆਂ ਸੁਣਾਉਣ ਲੱਗਦਾ। ਪਾਰਸ ਕੁਟੀਆ ਉਹਦੇ ਵਿਖਿਆਨ ਦੀ ਸਟੇਜ ਬਣ ਜਾਂਦੀ ਤੇ ਉਹ ਧਰਮ, ਸਿਆਸਤ, ਸਿੱਖਿਆ, ਸੱਭਿਆਚਾਰ ਤੇ ਚਲੰਤ ਮਾਮਲਿਆਂ ਬਾਰੇ ਟਿੱਪਣੀਆਂ ਦੀ ਚਹਿਬਰ ਲਾ ਦਿੰਦਾ।
ਕੋਲ ਬੈਠਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਝਾਕਦਾ, ਹਿੱਕ 'ਚੋਂ ਬੋਲਦਾ। ਕਈ ਵਾਰ ਬੋਲਦੇ ਦੇ ਹੰਝੂ ਆ ਜਾਂਦੇ, ਐਨਕਾਂ ਲਾ ਕੇ ਹੰਝੂ ਪੂੰਝਦਾ। ਜਿਹੜਾ ਉਹਦੇ ਦਿਲ ਦੀ ਗੱਲ ਕਰਦਾ ਉਹਦਾ ਮੱਥਾ ਦੁਬਾਰਾ ਝੁੰਮਦਾ ਤੇ ਓੜਕਾਂ ਦਾ ਮੋਹ ਪਿਆਰ ਜਤਾਉਂਦਾ। ਪੰਜਾਬ ਤੋਂ ਕਵੀਸ਼ਰ ਜਾਂ ਢਾਡੀ ਮਿਲਣ ਆਉਂਦੇ ਤਾਂ ਹਰੇਕ ਨੂੰ $20 ਦਾ ਪਿਆਰ ਦਿੰਦਾ ਤੇ ਪੀਣ ਵਾਲਿਆਂ ਨੂੰ ਰੱਜਵੀਂ ਦਾਰੂ ਪਿਆਉਂਦਾ। ਉਹਦੀ ਅਮਰਜੀਤ ਹੋਰਾਂ ਨੂੰ ਹਦਾਇਤ ਸੀ ਕਿ ਪੀਣ ਵਾਲਾ ਪੀਤੀ ਬਿਨਾਂ ਨਾ ਮੁੜੇ। ਇਕੱਲਾ ਹੁੰਦਾ ਤਾਂ ਉਹ 75 ਮਿਲੀਲੀਟਰ ਹੀ ਪੀਂਦਾ, ਪਰ ਜਦੋਂ ਕੋਈ ਮਿਲਣ ਗਿਲਣ ਆਇਆ ਹੁੰਦਾ ਤਾਂ 10-15 ਮਿਲੀਲੀਟਰ ਦਾ ਬੋਨਸ ਲੈ ਲੈਂਦਾ। ਜਿੱਦਣ ਬੋਨਸ ਵੱਧ ਲੈ ਲੈਂਦਾ ਤਾਂ ਆਖਦਾ, ਅੱਜ ਮੈਂ ਇੰਨਾ ਖੁਸ਼ ਹਾਂ ਵੀ ਜੀਅ ਕਰਦਾ ਖੁਸ਼ੀ 'ਚ ਮਰ ਹੀ ਜਾਵਾਂ। ਪਰ ਉਹ ਪੀ ਕੇ ਮਰਨ ਵਾਲਾ ਬੰਦਾ ਨਹੀਂ ਸੀ। ਉਹਦੇ ਬੰਦ ਯਾਦ ਆਉਂਦੇ ਹਨ। ਨਰ ਤੇ ਮਾਦੇ ਦਾ ਕੁਦਰਤ ਰੱਖਦੀ ਤੋਲ ਬਰਾਬਰ, ਪ੍ਰਾਕਿਰਤਿਕ ਨੇਮਾਂ ਤੋਂ ਹੋਣਾ ਜਨਮ ਦਾਤੀਏ ਨਾਬਰ। ਕਰਨੈਲ ਕਵੀਸ਼ਰ ਤੇ ਕੀ ਰਣਜੀਤ ਵਿਚਾਰੇ ਜਾਣਨ, ਭੱਠੀ ਨਨਕਾਣੇ ਦੀ ਦੇ ਵਿੱਚ ਮੱਚ ਕੇ ਕੀਤਾ ਚਾਨਣ। ਜੁੱਗਾਂ ਤੱਕ ਗਾਵਣਗੇ ਢਾਡੀ ਸੂਰਮਿਆਂ ਦੀਆਂ ਲੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੀ ਲੜੀਆਂ। ਉਹਨੇ ਸਿੱਖ ਇਤਿਹਾਸ ਰੂਹ ਨਾਲ ਗਾਇਆ ਸੀ, ਪਰ ਵਡਿਆਈ ਗੈਰ ਸਿੱਖ ਯੋਧਿਆਂ ਦੀ ਵੀ ਰੱਜ ਕੇ ਕੀਤੀ। ਅਮਰ ਸਿੰਘ ਰਾਠੌਰ ਕੀ ਜੈਮਲ ਤੇ ਫੱਤਾ, ਪ੍ਰਿਥੀ ਰਾਜ ਚੌਹਾਨ ਨੇ ਜੰਗ ਜੂਝਿਆ ਤੱਤਾ। ਕੁੱਦੀਆਂ ਰਣ ਵਿੱਚ ਚੰਡਕਾਂ ਚੜ ਘੋੜੇ ਚੀਨੇ, ਲੜੀਆਂ ਸ਼ਾਸਤਰ ਪਹਿਨ ਕੇ ਕਰ ਉੱਚੇ ਸੀਨੇ। ਰਾਣੀ ਝਾਂਸੀ ਵਰਗੀਆਂ ਵੀਰਾਂਗਣ ਨਾਰਾਂ, ਦੁਨੀਆ ਗਾਉਂਦੀ ਰਹੂਗੀ ਯੋਧਿਆਂ ਦੀਆਂ ਵਾਰਾਂ। ਦਲਿਤ ਸਾਹਿਤ ਦੀ ਵੱਖਰੀ ਗੱਲ ਕਰਨ ਵਾਲੇ ਪਾਰਸ ਨੂੰ ਵੀ ਪੜ੍ਹਨ। ਟੇਢੇ ਵਿੰਗੇ ਸੀ ਪਹਾੜੀਆਂ ਦੇ ਰਸਤੇ, ਕੀਤੇ ਸਾਰੇ ਪਾਰ ਸਿੱਖ ਨੇ। ਮਾਰ ਮੰਜ਼ਿਲਾਂ ਨੰਨੇ ਜੇ ਗੁਰਦੇਵ ਦੇ, ਕੀਤੇ ਆ ਦੀਦਾਰ ਸਿੱਖ ਨੇ। ਦੇਹੀ ਖਤਰੇ 'ਚ ਪਾ ਕੇ ਇਤਿਹਾਸ ਦੇ, ਪਾਰਸ ਨੇ ਲਿਖੇ ਵਰਕੇ। ਜੈਤਾ ਚੱਲਿਆ ਗੁਰਾਂ ਦਾ ਸੀਸ ਚੁੱਕ ਕੇ, ਤਲੀ ਉੱਤੇ ਸੀਸ ਧਰ ਕੇ। ਕਿਉਂ ਫੜੀ ਸਿਪਾਹੀਆਂ ਨੇ ਭੈਣੋ, ਇਹ ਹੰਸਾਂ ਦੀ ਜੋੜੀ ਐਸਾ ਰਿਕਾਰਡ ਸੀ ਜੋ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਸੀ। ਮੁਸਲਮਾਨ ਔਰਤਾਂ ਦੇ ਮੂੰਹੋਂ ਅਜਿਹੇ ਬੋਲ ਨਿਕਲੇ ਸਨ। ਕਿਉਂ ਪਕੜ ਮਾਸੂਮਾਂ ਨੂੰ ਨੀਏ ਲਈ ਪੁਲਸੀਏ ਜਾਂਦੇ, ਤੱਕ ਨੂਰ ਇਲਾਹੀ ਨੂੰ ਨਿਉ ਪਰਬਤ ਸੀਸ ਨਿਵਾਉਂਦੇ। ਦਿਸਦੀ ਨਿਰਦੋਸ਼ਾਂ ਦੀ ਆਯੂ 10 ਸਾਲ ਤੋਂ ਥੋੜ੍ਹੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ। ਆਪਣੀਆਂ ਅੱਖਾਂ 'ਚੋਂ ਹੰਝੂ ਮੱਲੋ ਮੱਲੀ ਕਿਰਦੇ, ਬਾਹਰੋਂ ਅੰਗ ਥਿੜਕ ਰਹੇ ਅੰਦਰੋਂ ਕੰਬੀ ਜਾਂਦੇ ਹਿਰਦੇ। ਪਰਿਵਾਰਿਕ ਡਾਰ ਵਿੱਚੋਂ ਜਾਂਦੇ ਹੀਰੇ ਹਰਨ ਵਿਛੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ। ਪਾਰਸ ਦੀ ਸਾਰੇ ਦਿਨ ਦੀ ਖੁਰਾਕ ਦਾਲ 'ਚ ਚੂਰੀ 1 ਰੋਟੀ, 2 ਕੱਪ ਚਾਹ, 1 ਗਲਾਸ ਦੁੱਧ, ਚਮਚਾ ਚਵਨਪ੍ਰਾਸ਼, ਫੱਕਾ ਦਾਣੇ, ਸੌਗੀ, ਚਮਚਾ ਸ਼ਹਿਦ, ਬਦਾਮ ਰੋਗਨ, ਖਸਖਸ ਦਾ ਤੇਲ ਤੇ 75 ਮਿਲੀਲੀਟਰ ਦਾਰੂ ਸੀ। ਦਾਰੂ ਉਹ ਛੱਡਣ ਨੂੰ ਕਹਿੰਦਾ ਸੀ, ਪਰ ਡਾਕਟਰ ਕਹਿ ਦਿੰਦੇ ਕਿ ਪੜ੍ਹੀ ਹੈ, ਜਦ ਕਿ ਬਾਕੀ 5 ਭੈਣ ਭਰਾ MA ਪਾਸ ਸਨ। ਰਛਪਾਲ ਸਿੰਘ PhD ਹੈ। ਦਾਰੂ ਉਹ ਛੱਡਣ ਨੂੰ ਕਹਿੰਦਾ ਸੀ, ਪਰ ਡਾਕਟਰ ਕਹਿ ਦਿੰਦੇ, ਇੱਥੋਂ ਨਹੀਂ ਲਿਖਿਆ ਹੈ। ਪਾਰਸ ਅਕਸਰ ਦੱਸਿਆ ਕਰਦਾ ਸੀ, ਦੁਆਬੇ 'ਚ ਖਾੜਾ ਲਾ ਕੇ ਅਸੀਂ ਜਲੰਧਰੋਂ ਬੱਸ ਚੜ੍ਹੇ। ਫਲਾਰ ਕੋਲ ਦਿਨ ਛਿਪ ਗਿਆ। ਅਸੀਂ ਫਿਕਰ ਕਰਨ ਲੱਗੇ ਵੀ ਗਾਂਹ ਸਿੱਧਵੀਂ ਕਿਵੇਂ ਪਹੁੰਚਾਂਗੇ। ਕੰਡਕਟਰ ਨੂੰ ਪਤਾ ਨਹੀਂ ਸਾਡੀ ਫਿਕਰ ਦਾ ਕਿਵੇਂ ਪਤਾ ਲੱਗ ਗਿਆ। ਬੱਸ ਲੁਧਿਆਣੇ ਅੱਪੜੀ ਤਾਂ ਕੰਡਕਟਰ ਮੁੰਡਾ ਕਹਿਣ ਲੱਗਾ, ਕਵੀਸ਼ਰ ਜੀ ਜਗਰਾਵਾਂ ਨੂੰ ਹੁਣ ਕੋਈ ਬੱਸ ਨਹੀਂ ਜਾਣੀ, ਰਾਤ ਤੁਸੀਂ ਮੇਰੇ ਕੋਲ ਕੱਟ ਲਓ, ਸਵੇਰੇ ਪਿੰਡ ਚਲੇ ਜਾਇਓ। ਅਸੀਂ ਹੈਰਾਨ ਹਾਂ ਕਿ ਉਹ ਮੁੱਚ ਫੁੱਟ ਮੁੰਡਾ ਸਾਨੂੰ ਕਿਵੇਂ ਜਾਣਦਾ। ਉਹਦੇ ਕੋਲ ਕਿਰਾਏ 'ਤੇ ਲਿਆ ਹੋਇਆ ਚੁਬਾਰਾ ਸੀ। ਅਸੀਂ ਜੱਕੋ ਤੱਕੀ 'ਚ ਉਹਦੇ ਨਾਲ ਚਲੇ ਗਏ। ਮੁੰਡੇ ਨੇ ਦਾਰੂ ਮੀਟ ਨਾਲ ਸਾਡੀ ਪੂਰੀ ਸੇਵਾ ਕੀਤੀ ਤੇ ਸਵੇਰੇ ਤੱਤੇ ਪਾਣੀ ਨਾਲ ਨਵਾਇਆ। ਉਹਦੀ ਸੇਵਾ ਦੇਖ ਕੇ ਮੈਂ ਉਹਦਾ ਨਾਂ ਥਾਂ ਪੁੱਛਿਆ, ਪਤਾ ਲੱਗਾ ਉਹਦਾ ਵੱਡਾ ਭਰਾ ਕਰਤਾਰ ਸਿੰਘ ਲੀਲਾਂ ਵਾਲਾ ਜਗਰਾਵੀਂ ਅੱਡੇ ਮੂਹਰੇ ਹੋਟਲ ਚਲਾਉਂਦਾ ਸੀ। ਜਗਰਾਵਾਂ ਦਾ ਉਹੀ ਹੋਟਲ ਸਾਡੇ ਪੀਣ ਖਾਣ ਦਾ ਅੱਡਾ ਸੀ। ਮੈਂ ਜਗਰਾਵੀਂ ਜਾ ਕੇ ਕਰਤਾਰ ਸਿੰਘ ਨਾਲ ਗੱਲ ਕੀਤੀ ਤੇ ਆਪਣੀ ਧੀ ਦਾ ਰਿਸ਼ਤਾ ਉਸ ਮੁੰਡੇ ਨਾਲ ਕਰ ਦਿੱਤਾ। ਆਹ ਅਮਰਜੀਤ ਉਹੀ ਮੁੰਡਾ ਹੈ, ਬਲਿਹਾਰੇ ਜਾਂਦੇ ਆ ਇਹਦੀ ਸੇਵਾ ਦੇ। ਜਿਹੋ ਜਿਹੀ ਸੇਵਾ ਇਹਨੇ ਉਦੋਂ ਕੀਤੀ ਸੀ, ਉਹੋ ਜਿਹੀ ਹੁਣ ਤਾਈਂ ਕਰਦਾ ਆ ਰਿਹਾ। ਪਾਰਸ ਨੇ ਕਵੀਸ਼ਰੀ ਕਰਕੇ ਜਿੰਨਾ ਪੈਸਾ ਲੋਕਾਂ ਦੀਆਂ ਜੇਬਾਂ 'ਚੋਂ ਕਢਾਇਆ, ਉਹ ਤੋਂ ਕਿਤੇ ਵੱਧ ਰਾਮੂ ਵਾਲੇ ਦੀ ਭਲਾਈ ਲਈ ਲਾ ਦਿੱਤਾ। ਪਿੰਡ ਵਿੱਚ ਬਿਰਧ ਘਰ, ਲਾਇਬ੍ਰੇਰੀ, ਜਿਮਨੇਜ਼ੀਅਮ, ਮਜ਼੍ਹਬੀਆਂ ਦਾ ਸ਼ਮਸ਼ਾਨ ਘਰ, ਹਾਇਰ ਸੈਕੰਡਰੀ ਸਕੂਲ ਤੇ ਪਿੰਡ ਦੇ ਪ੍ਰਵੇਸ਼ ਦੁਆਰ ਉੱਤੇ ਲੱਖਾਂ ਰੁਪਏ ਆਪਣੇ ਕੋਲੋਂ ਖਰਚੇ ਤੇ ਲੱਖਾਂ ਆਪਣੇ ਸਹਿਯੋਗੀ ਤੋਂ ਲਵਾਏ।
ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ 6 ਲੱਖ ਰੁਪਏ ਫਿਕਸ ਡਿਪਾਜ਼ਿਟ ਕੀਤੇ। ਉਹਦੇ ਵਿਆਜ ਨਾਲ ਹਰ ਸਾਲ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਇਨਾਮ ਦਿੱਤੇ ਜਾਂਦੇ ਹਨ। ਮੋਟੇ ਅੰਦਾਜ਼ੇ ਨਾਲ ਉਹਨੇ 50 ਕੁ ਲੱਖ ਰੁਪਇਆ ਰਾਮੂ ਵਾਲੇ ਦੀ ਭਲਾਈ ਲਈ ਖਰਚ ਕੀਤਾ। ਨਾਲ ਕਹਿੰਦਾ ਰਿਹਾ, ਮੈਂ ਕੋਈ ਅਹਿਸਾਨ ਨਹੀਂ ਕੀਤਾ, ਆਪਣੀ ਜਨਮ ਭੋਏ ਦਾ ਕਰਜ਼ਾ ਹੀ ਮੋੜਿਆ। ਕਦੇ ਕੈਲਾ ਤੇ ਕਦੀ ਕੈਲੀ ਕਿਹਾ ਜਾਂਦਾ, ਜਿਹੜਾ ਬੱਚਾ ਰਾਮੂ ਵਾਲੇ ਦੀ ਮਿੱਟੀ 'ਚ ਰੁਲਦਾ ਖੁਲਦਾ ਪਲਿਆ ਸੀ, ਪਰ ਉਹ ਰਾਮੂ ਵਾਲੇ ਦਾ ਨਾਂ ਕੁੱਲ ਦੁਨੀਆ 'ਚ ਚਮਕਾ ਗਿਆ। ਉਹਨੇ ਆਪਣੇ ਅੰਦਰ ਲੁਕੀ ਪ੍ਰਤਿਭਾ ਨੂੰ ਆਪੇ ਸਾਣ ਚਾੜਿਆ, ਹਿੰਮਤ ਕੀਤੀ, ਸੰਘਰਸ਼ ਕੀਤਾ ਤੇ ਉਸਾਰੂ ਜੀਵਨ ਜੀਵਿਆ। 2 ਜੁਲਾਈ 2006 ਨੂੰ ਮਾਲਟਨ ਦੇ ਲੰਬਾਰਡੋ ਬੈਂਕਟ ਹਾਲ 'ਚ ਉਹਦਾ 90ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਲਗਭਗ 1000 ਮਿੱਤਰਾਂ ਸਨੇਹੀਆਂ ਦਾ ਇਕੱਠ ਹੋਇਆ। ਉੱਥੇ ਉਹਨੇ ਆਪਣੀ ਆਖਰੀ ਨਜ਼ਮ ਫਸਿਆ ਵਹਿਮਾਂ ਵਿੱਚ ਇਨਸਾਨ ਪੜ੍ਹੀ। ਸਟੇਜ ਤੋਂ ਠੋਕ ਕੇ ਕਿਹਾ, ਮੈਂ ਰੱਬ ਰੁੱਬ ਤੋਂ ਤੇ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ। ਮਰਨ ਤੋਂ ਬਾਅਦ ਨਾ ਕੋਈ ਨਰਕ ਹੈ, ਨਾ ਕੋਈ ਸੁਰਗ। ਵਹਿਮਾਂ ਭਰਮਾਂ 'ਚ ਫਸੇ ਲੋਕ ਐਵੇਂ ਮਰੀ ਖਪੀ ਜਾਂਦੇ ਆ। ਭਗਦੜਾਂ ਦੇ ਵਿੱਚ ਦਰੜੇ ਜਾਂਦੇ, ਸੈਂਕੜਿਆਂ 'ਚ ਬੁੱਢੇ ਠੇਰੇ, ਕਿੰਨੇ ਮਰੇ ਤੇ ਕਿੰਨੇ ਜ਼ਖਮੀ, ਛਪ ਜਾਂਦੀ ਹੈ ਖਬਰ ਸਵੇਰੇ। ਪਾਪ ਲਾਉਣ ਤੇ ਸਵਰਗ ਜਾਣ ਲਈ ਦੇ ਬਹਿੰਦੇ ਅਣਮੁੱਲੀ ਜਾਨ, ਫਸਿਆ ਵਹਿਮਾਂ ਵਿੱਚ ਇਨਸਾਨ। ਜਦੋਂ ਬੁੱਢੇ ਬਾਰੇ ਪੌੜੀਆਂ ਤੋਂ ਡਿੱਗਾ ਤਾਂ ਕਈਆਂ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਉਹਨੇ ਹੱਥ ਦੇ ਕੇ ਰੱਖ ਲਿਆ, ਪਰ ਪਾਰਸ ਦਾ ਤਰਕ ਸੀ, ਫਿਰ ਉਹਨੇ ਡਿੱਗਿਆ ਹੀ ਕਿਉਂ ਸੀ। ਉਹਦੇ 90ਵੇਂ ਜਨਮ ਸਮਾਗਮ ਵਿੱਚ ਉਹਦੇ ਪੁੱਤਰਾਂ ਬਲਵੰਤ, ਇਕਬਾਲ ਤੇ ਰਛਪਾਲ ਦੀ ਤਿੱਖੜੀ ਨੇ ਇੱਕ ਵਾਰ ਫੇਰ ਰਲ ਕੇ ਕਵੀਸ਼ਰੀ ਕੀਤੀ ਤੇ ਰਣਜੀਤ ਸਿੰਘ ਦੇ ਪੁੱਤਰ ਸਤਿੰਦਰਪਾਲ ਸਿੱਧਵਾਂ ਨੇ ਸਟੇਜ ਸੰਭਾਲੀ। ਮੈਂ ਵੀ ਚੰਦ ਬੋਲ ਸਾਂਝੇ ਕੀਤੇ ਸਨ। ਮੈਂ ਬਚਪਨ 'ਚ ਪਾਰਸ ਜਥੇ ਦੀ ਕਵੀਸ਼ਰੀ ਸੁਣਦਾ ਸਾਂ ਤਾਂ ਉਹਨਾਂ ਦੀ ਰੀਸ ਨਾਲ ਸਕੂਲ 'ਚ ਪਸ਼ੂ ਚਾਰਦਾ ਖੇਤਾਂ ਬੰਨਿਆਂ ਤੇ ਗਾਉਂਦਾ ਸਾਂ। 5 ਬਰਾਦਰੀਆਂ 'ਚੋਂ ਚੁਣ ਕੇ 5 ਪਿਆਰੇ ਮੈਂ, ਅੰਮ੍ਰਿਤ ਪਿਆ ਕੇ ਇੱਕੋ ਕੌਮ ਬਣਾਤੇ ਸਾਰੇ ਮੈਂ। ਭੇਦ ਮਿਟਾ ਕੇ ਜਾਤਾਂ ਗੋਤਾਂ ਮੇਰਾਂ ਤੇਰਾਂ ਦਾ, ਪੰਥ ਖਾਲਸਾ ਸਾਜਿਆ ਬਾਗੀ ਬੱਬਰ ਸ਼ੇਰਾਂ ਦਾ। ਵਿੱਚ ਪਹਾੜਾਂ ਗੂੰਜਿਆ ਰਣਜੀਤ ਨਗਾਰਾ, ਕੰਬੇ ਬਾਈ ਧਾਰੀਏ ਸੁਣ ਕੇ ਜੈਕਾਰਾ। ਜਾਗਿਆ ਜਦੋਂ ਪੰਜਾਬ ਦਾ ਗੱਭਰੂ ਅਲਬੇਲਾ, ਵਾਓ ਵਾਓ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਮੈਨੂੰ ਪਾਰਸ ਹੋਰਾਂ ਦੀਆਂ ਕਾਲੀਆਂ ਪੱਗਾਂ, ਚਿੱਟੇ ਕਮੀਜ਼ ਪਜਾਮੇ, ਭੂਰੀਆਂ ਜੈਕਟਾਂ ਤੇ ਉੱਚੀਆਂ ਆਵਾਜ਼ਾਂ ਧੂੰਆਂ ਪਾਉਂਦੀਆਂ ਤੇ ਮੈਂ ਮਨੋ ਮਨੀ ਚਿਤਵਦਾ ਕਿ ਵੱਡਾ ਹੋ ਕੇ ਕਵੀਸ਼ਰ ਬਣਾਂਗਾ। ਪਰ ਮੈਥੋਂ ਕਵੀਸ਼ਰ ਨਾ ਬਣਿਆ ਗਿਆ। ਕਿੱਸੇ ਜ਼ਰੂਰ ਇਕੱਠੇ ਕੀਤੇ, ਕਿਤੋਂ ਮੰਗਵੇਂ, ਕਿਤੋਂ ਚੋਰੀ। ਪਾਰਸ ਦਾ ਕੱਦ ਸਮੱਧਰ ਸੀ, ਜਦਕਿ ਰਣਜੀਤ ਸਿੰਘ ਤੇ ਚੰਦ ਸਿੰਘ ਕੱਦਾਵਰ ਸਨ। ਪਾਰਸ ਦਾ ਰੰਗ ਗੋਰਾ ਸੀ ਤੇ ਰਣਜੀਤ ਸਿੰਘ ਦਾ ਸਾਂਵਲਾ। ਪਾਰਸ 20 ਸਾਲਾਂ ਦਾ ਸੀ ਤੇ ਰਣਜੀਤ ਸਿੰਘ 15 ਸਾਲਾਂ ਦਾ, ਜਦੋਂ ਤਖਤੂਪੁਰੇ ਦੇ ਮੇਲੇ 'ਚ ਪਹਿਲੀ ਵਾਰ ਮਿਲੇ। ਫਿਰ ਜੰਡੀ ਵਾਲਾ ਚੰਦ ਸਿੰਘ ਮਿਲ ਗਿਆ ਤੇ ਤਿੰਨਾਂ ਦਾ ਜੱਥਾ 40 ਸਾਲ ਇਕੱਠਿਆਂ ਕਵੀਸ਼ਰੀ ਕਰਦਾ ਰਿਹਾ। ਪਾਰਸ ਹੁੱਬ ਕੇ ਕਹਿੰਦਾ ਹੁੰਦਾ ਸੀ, ਜੱਟ 4 ਦਿਨ ਇਕੱਠੇ ਨਹੀਂ ਕੱਟਦੇ, ਪਰ ਸਾਨੂੰ ਦੇਖ ਲਓ, 3 ਜੱਟ ਕਵੀਸ਼ਰਾਂ ਨੇ 40 ਸਾਲ ਇਕੱਠੇ ਕੱਟੇ। ਪਹਿਲਾਂ ਉਹਨਾਂ ਨੂੰ ਇੱਕ ਪ੍ਰੋਗਰਾਮ ਦੇ 40 ਰੁਪਏ ਮਿਲਦੇ ਸਨ, ਫਿਰ 60 ਮਿਲਣ ਲੱਗ ਪਏ। ਨਾਲ ਇੱਕ ਬੋਤਲ ਵੀ ਮਿਲਦੀ ਸੀ, ਜਿਹਦੇ ਘਰ ਜਾ ਕੇ ਉਹ ਪੀਂਦੇ ਖਾਂਦੇ ਜਾਣ ਲੱਗੇ। ਘਰ ਦੀ ਨੂੰਹ ਧੀ ਦਾ ਸਿਰ ਪਲੋਸਦਿਆਂ 1-2 ਛਿੱਲੜ ਦੇ ਜਾਂਦੇ। ਬੋਤਲ 'ਚ ਤੋਲਾ ਕੁ ਸ਼ਰਾਬ ਇਹ ਕਹਿ ਕੇ ਛੱਡ ਜਾਂਦੇ ਕਿ ਜਵਾਕ ਦੇ ਦੁਖਦੇ ਕੰਨ 'ਚ ਇਹ ਦਾਰੂ ਦੇ ਕੰਮ ਆਊ। ਇਉਂ ਆਪਣੀ ਠਾਰ ਪੱਕੀ ਬਣਾ ਜਾਂਦੇ ਤੇ ਘਰ ਵਾਲੇ ਉਡੀਕਦੇ ਰਹਿੰਦੇ ਕਿ ਕਵੀਸ਼ਰ ਕਦੋਂ ਆਉਣਗੇ। ਪਾਰਸ ਹੋਰਾਂ ਦੀਆਂ ਠਾਰਾਂ ਮਾਝੇ, ਮਾਲਵੇ ਤੇ ਦੁਆਬੇ ਦੇ ਪਿੰਡਾਂ ਤੇ ਬਾਰ ਦੇ ਚੱਕਾਂ ਤੋਂ ਲੈ ਕੇ ਦਿੱਲੀ ਕਲਕੱਤੇ ਤੱਕ ਸਨ। ਜਦੋਂ ਜਥੇ ਨੂੰ ਪ੍ਰੋਗਰਾਮ ਦੇ 40 ਰੁਪਏ ਮਿਲਦੇ ਸਨ ਤਾਂ ਵੰਡੀਆਂ ਪਾ ਕੇ 1 ਰੁਪਇਆ ਵੱਧ ਜਾਂਦਾ ਸੀ, ਜੋ ਬੋਤਲ 'ਚ ਪੈ ਜਾਂਦਾ। 60 ਰੁਪਏ ਇੱਕੋ ਜਿੰਨੇ ਵੰਡੇ ਜਾਂਦੇ, ਪਰ ਰਣਜੀਤ ਹੋਰੀ 5 ਰੁਪਏ ਪਾਰਸ ਨੂੰ ਮੋੜ ਦਿੰਦੇ ਕਿ ਇਹ ਤੁਹਾਡੀ ਕਵੀਸ਼ਰੀ ਜੋੜਨ ਦੀ ਭੇਟ ਹੈ। ਮੈਨੂੰ ਪਾਰਸ ਦੀਆਂ ਅਨੇਕਾਂ ਗੱਲਾਂ ਚੇਤੇ ਹਨ, ਦਿੱਲੀ ਮਿਲਣ ਦੀਆਂ, ਜਗਰਾਓਂ, ਚੱਕਰ, ਮੁਕੰਦਪੁਰ ਤੇ ਰਾਮੂ ਵਾਲੇ ਮਿਲਣ ਦੀਆਂ। ਦਿੱਲੀ ਮੈਂ ਆਪਣੇ ਮਿੱਤਰ ਬੰਤ ਸਿੱਧੂ ਨਾਲ ਬਲਵੰਤ ਸਿੰਘ ਦੇ ਫਿਰੋਜ਼ ਸ਼ਾਹ ਰੋਡ ਵਾਲੇ ਟਿਕਾਣੇ ਤੇ ਮਿਲਿਆ ਸੀ। ਬਲਵੰਤ ਰਾਮੂ ਵਾਲੀਆ ਉਦੋਂ ਮਿਨਾਰਟੀ ਕਮਿਸ਼ਨ 'ਚ ਸੀ। ਦੁਆਬੇ ਦੇ ਦੋਸਤਾਂ ਨੂੰ ਮਿਲਦਾ ਗਿਲਦਾ ਉਹ ਮੈਨੂੰ ਮੁਕੰਦਪੁਰ ਮਿਲਣ ਆਇਆ, ਜਦੋਂ ਮੈਂ ਉੱਥੇ ਪ੍ਰਿੰਸੀਪਲ ਸੀ। ਦਫ਼ਤਰ ਦੇ ਸ਼ੀਸ਼ਿਆਂ 'ਚੋਂ ਮੈਂ ਵੇਖਿਆ ਕੋਈ ਬਜ਼ੁਰਗ ਕਾਰ 'ਚੋਂ ਉਤਰਿਆ, ਲੱਗਾ ਜਿਵੇਂ ਪਾਰਸ ਹੋਵੇ। ਮੈਂ ਬਾਹਰ ਨਿਕਲ ਕੇ ਵੇਖਿਆ ਤਾਂ ਉਹ ਪਾਰਸ ਹੀ ਸੀ। ਜਿਹੋ ਜਿਹੀ ਸੇਵਾ ਉਹ ਮੇਰੀ ਕਰਵਾਉਂਦਾ ਸੀ, ਉਹੋ ਜਿਹੀ ਮੈਂ ਉਹਦੀ ਕਰਵਾਈ। ਬੇਸ਼ੱਕ ਬਾਅਦ 'ਚ ਬੇਬੇ ਦਾ ਉਲਾਂਭਾ ਮਿਲਿਆ ਕਿ ਹੁਣ ਤੁਹਾਡੇ ਬਾਪੂ ਨੂੰ ਪਹਿਲਾਂ ਕਿੰਨੀ ਨਹੀਂ ਪਚਦੀ। ਚੱਕਰ ਉਹ 2 ਵਾਰ ਸਾਡੇ ਘਰ ਆਇਆ ਸੀ ਤੇ ਆਪਣੀ ਮਹਿਕ ਛੱਡ ਗਿਆ ਸੀ।
ਇੱਕ ਵਾਰ ਮੇਰੇ ਪੁੱਤਰ ਦੇ ਵਿਆਹ ਤੇ ਆਇਆ, ਨਿਉਂਦਾ ਦੇ ਕੇ ਗਿਆ। ਦੂਜੀ ਵਾਰ ਉਹ ਡੱਕਿਆ ਹੋਇਆ ਖਾਓ ਪੀਏ ਆਇਆ। ਮੈਂ ਉਦਣ ਸਬੱਬੀ ਮੁਕੰਦਪੁਰੋਂ ਪਿੰਡ ਆਇਆ ਹੋਇਆ ਸਾਂ। ਸਿਆਲੂ ਰਾਤ ਦੇ 9-10 ਵਜੇ ਹੋਣਗੇ। ਅਸੀਂ ਤਿੰਨੇ ਭਰਾ ਪੀਣ ਖਾਣ 'ਚ ਮਸਤ ਸਾਂ। ਸਾਡੇ ਕਾਮੇ ਨੇ ਬਾਹਰਲਾ ਗੇਟ ਖੋਲ੍ਹ ਕੇ ਸਾਨੂੰ ਦੱਸਿਆ, ਕੋਈ ਤੁਹਾਨੂੰ ਮਿਲਣ ਆਇਆ। ਕਹਿੰਦਾ ਮੈਂ ਕਰਨੈਲ ਹਾਂ। ਅਸੀਂ ਸਮਝਿਆ ਆਪਣੇ ਸਕਿਆਂ ਦਾ ਕਹਿਲਾ ਹੋਊ, ਹਾਲ ਚਾਲ ਪੁੱਛਣ ਆਇਆ ਹੋਊ। ਮੈਂ ਸੀਰੀ ਨੂੰ ਕਿਹਾ, ਉਹਨੂੰ ਕਹਦੇ ਸਵੇਰੇ ਮਿਲ ਲਾਂਗੇ। ਸੀਰੀ ਨੇ ਬਾਹਰ ਬੀਹੀ 'ਚ ਖੜਿਆਂ ਨੂੰ ਕਹਿਤਾ ਕਿ ਸਵੇਰੇ ਮਿਲ ਲਿਓ। ਪਾਰਸ ਨੇ ਪੁੱਛਿਆ, ਸਰਵਣ ਸਿਉਂ ਹੈਗਾ? ਸੀਰੀ ਦੇ ਹਾਂ ਕਹਿਣ ਤੇ ਉਹਨੇ ਕਿਹਾ, ਚਲੋ ਬਈ ਫੇਰ ਅੰਦਰ ਬੁਲਾ ਵੀ ਸਰਵਣ ਸਿਉਂ ਨੂੰ। ਸੀਰੀ ਫੇਰ ਸਾਡੇ ਕੋਲ ਆ ਗਿਆ ਤੇ ਕਹਿਣ ਲੱਗਾ, ਉਹ ਤਾਂ ਵਰਾਂਡੇ 'ਚ ਆ ਬੈਠੇ ਆ। ਅਸੀਂ ਬਾਹਰ ਨਿਕਲੇ ਤਾਂ ਮੈਂ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਵੇਖ ਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਸੀਰੀ ਨੇ ਕਰਨੈਲ ਦੀ ਥਾਂ ਪਾਰਸ ਕਿਹਾ ਹੁੰਦਾ ਤਾਂ ਅਸੀਂ ਮੂੰਹ ਦੀਆਂ ਬੁਰਕੀਆਂ ਛੱਡ ਉੱਡ ਕੇ ਮਿਲਣਾ ਸੀ। ਮਿਲ ਕੇ ਪਤਾ ਲੱਗਾ ਕਿ ਉਹ ਮਲੇਰਕੋਟਲੇ ਵੱਲ ਕਿਸੇ ਵਿਆਹ ਤੋਂ ਰਾਮੂ ਵਾਲੇ ਨੂੰ ਮੁੜ ਰਹੇ ਸਨ। ਪੀਂਦਿਆਂ ਖਾਂਦਿਆਂ ਰਸਤੇ ਵਿੱਚ ਹੀ ਖਾਓ ਪੀਓ ਹੋ ਗਿਆ ਸੀ। ਰਾਹ 'ਚ ਸਾਡਾ ਪਿੰਡ ਸੀ। ਪਾਰਸ ਨੂੰ ਮੇਰਾ ਚੇਤਾ ਆ ਗਿਆ ਸੀ ਤੇ ਉਹਨੇ ਗੱਡੀ ਸਾਡੇ ਘਰ ਵੱਲ ਮੁੜਵਾ ਲਈ ਸੀ। ਖੈਰ ਬੋਤਲ ਆ ਗਈ ਤੇ ਦੀਵਾਨ ਸਜ ਗਿਆ। ਪਾਰਸ ਨੂੰ 50 ਸਾਲ ਪਹਿਲਾਂ ਚੱਕਰ ਦੇ ਨਗਰ ਕੀਰਤਨ ਤੇ ਗਾਏ ਪ੍ਰਸੰਗ ਯਾਦ ਆ ਗਏ। ਉਹ ਨਗਰ ਕੀਰਤਨ ਦੇ ਰੰਗ ਵਿੱਚ ਆ ਗਿਆ। ਉਹਦੀ ਯਾਦ ਸ਼ਕਤੀ ਕਮਾਲ ਦੀ ਸੀ। ਸੀਸਾਂ ਤੇ ਸਿੱਖੀ ਦਾ ਉਸਰੂ ਮਹਿਲ ਕੁੜੇ, ਮੂੰਹ ਵਿੱਚ ਉਂਗਲਾਂ ਲੈ ਤੱਕੂ ਕਰਨੈਲ ਕੁੜੇ। ਸਿਰੜ ਸਿਦਕ ਦੇ ਜਾਣੇ ਜਿੱਥੇ ਸਬਕ ਪੜੇ, ਨਿੱਕੀਆਂ ਜਿੰਦਾਂ ਚੱਲੀਆਂ ਸਾਕੇ ਕਰਨ ਬੜੇ। ਜਿਸ ਮਰਨੇ ਤੇ ਜਗ ਡਰੇ ਸਾਡੇ ਮਨੀ ਆਨੰਦ, ਮਰਨੇ ਤੇ ਹੀ ਪਾਈਦਾ ਪੂਰਨ ਪਰਮਾਨੰਦ। ਧਰਮ ਛੱਡ ਕੇ ਪਾਰਸਾ ਨਾ ਜੀਵਨ ਦੀ ਲੋੜ, ਚਿਣਕੇ ਨੀਹਾਂ ਵਿੱਚ ਤੂੰ ਸਿਦਕ ਨਹੀਂ ਸਕਦਾ ਤੋੜ। ਚੱਲ ਹਵਾਏ ਦੇਸ਼ ਸੱਜਣ ਦੇ ਵੱਡੀ ਖੁਸ਼ਖਬਰੀ ਤੂੰ, ਲਹੂ ਨੁੱਚੜਦੇ ਪੈਰ ਚੁੰਮਣ ਨੂੰ ਕਿਉਂ ਹੋਈਓ ਬੇਸਬਰੀ ਤੂੰ। ਪੈਰੀਂ ਛਾਲੇ ਜਿਸਮ ਝਰੀਟਿਆ, ਭੁੱਖਾ ਬਾਪ ਸ਼ਹੀਦਾਂ ਦਾ, ਮਿੱਤਰ ਪਿਆਰੇ ਨੂੰ ਜਾ ਪਾਉਣੀ ਕਹਿੰਦੇ ਹਾਲ ਮੁਰੀਦਾਂ ਦਾ। ਮਿੱਤਰ ਪਿਆਰੇ ਨੂੰ ਜਾ ਪਾਉਣੀ ਕਹਿਦੇ ਹਾਲ ਮੁਰੀਦਾਂ ਦਾ। ਜਦੋਂ ਕਦੀ ਸਿੱਖੀ ਨੂੰ ਪੈਦਾ ਹੋਊ ਖਤਰਾ ਜੀ, ਡੋਲ ਦੇਣਗੇ ਸਿੱਖ ਖੂਨ ਦਾ ਕਤਰਾ ਕਤਰਾ ਜੀ। ਲਾਲ ਲਹੂ ਦੀਆਂ ਨਦੀਆਂ ਪਾਰਸ ਵਹਿੰਦੀਆਂ ਰਹਿਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਬਰੈਂਪਟਨ 'ਚ ਮੈਂ ਹਰ ਹਫ਼ਤੇ ਨਹੀਂ ਤਾਂ ਤੀਜੇ ਚੌਥੇ ਹਫ਼ਤੇ ਤਾਂ ਪਾਰਸ ਨੂੰ ਜ਼ਰੂਰ ਹੀ ਮਿਲਦਾ ਸਾਂ। ਉਹਦਾ ਫੋਨ ਆਉਂਦਾ, ਸਰਵਣ ਸਿਆਂ ਕਈ ਦਿਨ ਹੋ ਗਏ ਆਇਆ ਨਹੀਂ, ਅੱਜ ਜ਼ਰੂਰ ਆਈ, ਪਰ ਆਈ ਆਥਣੇ, ਨਾਲੇ ਕੋਈ ਨਵੀਂ ਕਿਤਾਬ ਲੈਂਦਾ ਆਈ। ਮੇਰੀ ਹਾਂ ਨਾ ਸੁਣੇ ਬਿਨਾਂ ਹੀ ਉਹ ਫੋਨ ਬੰਦ ਕਰ ਦਿੰਦਾ। ਮੈਂ ਸਮਝ ਜਾਂਦਾ ਸੀ ਉਹਦੇ ਕੰਨਾਂ ਨੂੰ ਸੁਣਨ ਵਾਲੀ ਮਸ਼ੀਨ ਨਹੀਂ ਲੱਗੀ ਹੋਣੀ। ਮੈਂ ਨਵੀਆਂ ਕਿਤਾਬਾਂ ਲੈ ਜਾਂਦਾ ਤੇ ਪੜ੍ਹੀਆਂ ਹੋਈਆਂ ਪੁਰਾਣੀਆਂ ਕਿਤਾਬਾਂ ਵਾਪਸ ਲੈ ਆਉਂਦਾ। ਕਿਤਾਬਾਂ ਪੜ੍ਹ ਕੇ ਉਹ ਬੈੱਡ ਹੇਠਾਂ ਲੁਕੋ ਦਿੰਦਾ ਸੀ, ਜੋ ਉਹਦੀ ਖੁੰਡੀ ਨਾਲ ਖਿੱਚ ਕੇ ਕੱਢਣੀਆਂ ਪੈਂਦੀਆਂ। ਲੁਕਾਉਂਦਾ ਇਸ ਕਰਕੇ ਸੀ ਕਿ ਮੰਗਵੀਂ ਕਿਤਾਬ ਕੋਈ ਚੁੱਕ ਕੇ ਨਾ ਲੈ ਜਾਏ। ਮੈਨੂੰ ਤਸੱਲੀ ਰਹੀ ਕਿ ਪਾਰਸ ਨੂੰ ਪੜ੍ਹਨ ਲਈ ਦਿੱਤੀਆਂ ਦਰਜਨਾਂ ਕਿਤਾਬਾਂ 'ਚੋਂ ਮੇਰੀ ਕੋਈ ਕਿਤਾਬ ਨਹੀਂ ਗੁਆਚੀ। ਪਾਰਸ ਦੇ 90ਵੇਂ ਜਨਮ ਦਿਵਸ ਸਮਾਗਮ 'ਚ ਬੋਲਦਿਆਂ ਬਲਵੰਤ ਸਿੰਘ ਨੇ ਆਪਣੀਆਂ ਬਾਪੂ ਦੀਆਂ ਕੁਝ ਖਾਸ ਗੱਲਾਂ ਦੱਸੀਆਂ ਸਨ। ਦੱਸਿਆ ਸੀ ਕਿ ਬਾਪੂ ਜਿੰਨਾ ਮਰਜ਼ੀ ਡੱਕ ਕੇ ਸੁੱਤਾ ਹੋਵੇ, ਉਹ ਤੜਕੇ ਉੱਠਣ 'ਚ ਕਦੇ 4 ਵਜੇ ਤੋਂ ਲੇਟ ਨਹੀਂ ਹੋਇਆ। ਪ੍ਰੋਗਰਾਮ ਲਈ ਦਿੱਤੇ ਵਕਤ ਤੋਂ ਲੇਟ ਨਹੀਂ ਪਹੁੰਚਾ। ਉਹਨੇ ਜਿੰਨਾ ਚਿਰ ਖੇਤੀ ਕੀਤੀ ਪੁਰਾਣੀ ਪੰਜਾਲੀ 'ਚ ਟੰਗ ਕੇ ਸੁੱਤਾ ਕਿ ਭੁੱਲ ਨਾ ਜਾਵਾਂ। ਜਿੰਨਾ ਚਿਰ ਕਵੀਸ਼ਰੀ ਕੀਤੀ ਕਛਹਿਰਾ ਸਾਈਕਲ ਦੇ ਹੈਂਡਲ ਨਾਲ ਟੰਗ ਕੇ ਰਾਹ 'ਚ ਸੁਕਾਇਆ। ਉਹਨੇ ਪੁੱਤਰਾਂ ਨੂੰ ਸਿਖਾਇਆ ਕਿ ਜਦੋਂ ਕਿਸੇ ਦੇ ਘਰ ਰਾਤ ਕੱਟਣੀ ਪਵੇ ਤਾਂ ਜੋ ਮਿਲੇ ਉਹ ਗਨੀਮਤ ਜਾਣੋ ਤੇ ਅਗਲੇ ਦੇ ਧੰਨਵਾਦੀ ਬਣੋ। ਮੰਜਾ ਅਲਾਣਾ ਹੋਵੇ ਤਾਂ ਬਿਸਤਰੇ ਦੀ ਮੰਗ ਨਾ ਕਰੋ। ਰੋਟੀ ਅਚਾਰ ਨਾਲ ਮਿਲੇ ਤਾਂ ਦਾਲ ਨਾ ਮੰਗੋ। ਅੱਧੀ ਰੋਟੀ ਹੋਵੇ ਤਾਂ ਅੱਧੀ ਨਾਲ ਹੀ ਸਾਰ ਲਓ। ਅਗਲੇ ਦੇ ਹੋ ਸਕਦਾ ਉਹ ਤੋਂ ਵੱਧ ਹੋਵੇ ਹੀ ਨਾ। ਇਕਬਾਲ ਰਾਮੋਵਾਲੀਆ ਨੇ ਦੱਸਿਆ ਕਿ ਸਾਡਾ ਬਾਪ ਉਚਾਰਨ ਦੀ ਸ਼ੁੱਧਤਾ ਤੇ ਬੜਾ ਜ਼ੋਰ ਦਿੰਦਾ ਸੀ। ਉਹਨੇ ਸਾਨੂੰ ਸੂਈ ਦੇ ਨੱਕੇ 'ਚੋਂ ਲੰਘਾਇਆ, ਸਾਹਮਣੇ ਸਟੇਜ ਤੇ ਖੜਾ ਕੇ ਬੋਲਣਾ ਸਿਖਾਇਆ, ਤੜਕੇ ਉਠਾ ਕੇ ਰਿਆਜ਼ ਕਰਾਉਂਦਾ ਰਿਹਾ। ਛਾਤੀ ਤੇ ਹੱਥ ਧਰ ਕੇ ਅੱਖਾਂ ਮੀਟ ਕੇ ਦਿਲ ਦੀ ਗੱਲ ਕਹਿਣੀ ਤੇ ਹੱਥ ਦੀ ਵੌਲੀ ਮਾਰਨੀ ਸਿਖਾਈ। ਰਛਪਾਲ ਨੇ ਸਹੀ ਪਾਈ ਕਿ ਸ਼ਰਾਬ ਸਾਡੇ ਘਰੋਂ ਕਦੇ ਨਹੀਂ ਸੀ ਮੁੱਕੀ, ਠੇਕਿਆਂ 'ਚੋਂ ਭਾਵੇਂ ਮੁੱਕ ਗਈ ਹੋਵੇ। ਸਾਡੀ ਸਾਰਿਆਂ ਦੀ ਕਿਸੇ ਨਾ ਕਿਸੇ ਖੱਲ ਖੂੰਜੇ ਦੱਬੀ ਹੁੰਦੀ ਸੀ। ਉਹ ਲੋਹੜੀ ਦਿਵਾਲੀ ਬੱਕਰਾ ਲਿਆਉਂਦੇ। ਝਟਕਾਉਣ ਵੇਲੇ ਹਰਚਰਨ ਬੱਕਰੇ ਦਾ ਸਿਰ ਫੜੀ ਰੱਖਦਾ ਤੇ ਬਲਵੰਤ ਪਿਛਲੀਆਂ ਲੱਤਾਂ। ਬਾਪੂ ਧਾਰ ਤੇ ਲਾਈ ਤਲਵਾਰ ਦੇ ਇੱਕੋ ਟੱਕ ਨਾਲ ਧੌਣ ਲਾ ਦਿੰਦਾ ਤੇ 10 ਮਿੰਟਾਂ 'ਚ ਖੱਲ ਲਾ ਕੇ ਉਹ ਮਾਰਦਾ। ਪਾਰਸ ਦੀ ਪਤਨੀ ਨੇ ਪੇਕਿਆਂ ਤੋਂ ਲਿਆਂਦੀ ਝੋਟੀ ਪਾਲੀ ਹੋਈ ਸੀ। ਬਲਵੰਤ ਹੋਰਾਂ ਦੀ ਫੀਸ ਭਰਨ ਲਈ ਝੋਟੀ ਵੇਚਣੀ ਪੈਣੀ ਸੀ।
ਦਲਜੀਤ ਕੌਰ ਨੇ ਪਤੀ ਨੂੰ ਕਿਹਾ 1400 ਤੋਂ ਘੱਟ ਨਹੀਂ ਵੇਚਣੀ। ਚੱਕਰ ਤੋਂ ਇੱਕ ਗਾਹਕ ਆਇਆ, ਉਹ 1200 ਤੋਂ ਵੱਧਦਾ 1380 ਤੇ ਚਲਾ ਗਿਆ, ਪਰ ਬੇਬੇ ਨਾ ਮੰਨੀ। ਗਾਹਕ ਵਾਪਸ ਮੁੜ ਗਿਆ। ਪਾਰਸ ਉਹਨੂੰ ਬੁੱਟਰ ਦੇ ਰਾਹ 'ਚ ਜਾ ਮਿਲਿਆ ਤੇ 20 ਰੁਪਏ ਆਪਣੇ ਕੋਲੋਂ ਦੇ ਕੇ ਕਹਿੰਦਾ, ਜਾ ਕੇ ਝੋਟੀ ਖੋਲ ਲਿਆ। ਇਹਦੇ ਨਾਲ ਤੇਰੀ ਵੀ ਰਹਿ ਜੂ ਤੇ ਮੇਰੀ ਘਰ ਵਾਲੀ ਦੀ ਵੀ ਰਹਿ ਜੂ, ਨਾਲੇ ਮੁੰਡਿਆਂ ਦੀ ਪੜ੍ਹਾਈ ਵੀ ਚੱਲਦੀ ਰਹਿ ਜੂ। ਇਹੋ ਜਿਹਾ ਸਕੀਮੀ ਸੀ ਪਾਰਸ। ਮੈਂ ਇੱਕ ਵਾਰੀ ਪੁੱਛਿਆ ਕਿ ਕਵਿਸ਼ਰੀ 'ਚ ਕਿੰਨੇ ਕੁ ਪੈਸੇ ਕਮਾਏ। ਜਵਾਬ ਮਿਲਿਆ, ਪਹਿਲਾਂ ਕਵਿਸ਼ਰੀ 'ਚ 11 ਰੁਪਏ ਮਿਲੇ ਸੀ, ਜਿਨ੍ਹਾਂ ਨਾਲ ਘਰ ਦਾ ਨਲਕਾ ਲਵਾਇਆ। ਫਿਰ ਤਾਂ ਚੱਲ ਹੋ ਗਈ, ਗਿਣੇ ਤਾਂ ਨਹੀਂ, ਪਰ 5 ਲੱਖ ਤਾਂ ਕਮਾਈ ਲਿਆ ਹੋਊ। ਮੈਨੂੰ ਕਰਤਾਰ ਸਿੰਘ ਲੀਲਾਂ ਵਾਲੇ ਦੇ ਜਗਰਾਉਂ ਵਾਲੇ ਘਰ ਅਖੰਡ ਪਾਠ ਦੇ ਭੋਗ ਸਮੇਂ ਪਾਰਸ ਬੋਲਦਾ ਚੇਤੇ ਆ ਗਿਆ, ਸੰਗ ਤੇ ਅਜੇ ਮੈਂ 20,000 ਤੁਹਾਡੀਆਂ ਜੇਬਾਂ 'ਚੋਂ ਹੋਰ ਕਢਾਉਣੇ ਆ। ਪਾਰਸ ਕਵਿਸ਼ਰੀ ਦੇ ਗਗਨ ਦਾ ਚੰਦ ਸੀ। 90 ਸਾਲ ਦੀ ਉਮਰ ਵਿੱਚ ਕਵਿਸ਼ਰੀ ਦਾ ਉਹ ਚੰਦ ਛਿਪਣ ਦੇ ਨੇੜ ਤੇੜ ਸੀ, ਪਰ ਉਹਦੇ 'ਚ ਅਜੇ ਵੀ ਚਮਕ ਸੀ। ਛਿਪਦੇ ਸੂਰਜ ਵਰਗੀ ਲਾਲੀ ਸੀ। ਉਨੀ ਦਿਨੀ ਉਹਨੇ ਰੱਬ ਦੇ ਬੰਦੇ ਬਾਰੇ ਇੱਕ ਕਵਿਤਾ ਲਿਖੀ ਸੀ, ਜੋ ਉਹਦੇ ਲਫ਼ਜ਼ਾਂ 'ਚ ਉਹਦੀ ਆਖਰੀ ਨਜ਼ਮ ਸੀ। ਉਸ ਕਵਿਤਾ ਦਾ ਇੱਕ ਬੰਦ ਹੈ, ਸ਼ਕਤੀਸ਼ਾਲੀ ਕਾਲ ਨੂੰ ਕੋਈ ਨਾ ਸਕੂ ਟਾਲ, ਭੋਗੀ ਥੋੜ੍ਹੀ ਮਾਣੀ ਬਹੁਤੀ ਆਯੂ ਪੂਰੇ 90 ਸਾਲ, ਸਦਾ ਹੀ ਰਹਿੰਦੀ ਤੰਗਦੀ ਇੱਕੋ ਇੱਕ ਖੁਆਇਸ਼, ਰਾਮੂ ਵਾਲੇ ਪਿੰਡ ਵਿੱਚ ਲਵਾਂ ਆਖਰੀ ਸਵਾਸ। ਉਹਦੀ ਇੱਛਾ ਸੀ ਕਿ ਉਹ ਕਵਿਤਾ ਉਹਦੇ ਜੀਂਦੇ ਜੀ ਛਪੇ। ਉਹ ਟੋਰਾਂਟੋ ਦੇ ਅਖਬਾਰਾਂ 'ਚ ਛਪ ਵੀ ਗਈ ਤੇ ਕਿਰਪਾਲ ਸਿੰਘ ਪੰਨੂ ਨੇ ਉਹਦੀ ਰੰਗੀਨ ਕਾਪੀ ਸ਼ੀਸ਼ੇ 'ਚ ਮੜਾ ਕੇ ਪਾਰਸ ਨੂੰ ਭੇਟ ਕੀਤੀ। ਉਹ ਤਰਕਸ਼ੀਲ ਇਨਸਾਨ ਸੀ, ਜੋ ਮੌਤ ਨੂੰ ਨੇੜੇ ਵੇਖ ਕੇ ਬੰਦੇ ਦੇ ਆਪੇ ਚਿਤਵੇ ਹੋਏ ਰੱਬ ਤੋਂ ਡਰ ਕੇ ਨਹੀਂ ਸੀ ਮਰਨਾ ਚਾਹੁੰਦਾ। ਉਹ ਰੰਗੀਲੜਾ ਤੇ ਮਿਲਾਪੜਾ ਸੱਜਣ ਸੀ। ਸ਼ਾਇਦ ਅਜਿਹੇ ਸੱਜਣਾਂ ਬਾਰੇ ਲਿਖਿਆ ਗਿਆ ਹੋਵੇ, ਸੱਜਣ ਮਹਿੰਡੇ ਰੰਗਲੇ। ਜਦੋਂ ਉਹਦਾ 90ਵਾਂ ਜਨਮ ਦਿਨ ਮਨਾਇਆ ਗਿਆ ਤਾਂ ਬਾਗੋ ਬਾਗ ਹੋਏ ਪਾਰਸ ਨੇ ਕਿਹਾ ਸੀ, ਆਹ ਤਾਂ ਵਿਆਹ ਕਰਾਉਣ ਨਾਲੋਂ ਵੀ ਵੱਧ ਸਵਾਦ ਆ ਗਿਆ। ਜੀ ਕਰਦਾ ਕਦੇ ਮਰੀਏ ਹੀ ਨਾ ਤੇ ਇਸੇ ਤਰ੍ਹਾਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ। ਬਾਪੂ ਪਾਰਸ ਨੂੰ ਪਾਰਸ ਕੁਟੀਆ ਤੋਂ ਲਿਮੋਜ਼ੀਨ 'ਚ ਬਹਾ ਕੇ ਲਾੜੇ ਵਾਂਗ ਲੰਬਾਰਡੋ ਬੈਂਕਟ ਹਾਲ 'ਚ ਲਿਆਂਦਾ ਗਿਆ ਸੀ। ਨਾਲ ਬੇਬੇ ਦਲਜੀਤ ਕੌਰ ਤੇ ਉਹਨਾਂ ਦੀ ਸੇਵਾ ਸੰਭਾਲ ਕਰ ਰਹੀ ਧੀ ਚਰਨਜੀਤ ਕੌਰ ਤੇ ਉਹਦੇ ਪਤੀ ਅਮਰਜੀਤ ਸਿੰਘ ਧਾਲੀਵਾਲ ਸਨ। ਉਹਨਾਂ ਦਾ ਸਿਆਸਤਦਾਨ ਪੁੱਤਰ ਬਲਵੰਤ ਸਿੰਘ ਰਾਮੂਵਾਲੀਆ ਵੀ ਦਿੱਲੀ ਤੋਂ ਟੋਰਾਂਟੋ ਪੁੱਜ ਗਿਆ ਸੀ। ਜਦੋਂ ਪਾਰਸ ਨੂੰ ਵੀਲ ਚੇਅਰ ਉੱਤੇ ਬਿਠਾ ਕੇ ਹਾਲ 'ਚ ਪ੍ਰਵੇਸ਼ ਕਰਵਾਇਆ ਗਿਆ ਤਾਂ ਸੈਂਕੜੇ ਸ਼ਰਧਾਲੂਆਂ ਨੇ ਖੜੇ ਹੋ ਕੇ ਤਾੜੀਆਂ ਗੁੰਜਾਈਆਂ। ਬਾਪੂ ਦੇ ਮੂਹਰੇ ਉਹਦੀ ਚੌਥੀ ਪੀੜ੍ਹੀ ਦੇ ਬੱਚੇ ਜਗਦੀਆਂ ਮੋਮਬੱਤੀਆਂ ਲੈ ਕੇ ਚੱਲ ਰਹੇ ਸਨ। ਪਾਰਸ ਦੰਪਤੀ ਨੂੰ ਵਿਸ਼ੇਸ਼ ਕੁਰਸੀਆਂ ਉੱਤੇ ਬਿਰਾਜਮਾਨ ਕਰਾਇਆ ਗਿਆ। ਪਾਰਸ ਨੇ ਹਰੇ ਰੰਗ ਦੀ ਪੱਗ ਬੰਨ੍ਹੀ ਸੀ, ਜਿਸ ਨਾਲ ਦੂਰੋਂ ਬਾਬੇ ਫਰੀਦ ਦਾ ਝੋਲਾ ਪੈਂਦਾ ਸੀ। ਸਟੇਜ ਦੀ ਕਾਰਵਾਈ ਰਣਜੀਤ ਸਿੰਘ ਸਿੱਧਵਾਂ ਦਾ ਸਪੁੱਤਰ ਸਤਿੰਦਰਪਾਲ ਸਿੰਘ ਚਲਾ ਰਿਹਾ ਸੀ, ਜਿਹਦਾ ਸਾਥ ਸਟੇਜ ਦੀ ਰਾਣੀ ਨੀਟਾ ਬਲਵਿੰਦਰ ਦੇ ਰਹੀ ਸੀ। ਸਤਿੰਦਰਪਾਲ ਦੇ ਗਾਏ ਦੋਹਰੇ ਟੱਲੀ ਵਰਗੀ ਆਵਾਜ਼ ਵਾਲੇ ਸਦਾਬਹਾਰ ਕਵੀਸ਼ਰ ਰਣਜੀਤ ਸਿੰਘ ਦੀ ਯਾਦ ਤਾਜ਼ਾ ਕਰਵਾ ਰਹੇ ਸਨ। ਰਣਜੀਤ ਸਿੰਘ ਦੀ ਪਤਨੀ ਬੀਬੀ ਗੁਰਦੇਵ ਕੌਰ ਨੂੰ ਉਚੇਚਾ ਸਮਾਗਮ 'ਚ ਸੱਦਿਆ ਗਿਆ ਸੀ ਤੇ ਰਾਮੂਵਾਲੀਏ ਪਰਿਵਾਰ ਵੱਲੋਂ ਉਹਦਾ ਮਾਣ ਸਨਮਾਨ ਵੀ ਕੀਤਾ ਗਿਆ। ਪਾਰਸ ਦੰਪਤੀ ਨੇ ਕੇਕ ਕੱਟਿਆ ਤੇ ਬੱਚਿਆਂ ਨੇ ਹੈਪੀ ਬਰਥਡੇ ਬਾਪੂ ਦਾ ਗੀਤ ਗਾਇਆ। ਪਾਰਸ ਦੀ ਸਭ ਤੋਂ ਵੱਡੀ ਸਭ ਤੋਂ ਛੋਟੀ ਪੋਤੀ ਨੇ ਪਾਰਸ ਪਰਿਵਾਰ ਦੇ ਜੀਆਂ ਦੀ ਜਾਣ ਪਛਾਣ ਕਰਾਈ। ਬਾਹਰ ਵੱਲ ਗਲਾਸੀਆਂ ਖੜਕਦੀਆਂ ਰਹੀਆਂ ਤੇ ਸਟੇਜ ਉੱਤੇ ਕਦੇ ਰਾਜ ਬਰਾੜ ਗਾਉਣ ਲੱਗ ਜਾਂਦਾ, ਕਦੇ ਮੱਖਣ ਬਰਾੜ ਟੋਟਕੇ ਸੁਣਾਉਂਦਾ ਤੇ ਕਦੇ ਚਮਕੌਰ ਸਿੰਘ ਸੇਖੋਂ ਸਾਰੰਗੀ ਵਜਾਉਣ ਲੱਗਦਾ। ਗਾਇਕ, ਢਾਡੀ ਤੇ ਕਵੀਸ਼ਰ ਇੰਨੇ ਸਨ ਕਿ ਸਭ ਨੂੰ ਹੀ ਵਾਰੀ ਦੇਣੀ ਔਖੀ ਸੀ। ਫਿਰ ਵੀ ਦਰਜਨ ਦੇ ਕਰੀਬ ਕਲਾਕਾਰ ਆਪਣੀ ਹਾਜ਼ਰੀ ਲਵਾਈ ਗਏ ਤੇ ਸਭਾ 'ਚ ਛੰਦਾਂ 'ਚ ਫੁੱਲਝੜੀ ਲੱਗੀ ਰਹੀ। ਉਸ ਸਮਾਗਮ 'ਚ ਕੈਲੀਫੋਰਨੀਆ ਤੋਂ ਗਾਇਕ ਰਾਜੂ ਨੇ ਆ ਕੇ ਬਾਪੂ ਕਰਨੈਲ ਸਿੰਘ ਨੂੰ ਸਤਿਕਾਰ ਦੇ ਕੇ ਆਪਣੀ ਹਾਜ਼ਰੀ ਲਵਾਈ। ਪਾਰਸ ਦੇ ਸ਼ਰਧਾਲੂਆਂ ਵਿੱਚ ਪੰਜਾਬ ਤੋਂ ਕ੍ਰਿਸ਼ਨ ਕੁਮਾਰ ਬਾਵਾ ਤੇ ਜਸਬੀਰ ਸਿੰਘ MLA, ਕੈਲੀਫੋਰਨੀਆ ਤੋਂ ਲਾਲ ਚੰਦ ਯਮਲੇ ਜੱਟ ਦਾ ਚੇਲਾ ਰਾਜ ਬਰਾੜ ਤੇ ਵਿਨੀਪੈਗ ਤੋਂ ਪੰਜਾਬੀ ਸੱਭਿਆਚਾਰ ਦਾ ਥੰਮ ਰਾਜ ਮਾਨ ਤੇ ਗੁਰਮੀਤ ਸਿੰਘ ਗੀਤਾ ਉਚੇਚੇ ਪੁੱਜੇ ਸਨ। ਇੰਗਲੈਂਡ ਤੇ ਅਮਰੀਕਾ ਤੋਂ ਵੀ ਸੱਜਣ ਮਿੱਤਰ ਹਾਜ਼ਰ ਸਨ। ਸਟੇਜ ਦਾ ਪ੍ਰੋਗਰਾਮ 3 ਘੰਟੇ ਦੇ ਕਰੀਬ ਚੱਲਿਆ। ਉਂਝ ਸ਼ਾਮ 7 ਵਜੇ ਤੋਂ ਅੱਧੀ ਰਾਤ ਤੱਕ ਰੌਣਕ ਮੇਲਾ ਲੱਗਾ ਰਿਹਾ। ਉੱਥੇ ਮੈਂਬਰ ਪਾਰਲੀਮੈਂਟ ਰੂਬੀ ਢੱਲਾ ਵੀ ਆਈ ਤੇ ਟੋਰਾਂਟੋ ਦਾ ਪੰਜਾਬੀ ਮੀਡੀਆ ਤਾਂ ਸਾਰਾ ਹੀ ਹਾਜ਼ਰ ਸੀ। ਰਾਮੂਵਾਲੇ ਦੀ ਪੰਚਾਇਤ ਵੱਲੋਂ ਪਾਰਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕਬਾਲ ਰਾਮੂਵਾਲੀਏ ਦੇ ਅੰਗਰੇਜ਼ੀ 'ਚ ਲਿਖੇ ਨਾਵਲ ਦ ਡੈਥ ਆਫ ਅ ਪਾਸਪੋਰਟ ਦਾ ਪੰਜਾਬੀ ਰੂਪ ਮੌਤ ਇੱਕ ਪਾਸਪੋਰਟ ਦੀ ਬਲਵੰਤ ਸਿੰਘ ਰਾਮੂਵਾਲੀਏ ਨੇ ਰਿਲੀਜ਼ ਕੀਤਾ। ਪੰਜਾਬੀ ਸੱਥ ਲਾਂਬੜਾਂ ਵੱਲੋਂ ਇਕਬਾਲ ਰਾਮੂਵਾਲੀਆ, ਅਮਰ ਸਿੰਘ ਭੁੱਲਰ ਤੇ ਡਾਕਟਰ ਕੁਲਬੀਰ ਸਿੰਘ ਥਿੰਦ ਦਾ ਸਨਮਾਨ ਕੀਤਾ ਗਿਆ।
ਮੇਰੇ ਸਮੇਤ ਕਈ ਬੁਲਾਰਿਆਂ ਨੇ ਪਾਰਸ ਨਾਲ ਮੇਲ ਮੁਲਾਕਾਤਾਂ ਦਾ ਜ਼ਿਕਰ ਕੀਤਾ। ਕਵੀਸ਼ਰ ਮੋਹਨ ਸਿੰਘ ਰੋਡੇ ਦੇ ਸਪੁੱਤਰ ਅਵਤਾਰ ਸਿੰਘ ਬਰਾੜ ਨੇ ਛੰਦ ਸੁਣਾਇਆ ਤੇ ਪਾਰਸ ਦੇ ਰੋਡਿਆਂ 'ਚ ਗੁਜ਼ਾਰੇ ਦਿਨਾਂ ਦੀ ਬਾਤ ਪਾਈ। ਪਾਰਸ ਨੇ ਮੋਹਨ ਸਿੰਘ ਰੋਡੇ ਨੂੰ ਆਪਣਾ ਗੁਰੂ ਧਾਰਿਆ ਸੀ। ਬਲਵੰਤ ਸਿੰਘ ਰਾਮੂਵਾਲੀਆ ਬੋਲਣ ਲੱਗਾ ਤਾਂ ਆਪਣੀ ਭਾਸ਼ਣ ਕਲਾ ਨਾਲ ਉਹਨੇ ਸਰੋਤਿਆਂ ਉੱਤੇ ਟੂਣਾ ਹੀ ਕਰ ਦਿੱਤਾ। ਉਹ 10 ਮਿੰਟ ਲੈਣੇ ਕਹਿ ਕੇ ਅੱਧਾ ਪੌਣਾ ਘੰਟਾ ਸਰੋਤਿਆਂ ਨੂੰ ਰਾਮੂਵਾਲੇ ਦੀਆਂ ਗਲੀਆਂ ਵਿੱਚ ਤੇ ਆਲੇ ਦੁਆਲੇ ਲਈ ਤੁਰਿਆ ਫਿਰਿਆ। ਉਹਨੇ ਪਾਰਸ ਦੇ ਅਨੋਖੇ ਸੁਭਾਅ ਦੀਆਂ ਅਨੇਕਾਂ ਅਲੌਕਾਰ ਗੱਲਾਂ ਦੀ ਛਿੱਬਰ ਲਾਈ ਰੱਖੀ ਤੇ ਬਾਪੂ ਦਾ ਇਹ ਕਮਾਲ ਵੀ ਦੱਸ ਗਿਆ ਕਿ ਮੋਗੇ ਤੋਂ ਜਗਰਾਵਾਂ ਦੀ ਸੜਕ ਉੱਤੇ ਉਹਨੇ ਲੁੱਕ ਦੇ ਡਰਮ ਨਹੀਂ ਪਾਏ ਹੋਣੇ ਜਿੰਨੇ ਡਰਮ ਸਾਡਾ ਬਾਪੂ ਸ਼ਰਾਬ ਦੇ ਪੀ ਗਿਆ। ਉਹਨੇ ਦੱਸਿਆ ਕਿ ਬਾਪੂ ਨੇ 45 ਸਾਲ ਹਲ ਵਾਹਿਆ ਤੇ ਇੰਨੇ ਹੀ ਸਾਲ ਕਵੀਸ਼ਰੀ ਕੀਤੀ। ਉਹ ਪੁਰਾਣੀ ਪੰਜਾਲੀ 'ਚ ਫਸਾ ਕੇ ਸੌਂਦਾ ਸੀ ਤੇ ਕਚਹਿਰਾ ਸਾਈਕਲ ਤੇ ਹੈਂਡਲ ਨਾਲ ਟੰਗ ਕੇ ਸੁਕਾਉਂਦਾ ਸੀ। ਮਤਾਂ ਹਲ ਵਾਹੁਣ ਚੱਲਿਆ ਜਾਂ ਕਵੀਸ਼ਰੀ ਕਰਨ ਚੱਲਿਆ ਕਾਹਲੀ 'ਚ ਭੁੱਲ ਨਾ ਜਾਵੇ। ਇਹ ਕਵੀਸ਼ਰੀ ਦਾ ਹੀ ਪ੍ਰਤਾਪ ਸੀ ਕਿ ਨਿੱਤ ਦਾ ਪਿਆਕ ਬਾਪੂ ਬੋਪਾ ਰਾਮੀ ਸਿੰਘ ਸਭੀਆ ਦੇ ਘਰ ਵਿਆਹਿਆ ਗਿਆ ਤੇ 90 ਸਾਲ ਦੀ ਉਮਰ ਤੱਕ ਬੇਬੇ ਨਾਲ ਡਿੱਬੀ ਗਈ। ਪਤਾ ਨਹੀਂ ਬਾਪੂ ਨੇ ਭਾਣਾ ਮੰਨਿਆ, ਪਤਾ ਨਹੀਂ ਬੇਬੇ ਨੇ। ਉਹਨੇ ਹਸਾ ਕੇ ਸਰੋਤਿਆਂ ਦਾ ਚਿੱਤ ਖੁਸ਼ ਕੀਤਾ। ਸਮਾਗਮ ਦਾ ਸਿਖਰ ਸੀ ਰਾਮੂਵਾਲੀਏ ਭਰਾਵਾਂ ਦੀ ਕਵੀਸ਼ਰੀ। ਉਹਨਾਂ ਨੇ ਪੂਰਨ ਭਗਤ ਗਾਇਆ ਤੇ ਗਾਇਆ ਵੀ ਮੂੰਹ ਜ਼ਬਾਨੀ। ਜੋਗੀ ਉਤਰ ਪਹਾੜੋਂ ਆਏ, ਪਿੱਛਿਆ ਤੂੰ ਪਾ ਦੇ ਸੁੰਦਰਾ। ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇ। ਕਦੇ ਬਲਵੰਤ ਇਕਬਾਲ ਤੇ ਰਛਪਾਲ ਦੀ ਤਿੱਖੜੀ ਪੰਜਾਬ ਦੇ ਅਖਾੜਿਆਂ ਤੇ ਜਲੰਧਰ ਦੇ ਰੇਡੀਓ ਸਟੇਸ਼ਨ ਦਾ ਸ਼ਿੰਗਾਰ ਹੁੰਦੀ ਸੀ। ਬਲਵੰਤ 10ਵੀਂ 'ਚ ਸੀ, ਇਕਬਾਲ 7ਵੀਂ ਤੇ ਰਛਪਾਲ 5ਵੀਂ 'ਚ ਸੀ ਜਦੋਂ ਉਹਨਾਂ ਨੇ ਰਾਮੂਵਾਲੀਏ ਮੁੰਡਿਆਂ ਦਾ ਜੱਥਾ ਬਣਾਇਆ ਤੇ ਗਾਉਣ ਨਿਕਲੇ। ਸਮਾਗਮ ਦੇ ਅਖੀਰ 'ਚ ਮਾਈਕ ਬਾਪੂ ਪਾਰਸ ਨੂੰ ਦਿੱਤਾ ਗਿਆ। ਉਹਨੇ ਹਿੱਕ 'ਚੋਂ ਬੋਲਦਿਆਂ ਦਿਲ ਦੀਆਂ ਗੱਲਾਂ ਕੀਤੀਆਂ। ਕਿਹਾ ਦਿਲ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ। ਉਹਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਪਾਰਸ ਦੇ ਜੇਠੇ ਪੁੱਤ ਮਾਸਟਰ ਹਰਚਰਨ ਸਿੰਘ ਨੇ ਆਏ ਸੱਜਣਾ ਮਿੱਤਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਤੇ ਆਸ ਰੱਖੀ ਕਿ ਅਜਿਹੇ ਸਮਾਗਮ ਫੇਰ ਵੀ ਹੋਣਗੇ। ਪਾਰਸ 82 ਸਾਲ ਦਾ ਸੀ ਜਦੋਂ ਉਹਨੇ ਕਿਹਾ ਸੀ ਮੈਂ 90 ਸਾਲਾਂ ਦਾ ਹੋ ਕੇ ਮਰੂ, ਪਰ ਉਹ 92 ਸਾਲ 8 ਮਹੀਨੇ ਦਾ ਹੋ ਕੇ ਪੂਰਾ ਹੋਇਆ। 90ਵੇਂ ਜਨਮ ਦਿਨ ਮਨਾ ਕੇ ਜਦੋਂ ਉਹਨੇ ਰਾਮੂਵਾਲੇ ਜਾਣਾ ਸੀ ਤਾਂ ਉਹ 2 ਦਿਨ ਗੱਲਾਂ ਕਰਨੋਂ ਨਹੀਂ ਸੀ ਰੁਕਿਆ। ਪਤਾ ਨਹੀਂ ਉਹਨੂੰ ਕਾਹਦਾ ਚਾਅ ਸੀ ਕਿ ਉਹ ਭੁੱਲੀ ਜਾਂਦਾ ਸੀ। ਘਰ ਵਾਲਿਆਂ ਨੂੰ ਫਿਕਰ ਹੋ ਗਿਆ ਕਿ ਕਿਤੇ ਉਹਦਾ ਦਿਮਾਗ ਨਾ ਹਿੱਲ ਜਾਏ। ਜੇ ਕੋਈ ਉਹਨੂੰ ਚੁੱਪ ਕਰਨ ਤੇ ਸੌਣ ਲਈ ਕਹਿੰਦਾ ਉਹ ਆਖਦਾ ਮੈਂ ਪੂਰਾ ਖੁਸ਼ ਹਾਂ, ਤੁਸੀਂ ਭੋਰਾ ਫਿਕਰ ਨਾ ਕਰੋ। ਖੁਸ਼ੀ ਉਹਨੂੰ ਆਪਣੀ ਜਨਮ ਭੂਮੀ ਉੱਤੇ ਜਾ ਕੇ ਮਰਨ ਦੀ ਸੀ। ਉਹਨੇ ਇੱਕ ਦਿਨ ਲੋਰ 'ਚ ਕਿਹਾ ਸੀ ਮੇਰੀਆਂ ਹੱਡੀਆਂ ਪੀਹ ਕੇ ਮੇਰੇ ਖੇਤਾਂ 'ਚ ਰਲਾ ਦੇਣੀਆਂ ਤੇ ਸੁਆਹ ਵੀ ਖੇਤਾਂ 'ਚ ਖਿਲਾਰ ਦੇਣੀ। ਜਿੱਦਣ ਬਲਵੰਤ ਗਾਰਗੀ ਦੇ ਫੁੱਲ ਬਠਿੰਡੇ ਵਾਲੀ ਨਹਿਰ 'ਚ ਤਾਰੇ ਗਏ ਉਦਣ ਪਾਰਸ ਨੇ ਕਿਹਾ ਸੀ ਗਾਰਗੀ ਨੂੰ ਮੇਰੇ ਨਾਲੋਂ ਵੀ ਵਧੀਆ ਸੁੱਝੀ ਸੀ। ਮਰਿਆ ਉਹ ਬੰਬਈ 'ਚ ਸੀ, ਪਰ ਮਰਨ ਤੋਂ ਪਹਿਲਾਂ ਦੱਸ ਗਿਆ ਸੀ ਕਿ ਮੇਰੇ ਫੁੱਲ ਬਠਿੰਡੇ ਨਹਿਰ 'ਚ ਪਾਉਣੇ ਜਿੱਥੇ ਉਹ ਬਚਪਨ 'ਚ ਤਰਦਾ ਰਿਹਾ ਸੀ। ਪਾਰਸ ਬਰੈਂਪਟਨ ਨੂੰ ਫਤਿਹ ਬੁਲਾ ਕੇ ਰਾਮੂਵਾਲੇ ਚਲਾ ਗਿਆ। ਸਾਡੀਆਂ ਬਰੈਂਪਟਨ ਵਾਲੀਆਂ ਮਹਿਫਿਲਾਂ ਵੀ ਨਾਲ ਹੀ ਚਲੀਆਂ ਗਈਆਂ। ਸਿਆਲ 'ਚ ਮੈਂ ਪੰਜਾਬ ਗਿਆ ਤਾਂ ਇੱਕ ਦੋਸਤ ਨਾਲ ਪਾਰਸ ਦਾ ਹਾਲ ਚਾਲ ਪੁੱਛਣ ਰਾਮੂਵਾਲੇ ਪਹੁੰਚਾ। ਸਾਨੂੰ ਵੇਖਦਿਆਂ ਹੀ ਪਾਰਸ ਨੂੰ ਚਾਅ ਚੜ੍ਹ ਗਿਆ ਤੇ ਉਹਨੇ ਨੌਕਰ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰਤੀਆਂ। ਲਿਆ ਓਏ ਬੋਤਲ, ਕੱਢ ਓਏ ਗਲਾਸ, ਪੱਟ ਲਿਆ ਗਾਜਰਾਂ ਮੂਲੀਆਂ, ਓਏ ਆ 3 ਕੋਨੀ ਨਹੀਂ 4 ਕੋਨੀ ਲਿਆ। ਬੰਦੇ ਤਾਂ ਦੇਖ ਕਿਹੋ ਜਿਹੇ ਆਏ ਆ। ਉਹ ਲਿਆ ਜਿਹੜੀ ਜਾਨੀ ਵਾਕਰ ਆ, ਬਾਹਰਲੀ ਕਨੇਡਾ ਵਾਲੀ। ਅਸੀਂ ਪਾਰਸ ਦੀ ਗੋਡੀ ਹੱਥ ਲਾ ਕੇ ਕੁਝ ਖਾਣ ਪੀਣ ਨੂੰ ਮੰਗਾਉਣ ਤੋਂ ਰੋਕਿਆ ਤਾਂ ਉਹਦਾ ਕਹਿਣਾ ਸੀ ਯਾਰ ਮਹਿਮਾਨ ਆਇਆ ਤਾਂ ਬੰਦਾ ਹੱਥਾਂ ਪੈਰਾਂ 'ਚ ਨਾ ਆ ਜਾਏ ਤਾਂ ਉਹ ਕਾਹਦਾ ਮੇਜ਼ਬਾਨ ਹੋਇਆ। ਅਜੇ ਇੱਕ ਖਾੜਾ ਲਾਇਆ ਸੀ ਕਿ ਬੇਬੇ ਨੇ ਬਾਰੀ ਥਾਣੀ ਝਾਕਦਿਆਂ ਕਿਹਾ ਭਾਈ ਸਰਵਣ ਸਿਆਂ ਆਪਦੇ ਬਾਪੂ ਨੂੰ ਨਾ ਪਿਆਇਓ, ਇਹਨੂੰ ਹੁਣ ਤੰਗ ਕਰਦੀ ਹੈ। ਪਰ ਪਾਰਸ ਨੇ ਇੱਕ ਪੈਗ ਪਹਿਲਾਂ ਹੀ ਲਾ ਲਿਆ ਸੀ। ਦੂਜਾ ਓਹਲਾ ਕਰਕੇ ਲਾਇਆ। ਖਾਲੀ ਗਲਾਸ ਵਿਖਾ ਕੇ ਕਹਿੰਦਾ ਲੈ ਮੇਰਾ ਗਲਾਸ ਆ ਖਾਲੀ ਆ। ਨਾਲ ਹੀ ਸਾਨੂੰ ਕਹਿੰਦਾ ਤੁਸੀਂ ਲਾਓ ਬਈ, ਮੈਨੂੰ ਤਾਂ ਇਹ ਤੰਗ ਕਰਦੀ ਹੈ। ਮੇਰਾ ਥਾਣੇਦਾਰ ਦੋਸਤ ਬਾਪੂ ਦੇ ਡਰਾਮੇ ਤੇ ਹੈਰਾਨ ਸੀ। ਉਹ ਤੋਂ ਹਾਸਾ ਨਹੀਂ ਸੀ ਰੁਕ ਰਿਹਾ। ਵਾਪਸੀ ਤੇ ਅਸੀਂ ਪਾਰਸ ਦੀਆਂ ਪੀਣ ਖਾਣ ਦੀਆਂ ਗੱਲਾਂ ਕਰਦੇ ਆਏ। ਮੈਂ ਦੱਸਿਆ ਕਿਹੜਾ ਮਾਨ ਮਰਾੜਾਂ ਵਾਲਾ ਤੇ ਹਰਭਜਨ ਮਾਨ ਰਾਮੂਵਾਲੇ ਆਏ ਹੋਏ ਸਨ। ਚੱਕਰੋਂ ਮੈਂ ਪਹੁੰਚ ਗਿਆ। ਪਾਰਸ ਹਾੜਾ ਲਾ ਕੇ ਕਹਿੰਦਾ ਮਾਰੋ ਇਹ ਲਲਕਾਰਾ, ਅੱਜ ਮੇਰੇ ਨਾਲ ਚੱਕਰ ਵਾਲਾ ਪ੍ਰਿੰਸੀਪਲ ਤੇ ਮਰਾੜਾਂ ਵਾਲਾ ਬਾਊ ਸਿੰਘ ਮਾਨ ਹੈਗਾ। ਹੁਣ ਮੈਂ ਕਿਹਦੇ ਲੈਣ ਦਾ। ਉਹ ਕਿਸੇ ਵੀ ਹਾਲਤ ਵਿੱਚ ਹੁੰਦਾ ਉਹਦੀਆਂ ਗੱਲਾਂ ਜੀ ਲਵਾਉਂਦੀਆਂ ਸਨ। ਉਹ ਰੂਹ ਵਾਲਾ ਬੰਦਾ ਸੀ। ਪੰਜਾਬੀ ਬੋਲੀ ਦੀ ਸ਼ਬਦਾਵਲੀ, ਮੁਹਾਵਰੇ, ਅਲੰਕਾਰ ਤੇ ਨਵੇਂ ਸ਼ਬਦ ਸਿਰਜਣ 'ਚ ਉਹਦੀ ਦੇਣ ਸਦਾ ਯਾਦ ਕੀਤੀ ਜਾਂਦੀ ਰਹੇਗੀ। ਉਹਦੀ ਕਵੀਸ਼ਰੀ ਨੇ ਸੱਚਮੁੱਚ ਹੀ ਸ਼ਾਇਰਾਂ ਦੀ ਜ਼ਬਾਨ ਵਿੱਚ ਮਿਠਾਸ ਭਰੀ ਤੇ ਲੁਕਾਈ ਦੀ ਕੁੜੱਤਣ ਦੂਰ ਕੀਤੀ।
2006 ਚ ਪਾਰਸ ਕੈਨੇਡਾ ਤੋਂ ਪੰਜਾਬ ਨੂੰ ਇਹ ਸੋਚ ਕੇ ਚੱਲਿਆ ਸੀ ਕਿ ਸਾਲ ਦੇ ਅੰਦਰ ਅੰਦਰ ਚੱਲ ਵਸਾਂਗਾ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਬੇਬੇ ਦਲਜੀਤ ਕੌਰ ਦੀ ਸਿਹਤ ਚੰਗੀ ਭਲੀ ਸੀ, ਪਰ ਉਹ ਪਾਰਸ ਤੋਂ ਪਹਿਲਾਂ ਹੀ ਕਾਲ ਚਲਾਣਾ ਕਰ ਗਈ। ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਲੀ ਫੈਲੇ ਨਾਲ ਅਫਸੋਸ ਕਰਨ ਰਾਮੂ ਵਾਲੇ ਪਹੁੰਚਾ। ਹੋਰ ਵੀ ਬਥੇਰੇ ਲੋਕ ਆਏ। ਅਗਲੇ ਸਿਆਲ ਮੈਂ ਫਿਰ ਰਾਮੂ ਵਾਲੇ ਗਿਆ ਤਾਂ ਪਾਰਸ ਮੰਜੇ ਨਾਲ ਮੰਜਾ ਹੋਇਆ ਪਿਆ ਸੀ। ਉਹਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਅੰਗ ਨਕਾਰੇ ਹੋ ਗਏ ਸਨ। ਉਹ ਆਈ ਗਈ ਦੀ ਸਿਆਣ ਭੁੱਲ ਚੱਲਿਆ ਸੀ, ਪਰ ਮੇਰੇ ਪਹਿਲੇ ਬੋਲ ਨਾਲ ਹੀ ਮੈਨੂੰ ਸਿਆਣ ਲਿਆ ਤੇ ਮੇਰੇ ਹੱਥ ਚੁੰਮੇ। ਉਹਦਾ ਗਲਾ ਭਰ ਆਇਆ ਤੇ ਅੱਖਾਂ 'ਚੋਂ ਹੰਝੂ ਤੈਰ ਆਏ। ਨੌਕਰ ਨੂੰ ਸੇਵਾ ਕਰਨ ਲਈ ਇਸ਼ਾਰਾ ਕੀਤਾ ਤੇ ਕਹਿਣ ਲੱਗਾ, ਸਰਵਣ ਸਿਆਂ, ਜ਼ਿੰਦਗੀ ਉਦੋਂ ਤੱਕ ਹੀ ਚੰਗੀ ਲੱਗਦੀ ਆ ਜਦੋਂ ਤੱਕ ਇਹਦੇ 'ਚ ਸਵਾਦ ਆ। ਜਦੋਂ ਸਵਾਦ ਮੁੱਕ ਜਾਣ ਤਾਂ ਜ਼ਿੰਦਗੀ ਜਿਉਣ ਦਾ ਕੋਈ ਹੱਜ ਨਹੀਂ। ਹੁਣ ਤਾਂ ਮੌਤ ਜਿੰਨੀ ਛੇਤੀ ਆਏ ਓਨੀ ਚੰਗੀ। ਉਦੋਂ ਤੋਂ ਇੱਕ ਤਿੱਪ ਵੀ ਨਹੀਂ ਪੀਤੀ ਗਈ। ਅਸੀਂ ਉਹਦੇ ਕੋਲ ਬੈਠੇ ਕਾਫੀ ਦੇਰ ਗੱਲਾਂ ਕਰਦੇ ਰਹੇ। ਜੋ ਸੁਣੀ ਤਾਂ ਗਿਆ ਪਰ ਕੁਝ ਸੁਣਾ ਨਾ ਸਕਿਆ। ਮੈਨੂੰ ਲੱਗਾ ਬੋਲ ਉਹਦੇ ਅੰਦਰੇ ਅੰਦਰ ਘੁਲ ਰਹੇ ਸਨ। ਕਵੀਸ਼ਰਾਂ ਦਾ ਕਵੀਸ਼ਰ ਚੁੱਪ ਸੀ। ਉਹ ਕਦੇ ਕਦੇ ਅੱਖਾਂ ਘੁਮਾ ਕੇ ਵੇਖ ਲੈਂਦਾ ਕਿ ਅਸੀਂ ਕੁਝ ਖਾਧਾ ਪੀਤਾ ਜਾਂ ਨਹੀਂ। ਮੈਂ ਸੋਚਣ ਲੱਗਾ ਕਿ ਇਹ ਉਹੀ ਪਾਰਸ ਸੀ ਜਿਹਦੀਆਂ ਗੱਲਾਂ 'ਚੋਂ ਫੁੱਲ ਝੜੀਆਂ ਝੜਦੀਆਂ, ਅਨਾਰ ਖਿੜਦੇ ਤੇ ਮਤਾਬੀਆਂ ਜਗਦੀਆਂ ਸਨ। ਕਿ ਅਸੀਂ ਵੀ ਗੱਲਾਂ ਬਾਤਾਂ ਕਰਦੇ ਇੰਝ ਹੀ ਚੁੱਪ ਹੋ ਜਾਂਗੇ। ਫਿਰ ਖਬਰ ਆਈ 28 ਫਰਵਰੀ 2009 ਨੂੰ ਪਾਰਸ ਦਾ ਦੇਹਾਂਤ ਹੋ ਗਿਆ। ਪਾਰਸ ਦੇ ਪੁੱਤਰ ਕੈਨੇਡਾ ਤੋਂ ਰਾਮੂ ਵਾਲੇ ਪਹੁੰਚੇ। ਸਾਕ ਸੰਬੰਧੀ ਦੂਰੋਂ ਨੇੜਿਓਂ ਆਏ। ਅਮਰਜੀਤ ਤੇ ਚਰਨਜੀਤ ਪਹਿਲਾਂ ਹੀ ਸੇਵਾ 'ਚ ਹਾਜ਼ਰ ਸਨ। ਬਲਵੰਤ ਸਿੰਘ ਦਿੱਲੀ ਤੋਂ ਪਿੰਡ ਪਹੁੰਚ ਗਿਆ। ਅਸੀਂ ਢੁੱਡੀਕੇ ਤੋਂ ਜਸਵੰਤ ਸਿੰਘ ਕੰਵਲ ਨੂੰ ਨਾਲ ਲੈ ਕੇ ਰਾਮੂ ਵਾਲੇ ਪੁੱਜੇ। ਸੋਗਵਾਰ ਲੋਕ ਆਪ ਮੁਹਾਰੇ ਤੁਰੇ ਆ ਰਹੇ ਸਨ। ਹਜ਼ਾਰਾਂ ਦਾ ਇਕੱਠ ਹੋ ਗਿਆ। ਪਤਾ ਲੱਗਾ ਪਾਰਸ ਦੀ ਦੇਹ ਕਿਸੇ ਮੈਡੀਕਲ ਸੰਸਥਾ ਨੂੰ ਨਹੀਂ ਸੌਂਪੀ ਗਈ। ਉਹਦਾ ਕੋਈ ਵੀ ਅੰਗ ਨਹੀਂ ਕੱਢਿਆ ਗਿਆ। ਉਹ ਕਹਿੰਦਾ ਸੀ, ਜੇ ਮੇਰਾ ਸੰਸਕਾਰ ਕਰਨਾ ਪਿਆ ਤਾਂ ਮਜ਼੍ਹਬੀਆਂ ਦੀ ਸਿਵਿਆਂ 'ਚ ਕਰਨਾ। ਮਜ਼੍ਹਬੀਆਂ ਦੀ ਸਿਵਿਆਂ ਲਈ ਉਹਨੇ 50,000 ਰੁਪਏ ਅਗਾਊਂ ਦਿੱਤੇ ਸਨ। ਉਹ ਕਿਹਾ ਕਰਦਾ ਸੀ ਕਿ ਮੇਰਾ ਕੋਈ ਧਾਰਮਿਕ ਕਿਰਿਆਕਰਮ ਨਾ ਕੀਤਾ ਜਾਏ, ਨਹੀਂ ਤਾਂ ਮੈਂ ਸਮਝੂ ਮੈਨੂੰ ਦੂਜੀ ਵਾਰ ਮਾਰਿਆ ਜਾ ਰਿਹਾ। ਪਰ ਪਾਰਸ ਦੀ ਚਿਖਾ ਮਜ਼੍ਹਬੀਆਂ ਦੇ ਸਿਵਿਆਂ 'ਚ ਨਹੀਂ, ਪਹਿਲਾਂ ਚਲੀ ਆਉਂਦੀ ਰੀਤ ਮੁਤਾਬਕ ਜੱਟਾਂ ਦੇ ਸਿਵਿਆਂ 'ਚ ਹੀ ਚਿਣੀ ਗਈ। ਵੱਡੇ ਪੁੱਤਰ ਹਰਚਰਨ ਸਿੰਘ ਨੇ ਚਿਖਾ ਨੂੰ ਅੱਗ ਲਾਈ। ਮਗਰੇ ਬਲਵੰਤ, ਇਕਬਾਲ ਤੇ ਰਛਪਾਲ ਸਨ। ਅੱਗ ਦੀਆਂ ਉੱਚੀਆਂ ਲਾਟਾਂ ਕੋਲ ਉਹਦੇ ਸਾਕ ਸੰਬੰਧੀ ਤੇ ਮਿੱਤਰ ਪਿਆਰੇ ਗਮਗੀਨ ਖੜੇ ਸਨ। ਹਰਭਜਨ ਮਾਨ ਬੱਚਿਆਂ ਵਾਂਗ ਵਿਲਕ ਰਿਹਾ ਸੀ। ਮੈਂ ਵੇਖ ਰਿਹਾ ਸਾਂ। ਸਾਡਾ ਰਾਂਗਲਾ ਸੱਜਣ ਸਾਡੇ ਸਭ ਦੇ ਸਾਹਮਣੇ ਰਾਖ ਹੋ ਰਿਹਾ ਸੀ। ਸੰਸਕਾਰ ਪਿੱਛੋਂ ਪਿੰਡੋਂ ਬਾਰ-ਬਾਰ ਖੁੱਲ੍ਹੇ ਖੇਤਾਂ 'ਚ ਸ਼ਰਧਾਂਜਲੀ ਸਮਾਗਮ ਹੋਇਆ। ਫੱਗਣ ਦੀ ਕੋਸੀ ਰੁੱਤ ਸੀ। ਹਵਾ ਦੇ ਤੇਜ਼ ਬੁੱਲੇ ਕੱਖ ਕਣ ਉਡਾ ਰਹੇ ਸਨ। ਖੇਤਾਂ ਵਿੱਚ ਸਰੋਂ ਦੇ ਫੁੱਲ ਟਹਿਕ ਰਹੇ ਸਨ। ਕਣਕਾਂ ਨਿੱਸਰ ਆਈਆਂ ਸਨ। ਬੱਲੀਆਂ 'ਚ ਦੁੱਧ ਦੇ ਦਾਣੇ ਪੈ ਰਹੇ ਸਨ। ਕਾਲੀ ਹਵਾ ਵਿਸ਼ਾਲ ਪੰਡਾਲ ਦੇ ਪੱਲੇ ਉਡਾ ਰਹੀ ਸੀ। ਵੇਖਦੇ ਵੇਖਦੇ ਪੰਡਾਲ ਸਿਰੇ ਤੋਂ ਸਿਰੇ ਤੱਕ ਭਰ ਗਿਆ ਤੇ ਲੋਕ ਟਰੈਕਟਰਾਂ ਟਰਾਲੀਆਂ 'ਤੇ ਜਾ ਬੈਠੇ। ਬਹੁਤ ਵੱਡਾ ਇਕੱਠ ਹੋਇਆ, ਜਿੱਥੇ ਵੱਖ-ਵੱਖ ਰਾਜਸੀ ਦਲਾਂ ਦੇ ਨੁਮਾਇੰਦੇ ਬੋਲੇ। ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਮੇਰੀ ਸ਼ਰਧਾਂਜਲੀ ਉਸ ਦਿਨ ਦੇ ਅਖਬਾਰਾਂ 'ਚ ਛਪ ਚੁੱਕੀ ਸੀ। ਜਸਵੰਤ ਸਿੰਘ ਕੰਵਲ ਨੇ ਬਲਵੰਤ ਸਿੰਘ ਨੂੰ ਕਿਹਾ, ਕਵੀਸ਼ਰ ਦੀ ਯਾਦਗਾਰ ਬਣਾਓ, ਮੈਂ ਵੀ ਤਿਲ ਫੁੱਲ ਪਾਵਾਂਗਾ। ਹਰਭਜਨ ਮਾਨ ਨੇ ਕਿਹਾ, ਮੈਂ ਬਾਪੂ ਜੀ ਨਿਮਿਤ ਪ੍ਰੋਗਰਾਮ ਦੇਵਾਂਗਾ। ਜਗਦੇਵ ਸਿੰਘ ਜੱਸੋਵਾਲ ਨੇ ਨਾਅਰਾ ਲਾਇਆ, ਜਦ ਤੱਕ ਸੂਰਜ ਚੰਦ ਰਹੇਗਾ ਪਾਰਸਾ ਤੇਰਾ ਛੰਦ ਰਹੇਗਾ। ਬੱਚਿਆਂ ਦੇ ਜਥੇ ਨੇ ਜਗ ਜੰਕਸ਼ਨ ਰੇਲਾਂ ਦਾ ਛੰਦ ਗਾਇਆ, ਜਿਸ ਨਾਲ ਹਰਭਜਨ ਮਾਨ ਨੇ ਬੋਲ ਮਿਲਾਇਆ। ਲੱਖ ਲੱਖ ਪੰਛੀ ਬਹਿ ਉੱਡ ਗਏ, ਬੁੱਢੇ ਬੋੜ ਬ੍ਰਿਛ ਦੇ ਉੱਤੇ ਸੀ ਜੇਤੂ ਦੁਨੀਆਂ ਦੇ, ਲੱਖ ਸਿਕੰਦਰ ਕਬਰੀ ਸੁੱਤੇ, ਛੱਡ ਧੁੱਖ ਦੀਆਂ ਧੂੜਦੀਆਂ ਲੱਦ ਗਏ ਲੱਖਾਂ ਗੋਰਖ ਬਾਵੇ। ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕਾ ਵੇਖ ਜਾਵੇ। ਧੰਨਵਾਦ।